ਪਤਾ ਕੀ ਹੁੰਦਾ ਵਾ, ਇਹ ਤੁਹਾਨੂੰ ਪਤਾ ਫਿਰ ਵੀ ਮੈਂ ਸੋਚਦਾ ਵਾ ਕਿ ਪਰਮਾਤਮਾ ਵੱਲੋਂ ਕਿਰਪਾ ਹੀ ਆ। ਮਤਲਬ ਏਦਾਂ ਦੀ ਸਿਚੁਏਸ਼ਨ ਹੈਗੀ ਆ, ਫਿਰ ਵੀ ਅਸੀਂ ਕੰਮ ਕਰ ਚੱਲੇ ਆ। ਇਹ ਵੀ ਤੇ ਸਭ ਲੋਕ ਹੁੰਦਾ ਹੀ ਆ ਨਾ, ਤੁਹਾਨੂੰ ਪਤਾ ਸਾਡਾ ਕੰਮ ਤੇ ਬਾਹਰ ਦੇ ਮੁਲਕਾਂ 'ਚ ਆ ਤੇ ਨੋਰਮਲੀ ਫਲਾਈਟਾਂ ਤੇ ਅਲਾਓ ਨਹੀਂ ਹੈਗੀਆਂ। ਇਹ ਕੋਈ ਜਿੱਦਾਂ ਕੁਦਰਤ ਤੌਰ ਤੇ ਬਣਿਆ, ਚਲੋ ਸਾਡਾ ਇੱਥੇ ਅੰਜਲ ਹੈਗਾ ਸੀ, ਉਹ ਸਾਡਾ ਪੂਰਾ ਹੋ ਗਿਆ। ਨਹੀਂ, ਬਹੁਤ ਵਧੀਆ ਜੀ। ਹਾਂਜੀ, ਕੱਢ ਲਿਆ ਮੈਂ 91 ਤੇ ਅੰਗ। ਹਾਂਜੀ ਇਹ ਹੈਗੇ। ਅੱਛਾ, ਉਹਦੀ ਹਾਂਜੀ ਹਾਂਜੀ ਬੋਲ ਦੋ। ਤੇ ਉਹਦੀ ਫਿਰ ਕੀ ਕਥਾ ਨਿਕਲੀ, ਉਹ ਜਿਹੜੀ ਉਹ ਤੁਸੀਂ ਉਹ ਕਿਹਾ ਸੀ, ਨਾਦ ਮਰੇ ਅਜੱਪਾ ਮਰ ਜਾਏ? ਹਾਂਜੀ, ਉਹ ਤਾਂ ਬਹੁਤ ਇੰਟਰਸਟਿੰਗ ਸੀ ਜੀ। ਕਬੀਰ ਸਾਹਿਬ ਦੀ ਬਾਣੀ ਤਾਂ ਬਹੁਤ ਹੀ ਕਮਾਲ ਦੀ ਸੀਗੀ। ਉਹ ਸੀਗਾ, ਜਾਪ ਮਰੇ ਅਜੱਪਾ ਮਰੇ ਅਨਹਦ ਵੀ ਮਰ ਜਾਏ। ਹਾਂ, ਉਹ ਉਸ ਤੋਂ ਤੇ ਤਾਂ ਕੋ ਕਾਲ ਨਾ ਖਾਏ। ਤੇ ਇਹ ਜਿਹੜਾ ਕਬੀਰ ਜੀ ਨੇ ਜਿਹੜਾ ਨਾ ਟਾਰਗੇਟ ਜਿਹੜਾ ਦੇ ਦਿੱਤਾ ਸੀਗਾ, ਇਹਦੇ ਵਿੱਚ ਜਿਹੜੀ ਹੈ ਇਹ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਨਹੀਂ ਦਰਜ ਕੀਤੀ ਗਈ? ਕਿਉਂਕਿ ਜਿਹੜਾ ਹੈਗਾ ਇਹ ਬਾਣੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਉਹ ਜਪ ਦੇ ਉੱਤੇ ਹੈਡਿੰਗ ਉਹਦਾ ਜਪ ਹੈਗਾ, ਤੇ ਜਪ ਦੇ ਉੱਤੇ ਉਹ ਜਪ ਦੇ ਨਾਲ ਉਹਨਾਂ ਨੇ ਪੂਰੀ ਯਾਤਰਾ ਦੱਸੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜਪ ਦੇ ਬਾਅਦ ਇਹਨੂੰ ਜਾਪ ਕਹਿੰਦੇ ਆਪਾਂ, ਫਿਰ ਜਿਹੜਾ ਅਜੱਪਾ ਜਾਪ ਕਹਿੰਦੇ ਆ ਫਿਰ ਆਪਾਂ, ਤੇ ਉਸ ਤੋਂ ਬਾਅਦ ਅਨਹਦ ਸ਼ਬਦ ਕਹਿੰਦੇ ਆ ਆਪਾਂ, ਉਸ ਤੋਂ ਬਾਅਦ ਨਾਦ ਜਿਹੜਾ ਪ੍ਰਗਟ ਹੁੰਦਾ ਹੈ, ਫਿਰ ਉਸ ਤੋਂ ਬਾਅਦ ਜਿਹੜਾ ਸੁਰਤ ਸਮਾਨੀ ਸੁਰਤ ਮੈਂ ਜਾਂ ਸੁਣ ਮੈਂ ਤੇ ਤਾਕੂ ਕਾਲ ਨਾ ਖਾਏ, ਉਹ ਟਾਰਗੇਟ ਹੈ ਆਖਰੀ। ਤੇ ਜੇ ਹੁਣ ਇਹ ਸ਼ਬਦ ਅੰਦਰ ਲੈ ਲੈਂਦੇ, ਜੇ ਕੋਈ ਵੀ ਇਹ ਸ਼ਬਦ ਲੈਂਦਾ ਤੇ ਬਈ ਇਹ ਤਾਂ ਜਾਪ ਵੀ ਮਰ ਜਾਣਾ ਹੈ, ਤੇ ਅਜੱਪਾ ਜਾਪ ਵੀ ਮਰ ਜਾਣਾ ਹੈ, ਤੇ ਅਨਹਦ ਵੀ ਮਰ ਜਾਣਾ ਹੈ, ਤੇ ਫਿਰ ਕਾਹਦੇ ਲਈ ਕਰਨਾ ਹੈ ਭਾਈ? ਇਸ ਕਰਕੇ ਮਹਾਰਾਜ ਨੇ ਜਿਹੜਾ ਹੈਗਾ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈਗਾ। ਪਰ ਕਬੀਰ ਸਾਹਿਬ ਜਿਹੜੀ ਹੈਗੀ ਉਹਨਾਂ ਦੀ ਬਾਣੀ ਜਿਹੜੀ ਹੈਗੀ ਪੂਰੀ ਦੀ ਪੂਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਟੈਲੀ ਕਰਦੀ ਆ। ਅਸੀਂ ਜਿਹੜੀ ਆ 113 ਨੰਬਰ ਵਿਚਾਰ ਹੈਗੀ ਆ ਜਿਹੜੀ ਪਾਈ ਸੀਗੀ, ਉਹਦੇ ਵਿੱਚ ਕਬੀਰ ਸਾਹਿਬ ਦੀ ਪਹਿਲਾਂ ਲਈ ਆ ਅਸੀਂ, ਕਬੀਰ ਸਾਹਿਬ ਕੀ ਕਹਿੰਦੇ ਆ ਤੇ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਆ ਅਨਹਦ ਸੁਣ ਦੇ ਬਾਰੇ। ਦੋਨਾਂ ਦਾ ਬਿਲਕੁਲ ਸੇਮ ਕਹਿੰਦੇ ਆ। ਇਸ ਤਰੀਕੇ ਦੇ ਨਾਲ ਸੁਣਨ ਦੇ ਵਿੱਚ ਜਾ ਕੇ ਤੇਰੀ ਯਾਤਰਾ ਖਤਮ ਹੋਣੀ ਹੈ, ਜਾਂ ਤੇਰਾ ਸਾਰਾ ਕੁਝ ਜਿਹੜਾ ਹੈਗਾ ਤੇ ਸਾਰਾ ਜਿਹੜਾ ਹੈਗਾ ਮੀਲ ਪੱਥਰ ਹੀ ਹੈਗੇ ਰਸਤੇ ਦੇ, ਪਰ ਇਹ ਸਾਧਨ ਹੈਗੇ ਸਾਰੇ ਦੇ ਸਾਰੇ। ਹਾਂਜੀ ਬਿਲਕੁਲ। ਹਾਂ, ਇਹ ਨਿੱਜਰ ਸਾਹਿਬ ਤੁਸੀਂ ਨਾ ਉਹ ਦੇਖੋ ਨਾ, ਉੱਥੇ ਇਹ ਜਿਹੜਾ ਸੁਰਤ ਹੈ ਨਾ, ਸੁਰਤ ਦੇ ਬਾਰੇ ਬਹੁਤੇ ਲੋਕਾਂ ਨੂੰ ਗਿਆਨ ਨਹੀਂ ਹੈਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬਿਲਕੁਲ ਸਹੀ ਲੋਕ ਸੋਚਦੇ ਆ, ਲੋਕੀ ਸੁਰਤ ਨੂੰ ਮਨਮੁਨ ਸਮਝੀ ਫਿਰਦੇ ਆ। ਸਾਡੀ ਤਾਂ ਗੋਰਖੀ ਸਾਹਿਬ, ਮੈਂ ਤਾਂ ਦੂਜਿਆਂ ਦੀ ਕੀ ਕਹਿਣਾ, ਮੈਂ ਤਾਂ ਆਪਣੀ ਕਹਿਣਾ, ਮੇਰੀ ਟਿਊਬਲਾਈਟ ਤਾਂ ਬੰਦ ਹੀ ਸੀਗੀ ਪੂਰੀ ਦੀ ਪੂਰੀ। ਹਾਂ, ਔਰ ਤੁਸੀਂ ਇਹ ਮੈਂ ਜਦੋਂ ਫੜਿਆ ਨਾ ਇਹ ਸ਼ਬਦ ਨੂੰ, ਮੈਨੂੰ ਤੇ ਚਲੋ ਮੈਨੂੰ ਤਾਂ ਅਨੁਭਵ ਹੋਇਆ, ਬਾਅਦ ਚ ਮੈਂ ਫੜ ਲਿਆ, ਫਿਰ ਗ੍ਰੰਥ ਸਾਹਿਬ ਪੜਿਆ ਤੁਹਾਡੇ ਨਾਲ ਹੀ, ਫਿਰ ਮੈਨੂੰ ਉਦੋਂ ਪਤਾ ਲੱਗਾ ਕਿ ਸੁਰਤ ਇੱਕ ਅਲੱਗ ਚੀਜ਼ ਹੈ। ਫਿਰ ਹੁਣ ਜਦ ਤੱਕ ਤੁਹਾਡੇ ਕੋਲ ਅਵਸਥਾ ਨਹੀਂ ਬਣੂਗੀ, ਤੁਸੀਂ ਦੱਸ ਨਹੀਂ ਸਕਦੇ ਸੁਰਤ ਕੀ ਹੈ, ਤੇ ਮਨ ਕੀ ਹੈ, ਬੁੱਧੀ ਕੀ ਹੈ, ਚਿੱਤ ਕੀ ਹੈ, ਹਉਮੈ ਕੀ ਹੈ। ਇਹ ਤੇ ਨਿੱਜਰ ਸਾਹਿਬ, ਇਹ ਤੇ ਤੁਹਾਨੂੰ ਅਵਸਥਾ ਦੇ ਵਿੱਚ ਪ੍ਰਵੇਸ਼ ਕਰਕੇ ਫਿਰ ਉੱਥੇ ਜਾ ਕੇ ਇਹਨੂੰ ਅਨੁਭਵ ਕਰਨਾ ਪਊਗਾ। ਬਿਲਕੁਲ। ਉਹ ਤਾਂ ਜੇ ਤਾਂ ਅੱਖਾਂ ਤੋਂ ਪੜ੍ਹ ਲੋਗੇ, ਅੱਖਾਂ ਤੇ ਨਹੀਂ ਇਹਦਾ ਭੇਦ ਹੈ। ਨਾ, ਇਹ ਤਾਂ ਇਹਨੂੰ ਕਹਿੰਦੇ ਆ, ਮਹਾਰਾਜ ਕਹਿੰਦੇ ਅਕਥ ਕਥਾ। ਇਹਨੂੰ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਯਾਤਰਾ ਜਿਹੜੀ ਪਰਮੇਸ਼ਰ ਦੀ ਯਾਤਰਾ ਹੈ, ਅੰਦਰ ਦੀ ਯਾਤਰਾ, ਇਹਦੇ ਬਾਰੇ ਕੋਈ ਭੇਤ ਦੱਸ ਦੇ, ਕਥ ਦੇ ਸ਼ਬਦਾਂ ਦੇ ਵਿੱਚ ਲੈ ਇਹਨੂੰ, ਇਹ ਤਾਂ ਇੰਪੋਸੀਬਲ ਹੈ। ਹਾਂ, ਉਹ ਚੀਜ਼ ਹੈਗੀ ਸੀ। ਉਸੇ ਲਈ ਫਿਰ ਮੈਨੂੰ ਪਤਾ ਕਦੋਂ ਤੋਂ ਲੱਗਾ, ਫਿਰ ਜੋ ਤੁਸੀਂ ਉਹ ਕਿਹਾ ਨਾ ਘੜੀਏ ਸੁਰਤ ਮਨ ਬੁੱਧ, ਉਹ ਸ਼ਬਦ ਚ ਉੱਥੇ ਸੁਰਤ ਵਰਤਿਆ, ਫਿਰ ਮੈਂ ਕਿਹਾ ਹਾਂ ਇਹ ਸੁਰਤ ਜਿਹੜਾ ਸ਼ਬਦ ਹੈਗਾ, ਇਹ ਸ਼ਬਦ ਜਿਹੜਾ ਇਹ ਮਤਲਬ ਜਿੱਥੇ ਆਪਣੀ ਚੇਤਨਾ ਇਕਾਗਰ ਹੁੰਦੀ ਹੈ, ਜਿੱਥੇ ਆਪਣਾ ਮਨ ਤੇ ਕਮਾਂਡ ਕਰਦਾ ਨਾ, ਮਨ ਤੇ ਮਨ ਦੀ ਪਾਵਰ ਹੈਗੀ ਆ ਕਿੱਦਾਂ ਕੰਮ ਕਰਨਾ ਜਾਂ ਨਹੀਂ ਕਰਨਾ। ਵਿਕਲਪ ਅੰਦਰ ਦੋਨੋਂ ਹੀ ਆਪਣੇ ਚੱਲਦੇ ਨੇ। ਆਪਾਂ ਮੰਨ ਲਓ ਕੋਈ ਵਿਚਾਰ ਆ ਗਿਆ, ਹੁਣ ਮੈਂ ਇੱਥੇ ਬੈਠਾ ਵਾਂ ਤੇ ਮੇਰੇ ਮਨ ਚ ਆ ਗਿਆ ਵਿਚਾਰ ਮੈਂ ਚਾਹ ਪੀਣੀ ਆ, ਤੇ ਉਹ ਚਾਹ ਪੀਣੀ ਜਾਂ ਨਹੀਂ ਪੀਣੀ ਆ, ਤੇ ਅੰਦਰ ਇੱਕ ਤਰੰਗ ਪੈਦਾ ਹੋਈ ਹੈ, ਹਨਾ, ਚਿੱਤ ਚ ਉਹ ਇੱਕ ਹਲਚਲ ਪੈਦਾ ਹੋਈ ਆ, ਔਰ ਮਨ ਨੇ ਅਨਰੂਪੀ ਉਹ ਚੀਜ਼ ਪ੍ਰਗਟ ਹੋ ਗਈ ਹੈ। ਉਹਦੇ ਵਿੱਚ ਮੇਰੇ ਕੋਲ ਬੁੱਧੀ ਹੈਗੀ ਹੈ। ਬੁੱਧੀ ਮੈਨੂੰ ਕੀ ਕਹਿੰਦੀ ਕਿ ਚਰਨਜੀਤ 5 ਮਿੰਟ ਪਹਿਲਾਂ ਤੂੰ ਚਾਹ ਪੀਤੀ ਹੈ, ਪਰ ਹੁਣ ਨਹੀਂ ਤੂੰ ਪੀਣੀ। ਡਾਕਟਰ ਨੇ ਤੈਨੂੰ ਮਨਾ ਕੀਤਾ ਚਾਹ ਨਹੀਂ ਪੀਣੀ, ਠੀਕ ਹੈ। ਉਸ ਤੋਂ ਬਾਅਦ ਬੁੱਧੀ ਮੈਨੂੰ ਕਿ ਚਰਨਜੀਤ ਦੁੱਧ ਨਹੀਂ ਹੈਗਾ। ਬਿਲਕੁਲ ਸਹੀ, ਸਾਰਾ ਕੁਝ ਦੱਸਦੀ ਆ। ਉੱਥੇ ਵਿਚਾਰੀ ਕਿਤੇ ਚਰਨਜੀਤ ਏਦਾਂ ਕਰ, ਚਾਹ ਦਾ ਤੇਰਾ ਆਈਡੀਆ ਮੈਨੂੰ ਕੋਈ ਮਾੜਾ ਨਹੀਂ ਹੈਗਾ, ਤੈਨੂੰ ਪਤਾ ਲੱਕੜਾਂ ਮੁੱਕੀਆਂ ਵਾ, ਪਰ ਸ਼ਾਮੀ ਰੋਟੀ ਵੀ ਬਣਾਉਣੀ ਆ, ਲੱਕੜਾਂ ਥੋੜੀਆਂ ਨੇ। ਇਹ ਸਾਰੇ ਫੈਸਲੇ ਨਿੱਜਰ ਸਾਹਿਬ ਬੁੱਧੀ ਦੇ ਨੇ। ਬਿਲਕੁਲ ਸਹੀ ਗੱਲ ਹੈ ਜੀ। ਉਹਨੂੰ ਜਸਟੀਫਾਈ ਕਰਦੀ ਆ ਬੁੱਧੀ ਦਾ ਮਤਲਬ ਉਹ ਡਾਟਾ,
ਕਿਉਂਕਿ ਉਹ ਸਾਰਾ ਕੁਝ ਹੈਗਾ। ਉਹ ਮਨ ਜਿਹੜਾ ਮਨ ਪਰਵਾਹ ਨਹੀਂ ਕਰਦਾ, ਉਹ ਕਹਿੰਦਾ ਮੈਨੂੰ ਚਾਹ ਚਾਹੀਦੀ ਹੈ। ਪਰ ਉਹ ਬੁੱਧੀ ਕਹਿੰਦੀ ਕਿ ਚਰਨਜੀਤ ਚਾਹ ਕੱਲੀ ਚਾਹ ਨਹੀਂ ਹੈਗੀ, ਜੇ ਤੂੰ ਕੱਲੀ ਚਾਹ ਪੀਣਾ ਹੈ ਤੇ ਇਹ ਕਾਫੀ ਨੁਕਸਾਨ ਹੈ। ਇਹ ਬੱਚੇ ਦਾ ਦੁੱਧ ਵੀ ਹੈਗਾ, ਜੇ ਫਿਰ ਬੱਚੇ ਨੂੰ ਦੁੱਧ ਕਿੱਥੋਂ ਪਿਆਵਾਂਗੇ ਜੇ ਤੂੰ ਚਾਹ ਬਣਾ ਲਈ ਤੇ। ਇਹ ਸਾਰੇ ਜਿਹੜੇ ਆਈਡੀਆ ਜਿਹੜੇ ਹੈਗੇ ਤੁਹਾਨੂੰ ਮਨ ਤਾਂ ਗੋਰਖੀ ਸਾਹਿਬ ਕਹਿੰਦਾ ਕਿ ਸਾਹਮਣੇ ਵਾਲੇ ਦਾ ਕੱਪ ਚੁੱਕ ਕੇ ਪੀ ਲਾ। ਹਾਂ, ਤੇ ਮਨ ਨੂੰ ਉੱਥੇ ਕਹਿੰਦੇ ਕਿ ਮਨ ਨੂੰ ਸੰਜਮ ਚ ਰੱਖਣਾ ਹੈ, ਇੰਦਰੀਆਂ ਨੂੰ ਸੰਜਮ ਚ ਰੱਖਣਾ ਹੈ। ਇਹ ਲੋਕੀ ਕਹਿ ਦਿੰਦੇ ਜੀ ਮਨ, ਬੁੱਧੀ, ਚਿੱਤ ਇਹ ਸਾਰਾ ਇੱਕੋ ਹੀ ਹੈਗਾ, ਇਹ ਮਨ ਹੈਗਾ। ਨਹੀਂ, ਮਨ ਹੈਗਾ ਇਹ ਮਨ ਇੱਕ ਅਲੱਗ ਚੀਜ਼ ਹੈ। ਮਨ ਜਿਹੜਾ ਹੈ ਇੱਕ ਤਰੰਗ ਹੈ, ਪੈਦਾ ਹੋਈ ਹੈ। ਉਹ ਕੋਈ ਜ਼ਿਆਦਾ ਚਿਰ ਨਹੀਂ ਰਹੇਗਾ। ਉਹ ਕੁਛ क्षण ਹੁੰਦਾ ਹੈ, ਕੁਛ क्षणਾਂ ਦੇ ਅੰਦਰ ਉਹਨੇ ਆ ਕੇ ਉਹ ਇੱਕ ਡਿਸਪਲੇ ਹੋਈ ਹੈ ਚਿੱਤ ਦੇ ਵਿੱਚ। ਹੁਣ ਤੁਸੀਂ ਇੱਕ ਚੀਜ਼ ਨੂੰ ਨੋਟਿਸ ਕਰੋ, ਮਨ ਵੀ ਛੇਤੀ ਕੀਤਿਆਂ ਅਪਸੈਟ ਨਹੀਂ ਹੁੰਦਾ। ਮਨ ਨੂੰ ਨਿੱਜ ਸਭ ਘੱਟੋ ਘੱਟ 15 ਮਿੰਟ ਦੀ ਸੰਗਤ ਚਾਹੀਦੀ। ਤੁਹਾਨੂੰ ਗੁੱਸਾ ਇੱਕਦਮ ਨਹੀਂ ਆਊਗਾ, ਕਦੇ ਨੋਟਿਸ ਕਰਿਓ। ਇਹ ਨਹੀਂ ਕਿ ਤੁਹਾਨੂੰ ਇੱਕ ਫਟਕ ਦੀ ਗੁੱਸਾ ਆਊਗਾ। ਗੁੱਸਾ ਆਉਣ ਦੇ ਲਈ ਘੱਟੋ ਘੱਟ ਤੁਹਾਨੂੰ 15-20 ਮਿੰਟ ਚਾਹੀਦੇ ਆ। ਜੇ ਤੁਸੀਂ ਉਹਨੂੰ ਪਹਿਲਾਂ ਹੀ ਰੋਕ ਲਓਗੇ ਨਾ ਤੇ ਗੁੱਸਾ ਚੜ੍ਹਨਾ ਨਹੀਂ ਤੁਹਾਨੂੰ। ਕਿਉਂਕਿ ਮਿਆਨ ਦੇ ਵਿੱਚ ਉਹ ਤੁਸੀਂ ਅਜੇ ਵੀ ਯਾਦ ਕਰਦੇ ਹੋ, ਖਲੀਫਾ ਕਿਰਪਾਨ ਕੱਢਣ ਦਿਆ ਸੀ, ਉਹ ਕੱਢੀ ਉਹਨੇ 2.5 ਫੁੱਟ 3 ਫੁੱਟ ਦਾ ਮਿਆਨ ਸੀ, ਪਰ ਉਹਨੇ 70% ਕਿਰਪਾਨ ਕੱਢ ਲਈ ਸੀ। ਫਿਰ ਵੀ 25% ਉਹਨੇ ਵਾਪਸ ਕੁਝ ਕਰਤੀ। ਕਹਿੰਦਾ ਨਹੀਂ, ਬਿਲਕੁਲ ਹੁਣ ਕੁਝ ਹੋਰ ਹੋ ਗਿਆ ਹੈ, ਕਿਉਂਕਿ ਕ੍ਰੋਧ ਆ ਗਿਆ ਮੈਨੂੰ। ਔਰ ਇਹਦਾ ਮਤਲਬ ਉਹ ਕਹਾਣੀ ਨੂੰ ਉਹ ਚਲੋ ਉਹ ਖਲੀਫੇ ਨੇ ਕੀਤਾ ਕਿ ਨਹੀਂ ਕੀਤਾ, ਪਰ ਇਹ ਸੱਚ ਹੈਗਾ। ਸਾਡੇ ਕੋਲ 15-20 ਮਿੰਟ ਹੁੰਦੇ ਆ, ਉਸ ਟਾਈਮ ਤੇ ਸਾਡੀ ਜਿਹੜੀ ਬੁੱਧੀ ਆ, ਵਿਵੇਕ ਬੁੱਧੀ ਦਾ ਕੰਮ ਆ ਮਨ ਨੂੰ ਕਨਵਿੰਸ ਕਰਨਾ। ਕਿਉਂਕਿ ਮਨ ਜਿਹੜਾ ਬੱਚਾ ਹੈਗਾ, ਜੇ ਬੁੱਧੀ ਉਹਨੂੰ ਕਹਿ ਦਿੰਦੀ ਨਾ, ਦੇਖ ਤੂੰ ਨਿੱਜਰ ਸਾਹਿਬ ਦੇ ਲਈ ਨਾ, ਇਹ ਨਿੱਜਰ ਸਾਹਿਬ ਨੇ ਗਲਤ ਮੈਸੇਜ ਭੇਜਦਾ ਤੈਨੂੰ, ਪਰ ਤੂੰ ਭੁੱਲ ਗਿਆ ਨਿੱਜਰ ਸਾਹਿਬ ਨੇ ਤੇਰੀ ਕਿੰਨੀ ਮਦਦ ਕੀਤੀ ਸੀ। ਇਹ ਸਾਰੀ ਬੁੱਧੀ ਦੱਸੂਗੀ ਮਨ ਨੂੰ। ਮਨ ਗੁੱਸਾ ਚ ਆ ਗਿਆ, ਤੂੰ ਭੁੱਲ ਗਿਆ ਨਾ, ਤੇਰੇ ਬੱਚਿਆਂ ਨੂੰ ਉੱਥੇ ਟਿਊਸ਼ਨ ਪੜ੍ਹਾਈ ਸੀ ਔਰ ਤੇਰੇ ਕੋਲ ਫਲਾਣੀ ਮਦਦ ਕੀਤੀ। ਸਾਰੀਆਂ ਗੁੱਡ ਚੀਜ਼ਾਂ ਦੱਸਣੀਆਂ ਨੇ। ਤੇ ਉਹਦੇ ਵਿੱਚ ਬੈਡ ਬੁੱਧੀ ਵੀ ਹੈਗੀ ਆ। ਉਹਨੇ ਕਹਿਣਾ ਨਹੀਂ ਇੱਥੇ ਕੁਛ ਨਹੀਂ ਕੀਤਾ, ਨਿੱਜਰ ਸਾਹਿਬ ਨੇ ਮੇਰੇ ਲਈ ਕੀ ਕੀਤਾ ਸੀ, ਉਹ ਸਾਰਾ ਮੈਂ ਖੁਦ ਹੀ ਕੀਤਾ ਸੀ। ਉਹ ਮੈਨੂੰ ਨਹੀਂ ਪਤਾ, ਮੈਂ ਮਿਹਨਤ ਕੀਤੀ ਆ, ਮੈਂ ਨਾ ਤਰੱਕੀ ਕੀਤੀ ਆ। ਪਰ ਉੱਥੇ ਤੁਹਾਡੇ ਅੰਦਰ ਦੋ ਚੀਜ਼ਾਂ ਪੂਰੀ ਲੈਵਲ ਤੇ ਚੱਲਦੀਆਂ ਨੇ, ਪਰ ਉੱਥੇ ਇੱਕ ਚੀਜ਼ ਹੈਗੀ ਆ, ਜਿਹਦੇ ਨਾਲ ਸੁਰਤੀ ਜੁੜ ਗਈ ਨਾ, ਉਹਨੇ ਜਿੱਤ ਜਾਣਾ। ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ ਜੀ। ਔਰ ਡਿਸੀਜਨ ਸੁਰਤੀ ਨੇ ਡਿਸੀਜਨ ਚੇਂਜ ਕਰ ਦੇਣਾ। ਫਿਰ ਸੁਰਤੀ ਜਦੋਂ ਨਾਲ ਰਲ ਗਈ ਆ, ਫਿਰ ਮਨ ਨੇ ਉਹਦਾ ਕਹਿਣਾ ਮੰਨ ਜਾਣਾ ਹੈ, ਕਿਉਂਕਿ ਉਹਨੇ ਬਹੁਤ ਵੱਡੀ ਪਾਵਰ ਹੈ। ਸੁਰਤੀ ਨਾਲ ਸਪੋਰਟ ਕਰ ਰਹੀ ਹੈ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ। ਤੇ ਫਿਰ ਤੇ ਉਹ ਜੀਵ ਹੈ ਰਾਤ ਨੂੰ, ਫਿਰ ਉਹਨੇ ਨਹੀਂ ਵੇਖਣਾ, ਉਹਨੇ ਕਹਿਣਾ ਕਿ ਉਹਨੇ ਸੰਜਮ ਉਹਨੇ ਤੋੜ ਕੇ ਉਹ ਮਾਰਨਾ, ਤੇ ਉਹਨੇ ਸੰਜਮ ਤੋੜ ਕੇ ਮਾਰਨਾ। ਤੇ ਉਹ ਤੇ ਟਾਈਮ ਤੇ ਹੁਣ ਇਹ ਆ ਕਿ ਨਿੱਜਰ ਸਾਹਿਬ ਜੇ ਆਪਾਂ ਇੰਨਾ ਵਿਚਾਰ ਕਰ ਲਈਏ ਤੇ ਜੀਵਨ ਨੂੰ ਅਸਲ ਚ ਸਮਝ ਲਾਂਗੇ। ਕੋਈ ਇਹ ਨਹੀਂ ਆਪਾਂ ਕਹਿੰਦੇ ਕਿ ਗੁੱਸਾ ਨਾ ਕਰੋ, ਗੁੱਸਾ ਕਰੋ, ਜੋ ਮਰਜ਼ੀ ਕਰੋ, ਕਮ ਸੇ ਕਮ ਸਾਨੂੰ ਹੋਸ਼ ਤੇ ਹੋਵੇ ਨਾ। ਬਿਲਕੁਲ, ਅਸੀਂ ਆਹ ਕੰਮ ਕਰ ਰਹੇ ਹਾਂ। ਇਹ ਥੋੜੀ ਬੇਹੋਸ਼ ਕੇ ਕੰਮ ਕਰਕੇ ਮੁੜ ਕੇ ਘੰਟੇ ਬਾਅਦ ਸੌਰੀ ਮਾਫੀ, ਇਹ ਬੰਦਾ ਜ਼ਿੰਦਗੀ ਭਰ ਏਦਾਂ ਕਰਦਾ। ਸਹੀ ਗੱਲ ਹੈ। ਉਦੋਂ ਜੋ ਗੁੱਸਾ ਕਰੋ, ਕੋਈ ਗੱਲ ਨਹੀਂ, ਮੈਨੂੰ ਗੁੱਸਾ ਚੜਿਆ, ਪਰ ਮੈਨੂੰ ਹੋਸ਼ ਹੋਣੀ ਚਾਹੀਦੀ ਹੈ। ਗੁੱਸਾ ਵੀ ਹੋਸ਼ ਚ ਹੋਵੇ। ਬੁੱਧੀ ਜਿਹੜੀ ਹੈ ਨਾ, ਬਾਅਦ ਵਿੱਚ ਫਿਰ ਕੀ ਫਾਇਦਾ ਹੋਇਆ ਉਹਦਾ, ਜੇ ਬੁੱਧੀ ਬਾਅਦ ਚ ਯੂਜ਼ ਕੀਤੀ, ਉਹ ਤਾਂ ਤੀਰ ਤਾਂ ਲੰਘ ਗਿਆ, ਹੋ ਗਿਆ ਕੰਮ, ਤਾਂ ਹੋ ਗਈ, ਕਾਰਵਾਈ ਹੋ ਗਈ, ਸਾਹਮਣੇ ਵਾਲਾ ਫੱਟੜ ਹੋ ਗਿਆ। ਹਾਂ, ਉਹ ਤੇ ਅਗਲੇ ਨੂੰ ਤੀਰ ਨਿਕਲ ਗਿਆ। ਉਹ ਕਿੱਲਾਂ ਵਾਲੀ ਕਹਾਣੀ ਤੁਹਾਨੂੰ ਅਜੇ ਵੀ ਯਾਦ ਆ। ਕਿੱਲ ਠੋਕੀ ਜਾਂਦਾ ਮੁੜ ਕੇ ਪੁੱਟ ਦੇ ਦਿੱਤੇ। ਕਹਿੰਦਾ ਪੁੱਤ ਰੁੱਖ ਉਹੀ ਆ। ਕਹਿੰਦਾ ਨਹੀਂ ਪਾਪਾ, ਰੁੱਖ ਤੇ ਸਾਰਾ ਛਿੱਲਿਆ ਗਿਆ। ਕਹਿੰਦਾ ਇਹੋ ਹਿਸਾਬ ਤੇਰੀ ਸੌਰੀ ਦਾ ਵਾ। ਬਹੁਤ ਵਧੀਆ ਜੀ। ਤੂੰ ਪਹਿਲਾਂ ਇੰਨੀਆਂ ਤੂੰ ਗੱਲਾਂ ਕਰਦਾ ਸੀ, ਇੰਨਾ ਕੋਈ ਗਾਲਾਂ ਕੱਢਦਾ ਸੀ, ਸਾਨੂੰ ਮਾੜਾ ਚੰਗਾ ਬੋਲਦਾ, ਤੂੰ ਬਾਅਦ ਚ ਸੌਰੀ ਕਹਿ ਦੇਂਗਾ, ਕਿੱਲ ਗੱਡ ਕੇ ਫੁੱਟ ਵੀ ਦਿੱਤਾ ਤੇ ਕੀ ਉਹ ਜ਼ਖਮ ਥੋੜੀ ਭਰ ਚੱਲੇ। ਬਹੁਤ ਵਧੀਆ। ਹਾਂ, ਇਹ ਤਾਂ ਕਿੱਲ ਗੱਡਣ ਤੋਂ ਪੁੱਤ ਇੱਕ ਸੋਚ, ਤੇਰੀ ਇੱਕ ਲਫ਼ਜ਼ ਇੱਕ ਕਿੱਲਿਆ, ਤੂੰ 100 ਲਫ਼ਜ਼ ਬੋਲਦੇ 100 ਕਿੱਲ ਠੋਕ ਦੇ। ਬਹੁਤ ਵਧੀਆ। ਤੇ ਆਪਾਂ ਤੇ ਵੈਸੇ ਸੁੱਖ ਨਾਲ ਜਦੋਂ ਸਾਨੂੰ ਜੂਸ ਆ ਜਾਂਦਾ ਤੇ 200-300 ਕਿੱਲ ਠੋਕ ਦਿੰਦੇ। ਉਹ ਗਨ ਹੀ ਲੈ ਲੈਂਦੇ ਆ, ਜਿਹੜੀ ਗਨ ਅੱਜ ਕੱਲ ਚੱਲਦੀ, ਠਕ ਠੋਕੇ ਜਾ ਰਹੇ ਨੀਡਲ ਗਨ। ਜਦ ਤੱਕ ਇਹ ਪਿਓ ਦਾ ਪੁੱਤ ਨਜ਼ਰ ਹਟਦਾ ਨਹੀਂ, ਜਦ ਤੱਕ ਉਹਦੀ ਜਿਹੜੀ ਉਹਦਾ ਮੈਗਜ਼ੀਨ ਜਿਹਾ ਹੁੰਦਾ ਖਤਮ ਨਹੀਂ ਹੋ ਜਾਂਦਾ। ਹਾਂਜੀ ਬਿਲਕੁਲ। ਤੇ ਚਲੋ ਹਾਜੀ, ਇਹ ਕਥਾ ਤੇ ਵਾਪਸ ਆ ਜਾਈਏ। ਠੀਕ ਹੈ ਜੀ। ਹਾਂਜੀ, ਬਹੁਤ ਵਧੀਆ ਗੋਰਖੀ ਸਾਹਿਬ। ਆ ਵੀ ਕਥਾ ਹੀ ਆ ਗੋਰਖੀ ਸਾਹਿਬ, ਜਿਹੜੀਆਂ ਗੱਲਾਂ ਹੋਈਆਂ ਬਹੁਤ ਕਮਾਲ ਦੀਆਂ ਹੈ। ਜੇ ਆਪਾਂ ਆਪਣ ਧਾਰਨ ਇਹ ਗੁਣ ਹੈਗੇ ਆ, ਇਹਦੇ ਬਗੈਰ ਤਾਂ ਭਗਤੀ ਹੋਣੀ ਨਹੀਂ ਹੈ ਨਾ। ਇਹ ਸਾਧ ਸੰਗਤ ਜੀ, ਆ ਜਿਹੜੀਆਂ ਗੱਲਾਂ ਤੁਹਾਨੂੰ 2-4 ਦੱਸਦੀਆਂ ਨਾ, ਇੱਕ ਇਹਨੂੰ ਕਹਿ ਦੋਗੇ ਨਾ, ਇਹ ਉਹਦੇ ਦਿਮਾਗ ਦੇ ਪੁਰਜੇ ਲੈ ਜਾਣੇ ਆ। ਜਿਹੜੀਆਂ ਤੁਹਾਨੂੰ ਇੰਨਾ ਸਰਲ ਗਿਆਨ ਕਰਤਾ, ਆ ਮਨ ਕੀ ਆ, ਬੁੱਧੀ ਕੀ ਆ, ਚਿੱਤ ਕੀ ਆ, ਇਹ ਲੱਗਦਾ ਸਿੰਪਲ ਜਿਹਾ ਹੀ ਆ। ਇਹ ਸੰਗਤ ਤੇ ਆ ਕੇ ਭੇਦ ਦਾ ਪਤਾ ਲੱਗ ਗਿਆ।
ਆਮ ਬੰਦੇ ਨੂੰ ਕਹੋਗੇ ਨਾ, ਉਹਦੇ ਦਿਮਾਗ ਦੇ ਪੁਰਜੇ ਹਿੱਲ ਜਾਣੇ ਆ ਕਿ ਮਨ ਕੀ ਹੈ, ਬੁੱਧੀ ਕੀ ਹੈ, ਚਿੱਤ ਕੀ ਹੈ। ਇਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਮਨ ਦਾ ਕਿਹੜਾ ਫੈਸਲਾ, ਬੁੱਧੀ ਦਾ ਕਿਹੜਾ ਫੈਸਲਾ, ਸੁਰਤੀ ਕੀ ਕਰਦੀ ਹੈ ਤੇ ਚੰਗੀ ਬੁੱਧੀ ਕੀ ਹੈ, ਮਾੜੀ ਬੁੱਧੀ ਕੀ ਹੈ। ਇਹ ਥੋੜੇ ਜਿਹੇ ਜਿਹੜੇ ਸਾਡੇ ਅੰਦਰ ਚੱਲਦੇ ਨੇ, ਔਰ ਜਦੋਂ ਆਪਾਂ ਇਹਨਾਂ ਨੂੰ ਸਮਝ ਲੈਂਦੇ ਆ ਤਾਂ ਸਾਨੂੰ ਆਪਣੇ ਜੀਵਨ ਦਾ ਪਤਾ ਲੱਗਦਾ। ਆਪ ਜਸਟ ਨੋਟਿਸ ਕਰੋ। ਔਰ ਹੁਣ ਸਾਡੇ ਘਰ ਕੋਈ ਗੈਸਟ ਆ ਗਿਆ, ਮੰਨ ਲਓ, ਉਹ ਬੰਦਾ ਮੇਰੇ ਸਾਹਮਣੇ ਆਉਣਾ ਹੀ ਜ਼ਰੂਰੀ ਹੈ। ਉਹਦੀ ਸ਼ਕਲ ਵੇਖ ਕੇ ਮੇਰੇ ਅੰਦਰ ਹੀ ਸਾਰਾ ਪ੍ਰੋਸੈਸ ਚੱਲ ਪੈਣਾ। ਜੇ ਤੇ ਨਵਾਂ ਬੰਦਾ ਤੇ ਮੇਰੇ ਅੰਦਰ ਕੋਈ ਪ੍ਰੋਸੈਸ ਨਹੀਂ ਚੱਲਣਾ। ਪਰ ਜੇ ਉਹ ਬੰਦਾ ਮੇਰੀ ਜ਼ਿੰਦਗੀ 'ਚ 5-6 ਸਾਲ ਤੋਂ ਜੁੜਿਆ ਹੈ, ਚੰਗੇ ਅਤੇ ਬੁਰੇ ਜੀਵਨ ਦੇ ਹਿੱਸੇ ਵਿੱਚ ਜੁੜਿਆ ਹੈ, ਤੇ ਉਸ ਟਾਈਮ ਤੇ ਜਿਹੜਾ ਮਗਰਲਾ ਪ੍ਰੋਸੈਸ ਹੈ ਉਹ ਸਾਰਾ ਇੱਕਦਮ ਉਹਨੇ ਡਿਸਪਲੇ ਕਰਨਾ ਚਿੱਤ 'ਚ, ਉਹਨੇ ਬੁੱਧੀ ਨੇ। ਤੇ ਉਹਨੂੰ ਚਾਹ ਵੀ ਪਿਆਓਗੇ, ਉਹਨੂੰ ਰੋਟੀ ਵੀ ਖਾਓਗੇ, ਉਹਨਾਂ ਨੂੰ ਗੱਲਾਂ ਵੀ ਕਰੋਗੇ ਨਾ, A to Z ਉਹ ਡਾਟੇ ਦੇ ਵਿੱਚੋਂ ਲੰਘ ਕੇ ਗੱਲ ਜਾਣੀ ਆ। ਆਪ ਜਸਟ ਸੋਚੋ ਕਿ ਅੰਦਰ ਇੰਨੀ ਵੱਡੀ ਪ੍ਰੋਗਰਾਮਿੰਗ ਹੈ ਆਪਣੇ। ਬਿਲਕੁਲ ਸਹੀ ਗੱਲ ਹੈ ਜੀ। ਉਹ ਫਿਰ ਜਥਾਰਕ, ਹੁਣ ਆਪਾਂ ਉਹਨੂੰ ਨੀ ਵੇਖਣਾ ਕਿ ਬੰਦਾ ਕਿੱਦਾਂ ਦਾ ਹੈ, ਬੰਦਾ ਸਹੀ ਜਾਂ ਗਲਤ ਹੈ, ਅੱਜ ਉਹਦੀ ਕੰਡੀਸ਼ਨ ਕੀ ਹੈ। ਪਰ ਨਹੀਂ, ਸਾਡਾ ਇੱਕ ਫੈਸਲਾ ਕੇਵਲ ਬੀਤੇ ਸਮੇਂ ਦੇ ਵਿੱਚ ਜਿਹੜਾ ਕੁਝ ਹੋ ਗਿਆ ਹੈ ਉਹਦੇ ਬੇਸ ਤੇ ਹੁੰਦਾ ਹੈ। ਉਹ ਡਾਇਰੈਕਟ ਬੰਦੇ ਨੂੰ ਅਸੀਂ ਨਹੀਂ ਜਾਣਦੇ। ਅਸੀਂ ਕੇਵਲ ਪੁਰਾਣਾ ਡਾਟਾ ਵਰਤਦੇ ਆ। ਭਾਈ ਕਨਈਆ ਵਾਂਗੂ ਨਹੀਂ। ਭਾਈ ਕਨਈਆ ਜੀ ਤੇ ਵਰਤਮਾਨ 'ਚ ਬੈਠੇ ਆ, ਉਹਨਾਂ ਕੋਲ ਤਾਂ ਡਾਟਾ ਹੀ ਨਹੀਂ ਹੈਗਾ। ਬਿਲਕੁਲ। ਆਪ ਤੇ ਵੇਖ ਲਓ, ਉਹ ਅਵਸਥਾ ਸਾਨੂੰ ਪ੍ਰਾਪਤ ਹੋਣੀ ਹੈ ਇੱਕ ਦਿਨ। ਆਪ ਜਸਟ ਸੋਚ ਲਓ ਕਿ ਕਿੰਨੀ ਵੱਡੀ ਅਵਸਥਾ। ਹਾਂਜੀ ਨੀਚੇ ਸਭ ਕਥਾ ਤੇ ਆ ਗਈ। ਹਾਂਜੀ, ਅੱਜ ਆਪਾਂ 91 ਤੇ 92 ਅੰਗ ਦੇ ਉੱਤੇ ਜਿਹੜੀ ਹੈਗੀ ਆ ਭਗਤਾਂ ਦੀ ਬਾਣੀ ਸ਼ੁਰੂ ਕਰਨ ਲੱਗੇ ਆ। ਸੰਗਤ ਵਿੱਚੋਂ ਹੀ ਕਿਹਾ ਸੀ ਕਿ ਬਈ ਭਗਤਾਂ ਦੀ ਬਾਣੀ ਸ਼ੁਰੂ ਕਰੋ। ਸ਼ੁਰੂ ਤਾਂ ਕਰ ਦਿੱਤੀ, ਅੱਗੇ ਮਹਾਰਾਜ ਆਪੇ ਪੂਰੀ ਕਰਾਉਣਗੇ। ਜਿਹੜੀ ਇਹ ਕਬੀਰ ਜੀ ਦੀ ਹੈ ਪਹਿਲਾ ਸ਼ਬਦ, ਸ੍ਰੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ। ਇੱਕ ਓंकार सतगुरु प्रसाद श्री राग कबीर जियो का एक स्वान के घरे गावना। देखो हुण हैडिंग दे विच लिखिया एक स्वान के घरे गावना। हुण एक स्वान किहड़ा होया? स्वान कहंदे कुत्ते नूं। एक स्वान के घरे गावना कहंदे स्वान दे घर दे विच गाउणा है। भाई जो स्वान दा घर है, घर जिहड़ा हुंदा है ये हुंदा है बई ਇਹ ਗਿਆਨ ਹੈਗਾ, ਇਹ ਗਿਆਨ ਜਿਹੜਾ ਹੈਗਾ ਪੋਇਮ ਦੇ ਵਿੱਚ ਹੈ, ਗੀਤ ਦੇ ਵਿੱਚ ਹੈ, ਸ਼ਬਦ ਜਿਹੜੇ ਹੈਗੇ ਗੀਤਾਂ ਦੇ ਵਿੱਚ, ਪੋਇਟਰੀ ਦੇ ਵਿੱਚ ਹੈਗੇ। ਇਹਨਾਂ ਨੂੰ ਕਿੱਥੇ ਵਿਸ਼ਰਾਮ ਲਾਉਣਾ ਆ, ਕਿਹੜੀ ਚੀਜ਼ ਕਿਹਦੇ ਨਾਲ ਮਿਲਣੀ ਆ, ਤੇ ਤਾਂ ਇਹਦੇ ਵਿੱਚੋਂ ਇਹਦੇ ਵਿੱਚ ਜਿਹੜਾ, ਕਿਉਂਕਿ ਇਹਦੇ ਵਿੱਚ ਜਿਹੜੀ ਰਿਦਮ ਹੁੰਦੀ ਆ ਔਰ ਅੱਖਰਾਂ ਦਾ ਵਜਨ ਤੋਲ ਦਾ ਸਾਰਾ ਖਿਆਲ ਰੱਖਣਾ ਪੈਂਦਾ ਹੈ, ਤੇ ਇਹਦੇ ਵਿੱਚੋਂ ਜਿਹੜਾ ਅਰਥ ਜਿਹੜੇ ਹੈਗੇ ਆ ਇਹਦੇ ਵਿੱਚੋਂ ਬੁੱਝਣੇ ਪੈਂਦੇ ਆ। ਇਸ ਕਰਕੇ ਜਿਹੜਾ ਹੈਗਾ ਘਰ ਦਾ ਮਤਲਬ ਹੈ ਵੀ ਕਿੱਥੇ ਵਿਸ਼ਰਾਮ ਲਾਉਣਾ ਹੈ, ਕਿੰਨਾ ਕੁ ਲੈ ਕੇ ਫਿਰ ਉਹਨੂੰ ਜਿਹੜਾ ਹੈਗਾ ਉਹਦਾ ਗਿਆਨ ਲੈਣਾ ਆ। ਇਹਦੇ ਬਾਰੇ ਮਹਾਰਾਜ ਦੱਸ ਰਹੇ ਆ। ਤੇ ਇੱਕ ਸਵਾਨ ਕੇ ਘਰੇ ਗਾਵਣਾ ਜਿਹੜਾ ਹੈਗਾ, ਇਹ ਮਹਾਰਾਜ ਨੇ ਇਸੇ ਦੇ ਵਿੱਚ ਜਿਹੜਾ ਹੈਗਾ, ਦੇਖੋ ਸ੍ਰੀ ਰਾਗ ਦੇ ਵਿੱਚ ਹੀ ਜਿਹੜਾ ਹੈਗਾ ਇਹ ਅੰਗ ਜਿਹੜਾ ਹੈਗਾ ਮੇਰੇ ਖਿਆਲ 24 ਅੰਗ ਦੇ ਉੱਤੇ ਸ੍ਰੀ ਰਾਗ ਦੇ ਵਿੱਚ ਮਹਾਰਾਜ ਨੇ ਲਿਖਿਆ ਹੋਇਆ। ਉੱਪਰ ਹੈਡਿੰਗ ਹੈਗਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਘਰ ਚੌਥਾ। ਅੱਗੇ ਕੀ ਲਿਖਿਆ? ਦੋ ਡੰਡੀਆਂ ਪਾਈਆਂ, ਅੱਗੇ ਸ਼ਬਦ ਸ਼ੁਰੂ ਹੁੰਦਾ ਹੈ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਆ ਘਰ ਚੌਥੇ ਦੇ ਵਿੱਚ ਹੈਗਾ, ਦੇਖ ਲਓ, ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਇਹ ਜਿਹੜਾ ਹੈਗਾ ਚੌਥੇ ਘਰ ਦੇ ਵਿੱਚ ਲੈਣਾ ਇਹਨੂੰ। ਔਰ ਚੌਥਾ ਘਰ ਜਿਹੜਾ ਹੈਗਾ ਇਹ ਪੂਰਾ ਜਿਹੜਾ ਹੈਗਾ, ਦੇਖੋ, ਕੂੜ ਛੁਰਾ ਮੁੱਠਾ ਮੁਰਦਾਰ ਤਾਣਕ ਰੂਪ ਰਹਾ ਕਰਤਾਰ। ਆ ਪੂਰਾ ਇੱਕ ਬੰਦ ਹੋ ਗਿਆ। ਇਹ ਪੂਰਾ ਬੰਦ ਜਿਹੜਾ ਹੈਗਾ 4 ਘਰਾਂ ਦੇ ਵਿੱਚ ਜਿਹੜਾ ਹੈਗਾ 4 ਇਹਦੇ ਪਾਰਟਸ ਦੇ ਵਿੱਚ ਇਹਦੇ ਅਰਥ ਕਰਨੇ, ਤਾਂ ਜਿਹੜਾ ਹੈਗਾ ਇਹ ਸ਼ਬਦ ਜਿਹੜਾ ਹੈਗਾ ਪੂਰਾ ਦਾ ਪੂਰਾ ਆਪਾਂ ਨੂੰ ਇਹਦਾ ਚੌਥਾ ਘਰ ਬਣੇਗਾ। ਏਕ ਸਵਾਨ ਦੋਏ ਸਵਾਨੀ ਨਾਲ। ਸਵਾਨ ਕੀ ਹੈ? ਜਿਹੜਾ ਲੋਭ ਹੈਗਾ, ਲੋਭ ਸਵਾਨ ਆ। ਤੇ ਦੋ ਜੋ ਇਹਦੇ ਨਾਲ ਜਿਹੜੀਆਂ ਕੁੱਤੀਆਂ ਹੈਗੀਆਂ, ਆਸਾ ਤੇ ਤ੍ਰਿਸ਼ਨਾ, 2 ਕੁੱਤੀਆਂ ਹੈਗੀਆਂ। ਪਲਕੇ ਭੌਂਕੇ ਸਦਾ ਬਿਆਲ, ਕਹਿੰਦੇ ਸਵੇਰੇ ਉੱਠਦੇ ਸਾਰ ਮੇਰੀ ਆਸ ਤੇ ਜਿਹੜੀ ਹੈਗੀ ਮੇਰੀ ਤ੍ਰਿਸ਼ਨਾ ਜਿਹੜੀ ਸ਼ੁਰੂ ਹੋ ਜਾਂਦੀ ਹੈ, ਔਰ ਲੋਭ ਵੀ ਸ਼ੁਰੂ ਹੋ ਜਾਂਦਾ ਹੈ। ਭਾਈ ਇਹ ਸਾਰੇ ਜਿਹੜੇ ਭੌਂਕਣਾ ਸ਼ੁਰੂ ਕਰ ਦਿੰਦੇ ਆ। ਕੂੜ ਛੁਰਾ ਮੁੱਠਾ ਮੁਰਦਾਰ, ਮੇਰੇ ਹੱਥ ਦੇ ਵਿੱਚ ਛੁਰਾ ਵੀ ਹੈਗਾ ਔਰ ਮੈਂ ਜਿਹੜਾ ਹੈਗਾ ਮੁਰਦਾਰ ਖਾ ਰਿਹਾ, ਦੂਜਿਆਂ ਦਾ ਹੱਕ ਜਿਹੜਾ ਛੀਨ ਕੇ ਖਾ ਰਿਹਾ, ਠੱਗ ਕੇ ਖਾ ਰਿਹਾ ਲੋਕਾਂ ਨੂੰ।
ਇਹ 3 ਹੋ ਗਏ। ਤਾਣਕ ਰੂਪ ਰਹਾ ਕਰਤਾਰ, ਮੈਂ ਤਾਂ ਇੰਨਾ ਮੇਰਾ ਜਿਹੜਾ ਹੈਗਾ ਮੇਰਾ ਤਾਣਕ, ਕਹਿੰਦੇ ਤਾਣਕ ਸੰਸ ਹੀ ਹੁੰਦੇ ਜਿਹੜੇ ਦੂਸਰਿਆਂ ਨੂੰ ਮਾਰਦੇ ਆ ਜਾਂ ਜਿਹੜਾ ਹੈਗਾ ਸੈਂਸੀਆਂ ਦਾ ਕੰਮ ਕਰਦੇ ਆ, ਬੜੇ ਕਠੋਰ। ਕਹਿੰਦੇ ਮੈਂ ਤਾਂ ਉਹੀ ਜਿਹਾ ਹੈਗਾ। ਇਹ ਮੇਰੇ ਮਾਲਕਾ, ਇਹ ਜਿਹੜਾ ਹੈਗਾ ਇਹ ਪਤਾ ਲੱਗਿਆ ਆਪਾਂ ਨੂੰ ਵੀ ਇਹ ਸਵਾਨ ਦਾ ਘਰ ਕਿਹੜਾ ਹੈਗਾ ਭਾਈ। ਇੱਕ ਸਵਾਨ ਦੋ ਸਵਾਨੀ ਨਾਲ ਇਹ ਚੌਥਾ ਘਰ ਹੈਗਾ। ਹੁਣ ਵਾਪਸ ਆਪਾਂ ਉਸੇ ਸ਼ਬਦ, ਮਹਾਰਾਜ ਕਹਿੰਦੇ ਉਹ ਸ਼ਬਦ ਵੀ ਇਸੇ ਤਰੀਕੇ ਦੇ ਨਾਲ, ਉਹਦੇ ਵੀ ਅਰਥ ਇਸੇ ਤਰੀਕੇ ਦੇ ਨਾਲ 4 ਪਾਰਟਸ ਦੇ ਵਿੱਚ ਹੀ ਕਰਨੇ ਆ। ਉਹ ਸੀਗਾ जननी जानत सुत बड़ा होत है, इतना क ना जाने कि दिन दिन औबद घटत है। ਕਹਿੰਦੇ ਮਾਂ ਜਿਹੜੀ ਸਮਝਦੀ ਹੈ ਕਿ ਮੇਰਾ ਬੱਚਾ ਜਿਹੜਾ ਹੈਗਾ ਵੱਡਾ ਹੋ ਰਿਹਾ ਹੈ, ਪਰ ਇੰਨਾ ਕ ਨਹੀਂ ਸਮਝਦੀ। ਹੁਣ ਦੇਖੋ ਉਹਦੇ ਚ 4 ਜਿਹੜੇ ਹੈਗੇ, ਇੱਕ ਸ਼ਬਦ ਦੇ 4 ਬੰਦ ਸੀਗੇ, ਤੇ ਉਹ 4 ਉਹਦੇ ਜਿਹੜੇ ਹੈਗੇ ਲਾਈਨਾਂ ਸੀਗੀਆਂ ਉਹਦੀਆਂ, ਤੇ ਇਹਦੇ ਵਿੱਚ 2 ਹੀ ਲਾਈਨਾਂ ਹੈਗੀਆਂ। ਤੇ 2 ਲਾਈਨਾਂ ਨੂੰ ਇਹਨਾਂ ਨੂੰ ਜਿਹੜਾ ਹੈਗਾ ਮਹਾਰਾਜ ਕਹਿੰਦੇ ਆ ਬਈ ਇਹਨਾਂ ਨੂੰ 4 ਉਹਦੇ ਵਿੱਚ ਜਿਹੜੇ ਪਾਰਟਸ ਦੇ ਵਿੱਚ ਇਹਨਾਂ ਨੂੰ ਲੈਣਾ ਆ ਆਪਾਂ ਨੇ। ਜਨਨੀ ਜਾਨਤ ਸੁਤ ਬੜਾ ਹੋਤ ਹੈ, ਇੱਥੇ ਵਿਸ਼ਰਾਮ ਦੇ ਦਿਓ। ਇਤਨਾ ਕ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ, ਇੱਥੇ ਵਿਸ਼ਰਾਮ ਆ ਗਿਆ। 2 ਹੋ ਗਏ। ਮੋਰ ਮੋਰ ਕਰ ਅਧਿਕ ਲਾਡ ਧਰੇ, ਮੇਰਾ ਮੇਰਾ ਕਰਕੇ ਬੜਾ ਲਾਡ ਕਰਦੀ ਹੈ, ਇੱਥੇ ਇੱਕ ਵਿਸ਼ਰਾਮ ਆ ਗਿਆ। 3 ਹੋ ਗਏ। ਪੇਖਤੀ ਜਮਰਾਓ ਹਸੇ, ਜਮਰਾਜ ਜਿਹੜਾ ਦੇਖ ਕੇ ਹੱਸ ਰਿਹਾ ਹੈ ਬਈ ਦੇਖ ਇਹ ਕਿਵੇਂ ਜਿਹੜਾ ਹੈਗਾ ਮੇਰੇ ਅੜਿੱਕੇ ਆਊਗੇ। ਹੁਣ ਆ 4 ਘਰ ਪੂਰੇ ਦੇ ਪੂਰੇ 4 ਘਰ ਦੇ ਵਿੱਚ ਆ ਗਿਆ। 2 ਲਾਈਨਾਂ ਦੇ ਵਿੱਚ ਹੀ 4 ਘਰ ਬਣ ਗਏ। ਇਹ ਹੈਗਾ ਘਰ। ਬਾਣੀ ਮਹਾਰਾਜ ਨੇ ਉੱਪਰ ਦੱਸਿਆ ਹੈ ਕਿਵੇਂ ਜਿਹੜਾ ਹੈਗਾ ਇਹਦਾ ਗਿਆਨ ਲੈਣਾ ਹੈ ਬਾਣੀ ਦਾ। ਹੁਣ ਆਪਾਂ ਉਹਦੇ ਅਰਥ ਕਰੀਏ। ਜਨਨੀ ਜਾਨਤ ਸੁਤ ਬੜਾ ਹੋਤ ਹੈ, ਮਾਂ ਸਮਝਦੀ ਹੈ ਕਿ ਮੇਰਾ ਬੱਚਾ ਜਿਹੜਾ ਵੱਡਾ ਹੋ ਰਿਹਾ। ਇਤਨਾ ਕ ਨਾ ਜਾਣੇ ਕਿ ਇਤਨਾ ਕ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ, ਇੰਨਾ ਵੀ ਨਹੀਂ ਸਮਝਦੀ ਬਈ ਉਹ ਤਾਂ ਛੋਟਾ ਹੋ ਰਿਹਾ ਹੈ, ਉਹਦੀ ਉਮਰ ਤਾਂ ਘਟੀ ਜਾ ਰਹੀ ਹੈ। ਇਹ ਗੱਲ ਤਾਂ ਸਮਝ ਨਹੀਂ ਰਹੀ। ਉਹਦਾ ਬਰਥਡੇ ਮਨਾ ਰਹੇ ਆ। ਮੋਰ ਮੋਰ ਕਰ ਅਧਿਕ ਲਾਡ ਧਰੇ, ਕਹਿੰਦੇ ਮੇਰਾ ਮੇਰਾ ਕਰਕੇ ਬੜਾ ਲਾਡ ਕਰ ਰਹੀ ਹੈ, ਬੜਾ ਲਾਡ ਕਰ ਰਹੀ ਹੈ। ਪੇਖਤ ਹੀ ਜਮਰਾਓ ਹਸੇ, ਔਰ ਜਮਰਾਜ ਜਿਹੜਾ ਹੱਸੀ ਜਾ ਰਿਹਾ ਹੈ। ਕਹਿੰਦੇ ਜਿਹੜਾ ਲਾਡ ਕਰ ਰਹੀ ਹੈ ਪਹਿਲਾਂ ਤਾਂ ਨੰਬਰ ਇਹਦਾ ਹੀ ਲੱਗ ਜਾਣਾ। ਹਾਂਜੀ ਗੋਰਖੀ ਸਾਹਿਬ। ਠੀਕ ਹੈ ਜੀ। ਸਾਧ ਸੰਗਤ ਜੀ, ਅੱਜ ਦੇ ਵਿਚਾਰ ਕਰਦੇ ਹਾਂ, ਦੇਖਦੇ ਹਾਂ ਪਰਮਾਤਮਾ ਜੀ ਕਿੱਦਾਂ ਆਸ਼ੀਰਵਾਦ ਦਿੰਦੇ ਆ। ਨਿੱਜਰ ਸਾਹਿਬ ਜੀ ਨੇ ਸਮਝਾਇਆ ਹੈ ਕਿ ਬਾਣੀ ਨੂੰ ਪੜ੍ਹਨ ਦਾ ਵੀ ਤਰੀਕਾ ਹੁੰਦਾ ਹੈ, ਔਰ ਉਸ ਤਰੀਕੇ ਚ ਪੜ੍ਹੀ ਜਾਵੇ ਤੇ ਆਪਾਂ ਨੂੰ ਜ਼ਿਆਦਾ ਉਹ ਰਸਦਾਇਕ ਲੱਗਦੀ ਹੈ, ਪਲੱਸ ਆਪਾਂ ਨੂੰ ਅੰਡਰਸਟੈਂਡਿੰਗ ਜ਼ਿਆਦਾ ਵੱਧਦੀ ਹੈ। ਤੇ ਇਹ ਪਹਿਲੀ ਤੁਕ ਦੇ ਵਿੱਚ ਹੀ ਨਿੱਜਰ ਸਾਹਿਬ ਇਹ ਸਮਝਾਇਆ ਵਾ ਕਿ ਜਨੀ ਜਾਨਤ ਸਭ, ਹਨਾ। ਹਾਂ, ਸੁੱਤ ਬੜਾ ਹੋਤਾ ਹੈ, ਪੁੱਤ ਵੱਡਾ ਹੋਤਾ। ਹਾਂਜੀ ਹਾਂਜੀ। ਦਿਨ ਦਿਨ ਇੱਕ ਦਿਨ ਕਰਕੇ ਔਧ ਘਟਦੀ ਆ। ਉਹ ਤੇ ਆਪਾਂ ਇਹ ਚੀਜ਼ ਨੂੰ ਇਹ ਬਾਣੀ ਪੜ੍ਹਦੇ ਆ। ਬਾਣੀ ਮਤਲਬ ਸਾਨੂੰ ਡਰਾਉਣਾ ਥੋੜੀ ਚਾਹੁੰਦੀ ਆ। ਬਾਣੀ ਤੇ ਕਹਿੰਦੀ ਆ ਕਿ ਮਤਲਬ ਸਾਡੇ ਕੋਲ ਜਿਹੜੀ ਜੀਵ ਹੈ, ਜਿਹੜੀ ਮਤਲਬ ਚੀਜ਼ ਹੈਗੀ ਆ, ਉਹ ਉਮਰ ਆ, ਬਿਲਕੁਲ ਲਿਮਟਿਡ ਆ, ਅਨਲਿਮਟਿਡ ਨਹੀਂ ਆ। ਇੱਕ ਤੁਸੀਂ ਵੇਖਿਆ ਹੋਣਾ ਨਾ, ਮੋਬਾਈਲ ਦੇ ਵਿੱਚ ਇੱਕ ਡਾਟਾ ਹੁੰਦਾ ਹੈ, ਲਿਮਟਿਡ ਹੁੰਦਾ ਹੈ, ਇੱਕ ਅਨਲਿਮਟਿਡ ਹੁੰਦਾ। ਬਿਲਕੁਲ ਅਨਲਿਮਟਿਡ ਨਹੀਂ ਆ। ਔਰ ਇਹ ਡਾਟਾ ਇਹ ਮਤਲਬ ਕਈ ਵਾਰੀ ਏਦਾਂ ਵੀ ਹੁੰਦਾ ਵਾ ਕਿ ਜ਼ਿਆਦਾ ਕੰਜੰਪਸ਼ਨ ਕਰ ਲਈਏ ਤੇ ਘੱਟ ਵੀ ਜਾਂਦਾ। ਤੇ ਉਹ ਮਤਲਬ ਏਦਾਂ ਦੀ ਗੇਮ ਹੁੰਦੀ ਆ। ਉਹ ਮਤਲਬ ਜੇ ਇਹਨੂੰ ਤੰਦਰੁਸਤੀ ਨਾਲ ਚਲਾਉਂਦੇ, ਵੈਸੇ ਸਰੀਰ ਜਿਹੜਾ ਹੈਗਾ ਨਾ, ਸਰੀਰ ਕਾਫੀ ਹੱਦ ਤੱਕ ਉਹ ਸਾਡੇ ਆਪਣੇ ਹੱਥਾਂ 'ਚ ਆ। ਜਿੰਨੇ ਵੀ ਇਹਨੂੰ ਬਿਮਾਰੀ ਬੰਦਾ ਆਪਣੀ ਵਰਤੋਂ ਦੇ ਦੁਰਵਰਤੋਂ ਦੇ ਕਰਕੇ ਮੇਜਰ ਸਾਹਿਬ ਖੁਦ ਖਰਾਬ ਕਰਦਾ ਮਸ਼ੀਨ ਨੂੰ, ਹੈ ਨਾ। ਮਸ਼ੀਨ ਪਰਮਾਤਮਾ ਨੇ ਤੇ ਜਿਹੜੀ ਮਸ਼ੀਨ ਬਣਾਈ ਆ ਉਹ ਲੌਂਗ ਲਾਸਟਿੰਗ ਹੁੰਦੀ ਹੈ ਵੈਸੇ। ਬਿਲਕੁਲ। ਇਹ ਜਸਟ ਇਹ ਨਾ ਸੋਚੋ ਕਿ ਪਰਮਾਤਮਾ ਤੁਹਾਨੂੰ ਜ਼ਬਰਦਸਤੀ ਕਰਕੇ ਤੁਹਾਡਾ ਸਰੀਰ ਡੈਮੇਜ ਕਰਦਾ ਹੈ। ਸਰੀਰ ਦੇ ਵਿੱਚ ਜਿਹੜੀਆਂ ਬਿਮਾਰੀਆਂ, ਆਪਾਂ ਕਾਫੀ ਹੱਦ ਤੱਕ ਬਿਮਾਰੀਆਂ ਆਪਣੇ ਖਾਣ ਪੀਣ ਤੇ ਕਿੰਨੀਆਂ ਬਿਮਾਰੀਆਂ ਜਿਹੜੀਆਂ ਆਪਾਂ ਨੂੰ ਲੱਗਦੀਆਂ ਇਕੱਲਾ ਪਾਣੀ ਨਾ ਪੀਣ ਕਾਰਨ ਹੀ ਲੱਗ ਜਾਂਦੀਆਂ ਜੀ। ਆਪ ਜਸਟ ਸੋਚੋ ਕਿੰਨੀਆਂ ਬਿਮਾਰੀਆਂ, ਕਿਉਂਕਿ ਜਿਹੜਾ ਵੇਸਟ ਹੈਗਾ ਸਾਡੀ ਬੋਡੀ ਦੇ ਅੰਦਰ ਆ, ਖੂਨ ਦੇ ਅੰਦਰ ਰਹਿੰਦਾ, ਤੇ ਉਹਨੂੰ ਕਿਡਨੀਆਂ ਨੇ ਸਾਫ਼ ਕਰਨਾ ਹੁੰਦਾ। ਪਰ ਆਮ ਹੀ ਬੰਦਾ ਮੈਂ ਵੇਖਣਾ
ਜਿਹੜੇ ਗੋਡੇ ਗਾਡੇ ਪੀੜ ਕਰਦੇ ਆਪਣੇ ਪੰਜਾਬ 'ਚ, ਇਹਦਾ ਰੀਜ਼ਨ ਇਹੋ ਹੀ ਆ ਕਿ ਬੰਦੇ ਪਾਣੀ ਨਹੀਂ ਪੀਂਦੇ। ਬਸ ਉਹ ਪਾਣੀ ਨਾ ਪੀਣ ਕਰਕੇ ਉਹਦਾ ਪ੍ਰੋਟੀਨ ਅੰਦਰ ਇਕੱਠਾ ਹੋ ਗਿਆ ਵਾ, ਉਹ ਪ੍ਰੋਟੀਨ ਪਤਾ ਨਹੀਂ ਕ੍ਰਿਸਟਲ ਜੇ ਬਣਾਉਂਦਾ, ਜੋੜਾਂ 'ਚ ਚੱਲ ਜਾਂਦਾ ਵਾ, ਤੇ ਮੁੜ ਕੇ ਬਾਅਦ ਦੇ ਵਿੱਚ ਤੇ ਗਰੀਸ ਹੈ, ਗਰੀਸ ਨੂੰ ਡੈਮੇਜ ਕਰ ਦਿੰਦਾ। ਇਹ ਸਾਰੀਆਂ ਜਿੰਨੇ ਵੀ ਨੁਕਸ ਪੈਂਦੇ ਇਕੱਲੇ ਪਾਣੀ ਕਰਕੇ। ਪਲੀਜ਼ ਜਦੋਂ ਪਾਣੀ ਪੀਂਦੇ ਵੱਡੀ ਬੋਤਲ ਭਰ ਕੇ ਉਹ ਤੋਂ ਪੀਆ ਕਰੋ, ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਸਾਰੇ ਦਿਨ 'ਚ ਕਿੰਨਾ ਪਾਣੀ ਪੀਤਾ ਹੈ। ਇੱਕ ਜਸਟ ਇੱਕ ਕੰਮ ਦੀ ਚੀਜ਼ ਹੈ, ਇਹਨੂੰ ਧਿਆਨ ਰੱਖੋ। ਅੱਛਾ, ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਜਿਹੜੀ ਉਮਰ ਆ ਉਹ ਲਿਮਟਿਡ ਆ, ਔਰ ਚਲੋ ਮਾਂ ਨੂੰ ਕਹਿਤਾ ਜਾਂ ਸਾਨੂੰ ਕਹਿਤਾ ਇੱਕੋ ਹੀ ਗੱਲ ਹੈ। ਆਪਾਂ ਨੂੰ ਹੀ ਸਮਝਾਇਆ ਅਸਲ ਤੇ ਕਿ ਵੀ ਤੂੰ ਸੋਚਣਾ, ਇਹ ਮਤਲਬ ਇਹ ਜਿਹੜੀ ਤੇਰੀ ਏਜ ਹੈਗੀ ਆ, ਤੈਨੂੰ ਥੋੜਾ ਜਿਹਾ ਧਿਆਨ ਹੋਣਾ ਚਾਹੀਦਾ ਕਿ ਤੈਨੂੰ ਮਤਲਬ ਏਦਾਂ ਕਹਿ ਲਓ ਕਿ ਬਾਣੀ ਆਪਾਂ ਨੂੰ ਇੱਥੇ ਕੀ ਕਹਿਣਾ ਚਾਹੁੰਦੀ ਆ ਕਿ ਇੱਕ ਕੰਮ ਆ, ਤੂੰ ਕੰਮ ਕਰਨਾ ਹੈ, ਉਹ ਤੈਨੂੰ ਕੋਈ ਇੱਕ ਟਾਰਗੇਟ ਟਾਈਮ ਪੀਰੀਅਡ ਹੈਗਾ ਹੈ, ਉਹ ਟਾਈਮ ਦੇ ਵਿੱਚ ਤੂੰ ਇਹ ਕੰਮ ਕਰਨਾ ਵਾ। ਗੋਰਕੀ ਸਾਹਿਬ ਇੱਕ ਚੀਜ਼ ਪੋਸਟਪੋਨ ਨਾ ਕਰ ਇਹਨੂੰ। ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਆਪਾਂ ਨੂੰ ਜਿਹੜੀ ਹੈ, ਜਿਹੜੇ ਸਵਾਸ ਹੈਗੇ ਨਾ ਦਿਨ ਦੇ ਵਿੱਚ, ਕਹਿੰਦੇ ਕਿ 24,000 ਸਵਾਸ ਹੁੰਦੇ ਇਨਸਾਨ ਦੇ। ਜਿਹੜੇ ਵੀ ਸਵਾਸ ਆ ਸਮਝ ਲਓ ਇਹ ਆਪਣਾ ਧਨ ਹੈਗਾ, ਇਹ ਰੁਪਈਏ ਹੈਗੇ ਜਾਂ ਡਾਲਰ ਹੈਗੇ, ਜੋ ਵੀ ਹੈਗੇ ਇਹ ਹੈਗੇ। ਜੇ ਆਪਾਂ ਯੂਜ਼ ਕਰ ਲਿਆ ਤਾਂ ਵੀ, ਨਹੀਂ ਯੂਜ਼ ਕੀਤਾ ਜਿੱਥੇ ਮਰਜੀ ਯੂਜ਼ ਕਰ ਲਿਆ, ਗਏ ਇਹ ਡਾਲਰ, ਅਗਲੇ ਦਿਨ ਨਵੇਂ ਆ ਜਾਣੇ ਭਾਈ। ਇਹ ਸਵਾਸ ਜਿਹੜੇ ਹੈਗੇ ਇਹਨਾਂ ਨੂੰ ਆਪਾਂ ਇਕੱਠੇ ਕਰਕੇ ਨਹੀਂ ਰੱਖ ਸਕਦੇ ਵੀ ਕੱਲ ਨੂੰ ਮੈਂ ਯੂਜ਼ ਕਰ ਲੂੰਗਾ। ਹਾਂਜੀ ਗੁਰਕੀ ਸਾਹਿਬ। ਹਾਂ, ਇਹਦੇ ਵਿੱਚ ਸਾਧ ਸੰਗਤ ਜੀ ਮੇਨ ਪਤਾ ਕੀ ਹੈ, ਇੱਥੇ ਆਪਾਂ ਨੂੰ ਜੋ ਸਮਝਾ ਰਹੇ ਨੇ, ਉਹ ਕਹਿੰਦੇ ਨੇ ਕਿ ਇਤਨਾ ਕੁ ਨਾ ਜਾਣਤ ਜਾਣੇ ਕਿ ਦਿਨ ਦਿਨ ਅਵਧ ਘਟਤ ਹੈ। ਕਹਿੰਦੇ ਕਿ ਅਵਧ ਘਟ ਰਹੀ ਆ, ਅਵਧ ਉਮਰ ਘਟ ਰਹੀ ਆ, ਔਰ ਇਹ ਇੱਕ ਦਿਨ ਦੇ ਵਿੱਚ ਜਿਹੜਾ ਕੰਮ ਦਾ ਪੁਆਇੰਟ ਹੈਗਾ ਕਿ ਆਪਾਂ ਕਿੰਨੀ ਸਾਧਨਾ ਕੀਤੀ ਹੈ। ਬਿਲਕੁਲ, ਉਹਨੂੰ ਪਰਮੇਸ਼ਰ ਦੇ ਨਾਲ ਕੋਈ ਆਪਾਂ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਕੋਈ ਪ੍ਰੋਗਰੈਸ। ਇਹ ਇੱਥੇ ਉਮਰ ਦਾ ਮਤਲਬ ਇੰਨਾ ਹੀ ਆ ਕਿ ਤੂੰ, ਤੇਰਾ ਦਿਨ ਲੰਘ ਗਿਆ, ਤੂੰ ਸਾਰੇ ਦਿਨ ਦੇ ਵਿੱਚ ਕੁਛ ਕੀਤਾ ਹੀ, ਕੁਛ ਸੇਵਿੰਗ, ਸਪੈਸ਼ਲ ਸੇਵਿੰਗ ਦੀ ਗੱਲ ਕਰਦੇ ਨੇ ਉਹ ਕਹਿੰਦੇ, ਪਤਾ ਕੀ ਕਹਿ ਰਹੇ ਨੇ, ਹੋਰ ਸਿੰਪਲ ਕਰ ਦਿੰਦੇ ਆ ਆਪਾਂ। ਉਹ ਕਹਿੰਦੇ ਕਿ ਤੂੰ ਜਦੋਂ ਦਿੱਲੀ ਜਾਣਾ, ਬੰਬੇ ਜਾਣਾ, ਤੂੰ ਫਰਾਂਸ, ਇੰਗਲੈਂਡ, ਕੈਨੇਡਾ ਜਾਣਾ, ਤੂੰ ਮਤਲਬ ਪ੍ਰਿਪੇਅਰ ਕਰਦਾ ਚਰਨਜੀਤ ਕਿ ਆਪਣਾ ਬੈਗ ਬੂਗ ਰੈਡੀ ਕਰਦਾ, ਫਿਰ ਵੇਖਣਾ ਤੇਰੇ ਕੋਲ ਕੱਪੜੇ ਕਿੰਨੇ ਕਾ, ਤੂੰ ਪੈਸਿਆਂ ਦਾ ਅਰੇਂਜ ਕਰਦਾ, ਜੇ ਨਹੀਂ ਵੀ ਹੈਗੇ ਤੇ ਇਕੱਠੇ ਕਰਦਾ ਹੈ ਨਾ, ਤੇ ਤੂੰ ਸਾਰਾ ਕੁਝ ਤੈਨੂੰ ਪਤਾ ਹੈ, ਤੇਰੀ ਇੱਕ ਪਲੈਨਿੰਗ ਹੈ। ਹੁਣ ਚਰਨਜੀਤ ਵਾਪਸ ਚੱਲਿਆ, ਕਿੱਦਾਂ ਪਲੈਨਿੰਗ ਕਰਕੇ ਬੈਠਾ ਹੈ, ਸਭ ਟਿਕਟਾਂ ਟੁਕਟਾਂ ਪਤਾ ਨਹੀਂ ਕਿੰਨੀਆਂ ਟਿਕਟਾਂ ਮੇਰੇ ਕੋਲ ਪਈਆਂ। ਪਰ ਉਹ ਕਹਿੰਦੇ ਕਿ ਚਰਨਜੀਤ ਤੂੰ ਉਹ ਜਿਹੜੀ ਯਾਤਰਾ ਸੀ, ਜਿਹੜਾ ਤੈਨੂੰ ਅੱਗੇ ਜਾਣਾ ਪੈਣਾ ਹੈ, ਔਰ ਉਹਦੇ ਲਈ ਔਰ ਜਾਂ ਉਸ ਪਰਮ ਜੀਵਨ ਨੂੰ ਪ੍ਰਾਪਤ ਕਰਨ ਦੇ ਲਈ, ਇਹਨੂੰ ਜੀਂਦੇ ਜੀ ਹੰਡਾਉਣ ਦੇ ਲਈ, ਇਹ ਜਿਹੜਾ ਅੱਗੇ ਕਹਿੰਦੇ ਨਾ ਮਰ ਕੇ ਚੱਲ ਜਾਂਦਾ, ਉਹ ਤੇ ਗੱਪਾਂ ਹੈਗੀਆਂ ਜੇ, ਉਹ ਤੇ ਇੰਨੀਆਂ ਬੱਚਿਆਂ ਦੀਆਂ ਗੱਲਾਂ ਨਾ, ਉਹ ਉਹਨਾਂ 'ਚ ਨਾ ਵਿਸ਼ਵਾਸ ਕਰਿਆ ਕਰੋ। ਜਿੰਨੇ ਵੀ ਗ੍ਰੰਥ ਲਿਖੇ ਆ, ਉਹਨਾਂ ਨੇ ਉਹ ਅਵਸਥਾ ਨੂੰ ਹੰਡਾਇਆ, ਉਸ ਪਰਮਾਨੰਦ ਨੂੰ ਪੀਤਾ, ਉਹਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ, ਫਿਰ ਜਾਣ ਤੋਂ ਪਹਿਲਾਂ ਸਾਡੇ ਲਈ ਮੈਸੇਜ ਲਿਖੇ। ਆਪ ਜਸਟ ਸੋਚੋ, ਗੁਰੂ ਨਾਨਕ ਪਾਤਸ਼ਾਹ ਨੂੰ ਕੀ ਲੋੜ ਪਈ ਸੀ 4 ਉਦਾਸੀਆਂ ਕਰਨ ਦੀ? ਕਿੱਥੇ ਕਿੱਥੇ ਘੁੰਮੇ ਹੋ, ਕਿੰਨੀ ਗਰਾਊਂਡ ਵਰਕ ਕੀਤਾ। ਫਿਰ ਉਸ ਤੋਂ ਬਾਅਦ ਜਿਹੜੇ ਦੂਜੇ ਗੁਰੂ, ਉਹਨਾਂ ਨੂੰ ਘੱਟ ਕਰਨਾ ਪਿਆ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਆਲਰੇਡੀ ਬਹੁਤ ਜ਼ਿਆਦਾ ਹੀ ਗਰਾਊਂਡ ਲੈਵਲ ਤੇ ਕੰਮ ਕਰਤਾ ਸੀ। ਆਪ ਜਸਟ ਦੇਖੋ ਨਾ, ਜਦੋਂ ਨੀਹਾਂ ਬਣਾਈ ਦੀਆਂ ਨਾ, ਉਦੋਂ ਗਰਾਊਂਡ ਵਰਕ ਬਹੁਤ ਕੰਮ ਕਰਨਾ ਪੈਂਦਾ ਵਾ। ਹੁਣ ਜਦੋਂ ਮੰਨ ਲਓ ਕਿ ਤੁਸੀਂ ਮੈਨੂੰ ਦੋ ਕਿ ਪਹਿਲਾਂ ਚਰਨਜੀਤ ਕੰਮ ਸ਼ੁਰੂ ਕਰਨਾ, ਮਕਾਨ ਬਣਾਉਣਾ, ਉਹਦੀ ਜ਼ਮੀਨ ਨੂੰ ਲੈਵਲ ਕਰਨਾ ਹੈ, ਪੱਥਰ ਪੁੱਟਣੇ ਆ, ਬਹੁਤ ਮੈਨੂੰ ਕੰਮ ਕਰਨਾ ਪਊਗਾ। ਹਾਂ, ਜਦੋਂ ਹੁਣ ਦੂਜਾ ਬੰਦਾ ਮੇਰੇ ਤੋਂ ਬਾਅਦ ਆਊਗਾ, ਮੰਨ ਲਓ ਕੋਈ, ਉਹਨੇ ਤੇ ਆਲਰੇਡੀ ਉਹਨੇ ਨੀਹਾਂ ਬਣੀਆਂ ਪਈਆਂ ਨੇ, ਆਲਰੇਡੀ ਪਾਣੀ ਦਾ ਟੈਂਕੀ ਟੁੰਕੀ ਲੱਗੀ ਹੈ, ਬੱਤੀ ਦਾ ਕਨੈਕਸ਼ਨ ਲੱਗਾ ਹੋਇਆ ਹੈ, ਕਾਫੀ ਕੰਮ ਹੋ ਚੁੱਕੇ ਆ, ਔਰ ਲੇਬਰ ਵੀ ਆ ਚੁੱਕੀ ਆ, ਕੰਮ ਕਰਾਉਣਾ, ਸੀਮਟ ਸੁਮਟ ਦੇ ਪਤਾ ਲੱਗ ਗਿਆ ਕਿਹੜੀ ਦੁਕਾਨ ਤੋਂ ਮਿਲਣਾ, ਕਿੱਥੋਂ ਲਿਆਉਣਾ। ਇਸੇ ਹੀ ਤਰ੍ਹਾਂ ਧਰਮ ਦਾ ਜਦੋਂ ਸਥਾਪਨਾ ਕਰਦੇ, ਗੁਰੂ ਨਾਨਕ ਪਾਤਸ਼ਾਹ ਨੂੰ ਬਹੁਤ ਮਿਹਨਤ ਕਰਨੀ ਪਈ। ਜਿਸ ਤੇ ਸੋਚਿਆ ਕਿਤੇ 4 ਉਦਾਸੀਆਂ ਕੀਤੀਆਂ। ਇਸ ਟਾਈਮ ਮੈਂ ਇੱਥੇ ਬੰਗਲਾਦੇਸ਼ ਬੈਠਾ, ਇੱਥੇ ਵੀ ਕਹਿੰਦੇ ਗੁਰਦੁਆਰਾ ਹੈਗਾ ਚਿਤਾਗੋਂਗ 'ਚ, ਮੇਰੇ ਕੋਲ ਚਲੋ ਨਹੀਂ ਜਾਇਆ ਗਿਆ ਕਿਸੇ ਕਾਰਨ। ਆਪ ਜਸਟ ਦੇਖੋ ਕਿ ਉਹਨਾਂ ਨੇ ਕਿੰਨਾ ਟਰੈਵਲ ਕੀਤਾ ਹੈ, ਇੰਨਾ ਮੋਟਾ ਮੱਛਰ, ਜੰਗਲਾਂ ਦੇ ਵਿੱਚ ਦੀ ਲੰਘਣਾ, ਜਾਨਵਰਾਂ ਦੇ ਕੋਲੋਂ ਦੀ ਲੰਘਣਾ, ਕੋਈ ਸੜਕ ਨਹੀਂ ਬਣੀ ਸੀ। ਅੱਜ ਦੀ ਡੇਟ 'ਚ ਮਾੜਾ ਜਿਹਾ ਕਰੋਨਾ ਵਾਇਰਸ ਕਰਕੇ ਪ੍ਰੋਬਲਮ ਆਈ ਹੈ ਤੇ ਸਾਡੇ ਮੂੰਹ ਤੇ ਸਿੱਕਰੀ ਜੰਮੀ ਪਈ ਆ ਕਿ ਵਾਪਸ ਕਿੱਦਾਂ ਜਾਣਾ ਹੈ, ਜਦ ਕਿ ਸਾਡੇ ਕੋਲ ਹਰ ਇੱਕ ਸਹੂਲਤ ਆ, ਇੰਨੀ ਦੁਨੀਆ ਉੱਥੇ ਬੈਠੀ ਆ, ਕਿਸੇ ਵੀ ਤਰੀਕੇ ਨਾਲ ਮੇਰੀ ਮਦਦ ਕਰ ਸਕਦੀ। ਕਾਰ ਦੇ ਰਾਹੀਂ ਜਾਣਾ ਤਾਂ ਫਿਰ ਵੀ ਕਿੰਨਾ ਜਾਣਾ ਔਖਾ। ਪਰ ਆਪ ਜਿਸ ਸੋਚੋ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੀ ਲੋੜ ਪਈ ਸੀ, ਉਹ ਤੇ ਆਪਣੇ ਘਰੇ ਬੈਠੇ ਰਮਾਨ ਨਾਲ ਜੇ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ ਸੀ,
ਉਹਨਾਂ ਨੂੰ ਕੀ ਲੋੜ ਪਈ ਸੀ ਲੋਕਾਂ ਦਾ ਕਲਿਆਣ ਕਰਨ ਦੀ? ਬਿਲਕੁਲ। देखो ये देखो आप देखो कि कैसी शख्सियत होगी वो, है ना? ਉਹਨਾਂ ਨੇ ਹੁੰਦੇ ਕੋ ਉੱਥੇ ਠੱਗ ਹੁੰਦੇ ਤੇ ਬਹਿ ਕੇ ਉੱਥੇ ਬੈਠਣ ਦੇ ਮੱਠ ਮੁੱਠ ਬਣਾ ਕੇ ਤੇ ਰਮਾਨ ਨਾਲ ਉੱਥੇ ਭੀੜ ਇਕੱਠੀ ਕਰੀ ਛੱਡਦੇ। ਉਹਨਾਂ ਤੇ ਐਸਾ ਇੱਕ ਮਾਰਗ ਚੁਣਿਆ ਕਿ ਇਕੱਲੇ ਚੱਲ ਕੇ ਕਿੱਦਾਂ ਚੱਲ ਕੇ ਕਿੱਦਾਂ ਉਸ ਚੀਜ਼ ਨੂੰ ਸਪਰੈਡ ਕੀਤਾ ਜੋ ਉਹਨਾਂ ਜਾਣਿਆ, ਪਹਿਲਾਂ ਤਾਂ ਨਾ ਲੱਭਿਆ। ਉਹਨਾਂ ਨੇ ਭਗਤੀ ਕੀਤੀ, ਉਸ ਚੀਜ਼ ਨੂੰ ਪ੍ਰਾਪਤ ਕਰ ਲਿਆ। ਫਿਰ ਵੇਖੋ ਜਿੱਥੇ ਜਿੱਥੇ ਲੋੜ ਸੀ ਉੱਥੇ ਗਏ ਔਰ A to Z ਉਹ ਚੀਜ਼ ਨੂੰ ਸਮਝਾਇਆ ਤਾਂ ਜੋ ਉਹਨਾਂ ਦਾ ਮਕਸਦ, ਉਹਨਾਂ ਦਾ ਮੈਸੇਜ ਕਿ ਉਹ ਜੇ ਮੈਂ ਏਡੀ ਵੱਡੀ ਚੀਜ਼ ਪ੍ਰਾਪਤ ਕੀਤੀ ਸੀ ਉਹ ਲੋਕਾਂ ਤੱਕ ਪਹੁੰਚੇ। ਔਰ ਸਾਡੇ ਕੋਲ ਵੇਖ ਲਓ ਉਹ ਚੀਜ਼ ਗੁੰਮ ਹੀ ਹੋ ਗਈ। ਮੁੜ ਕੇ ਆਪਾਂ ਤੇ ਕੁਝ ਹੋਰ ਹੀ ਬਣਾ ਕੇ ਤੁਰ ਪਏ ਆ ਤੇ ਉਹ ਹੁਣ ਵੀ ਪਤਾ ਨਹੀਂ ਕਿੱਧਰ ਤੇ ਕਿੱਧਰ ਦੁਨੀਆ ਤੁਰੀ ਜਾਂਦੀ ਆ। ਆਪਾਂ ਕੁਝ ਧਰਮ ਨੂੰ ਹੋਰ ਸਮਝ ਲਿਆ, ਜਦ ਕਿ ਬਾਣੀ ਆਪ ਸਾਰੀ ਪੜੋ। ਆਪਣੀ ਬਾਣੀ ਪੜ੍ਹਦੇ ਜੋ ਉੱਥੇ ਕਿਤੇ ਕੋਈ ਚੀਜ਼ ਨੂੰ ਦੁਹਰਾਉਣ ਦੇ ਬਾਰੇ ਗੱਲ ਕੀਤੀ ਹੈ ਤੇ ਭਗਤੀ ਦੇ ਬਾਰੇ ਗੱਲ। ਉਹ ਕਿਤੇ ਭਗਤੀ ਵੀ ਕਰਨੀ ਆ, ਬੁੱਧੀ ਤੋਂ ਬਿਨਾਂ ਨਹੀਂ ਕਰਨੀ। A to Z ਦੇਖੋ ਭਗਤੀ ਦੇ ਬਾਰੇ ਉਹਨਾਂ ਨੇ ਕਿ ਜਪ ਤੇ ਤਪ ਤੇ ਸੰਜਮ। ਜੇ ਇਹ ਤਿੰਨ ਚੀਜ਼ਾਂ ਦੇ ਵਿੱਚ ਤੂੰ ਜੇ ਜੀਵਨ ਨਹੀਂ ਬਤੀਤ ਕਰ ਰਿਹਾ ਤੇ ਸਮਝ ਲੈ ਕਿ ਤੇਰਾ ਜਿਹੜਾ ਇੱਕ ਦਿਨ ਆ ਤੇਰਾ ਵੇਸਟ ਹੋ ਰਿਹਾ। ਤੇਰਾ ਦਿਨ ਜਿਹੜਾ ਨਾ ਇੱਕ ਮੈਂ ਆਪਾਂ ਜ਼ਿਆਦਾ ਤੇ ਲੰਮੀ ਨਾ ਕਿਤੇ ਮਨ ਚੋਂ ਹੀ ਵਰਕਾ ਪਾੜ ਦਿਓ, ਕਿਤੇ ਅੱਗੇ ਦੀ ਨਾ ਚੱਲ ਜਿਓ, ਅੱਗੇ ਤੇ ਮਨ ਦੀ ਸ਼ਰਾਰਤਾਂ ਨੇ। ਆਪਾਂ ਇੱਥੇ ਇੱਕ ਦਿਨ ਦੀ ਗੱਲ ਕਰਦੇ ਹਾਂ। ਬਿਫੋਰ ਸਲੀਪਿੰਗ ਆਪਾਂ ਸੌਣ ਤੋਂ ਪਹਿਲਾਂ ਆਪਣੇ ਬਾਰੇ ਥੋੜਾ ਜਿਹਾ ਸਾਰੇ ਦਿਨ ਦਾ ਨਜ਼ਰੀਆ ਮਾਰੀਏ 2 ਮਿੰਟ ਕਿ ਅੱਜ ਦੇ ਦਿਨ ਦੀ ਮੇਰੀ ਪ੍ਰੋਗਰੈਸ ਕੀ ਹੈ। ਸ਼ਾਮੀ ਬਸ 2 ਮਿੰਟ ਬਸ ਸੌਣ ਤੋਂ ਪਹਿਲਾਂ ਤੁਸੀਂ 1 ਮਿੰਟ ਨਜ਼ਰ ਮਾਰ ਲਈ ਤੇ ਦੁੱਧ ਦਾ ਦੁੱਧ ਤੇ ਲੱਸੀ ਦਾ ਲੱਸੀ ਹੋ ਜਾਣੀ। ਬਿਲਕੁਲ। ਇੱਕ ਤਾਂ ਲੰਘ ਗਿਆ ਵਾ, ਮੇਰੇ ਹੱਥੋਂ ਨਿਕਲ ਗਿਆ। ਆਪ ਜਸਟ ਇਹ ਸੋਚੋ ਜਿੱਦਾਂ ਕ੍ਰਿਕਟ ਦੀਆਂ 150 ਬਾਲਾਂ ਹੁੰਦੀਆਂ, ਤੁਹਾਡੇ ਕੋਲ ਵੀ ਬਾਲਾਂ ਹੈਗੀਆਂ ਨੇ, ਇੱਕ ਬਾਲ ਜਾ ਰਹੀ ਹੈ, ਉਹ ਬਾਲ ਤੇ ਨਹੀਂ ਰੁਕ ਸਕਦੀ ਪਰ ਉਹ ਬਾਲ ਦੇ ਵਿੱਚ ਕੁਛ ਕੰਮ ਦੀ ਚੀਜ਼ ਕੀਤੀ, ਕੁਛ ਪ੍ਰਾਪਤੀ ਹੈਗੀ ਆ। ਜਿੱਦਾਂ ਮੈਂ ਇਹ ਸਫ਼ਰ ਤੇ ਨਿਕਲਣਾ ਹੈ, ਜਿਹੜਾ ਮੇਰਾ ਜ਼ਿੰਦਗੀ ਦਾ ਸਫ਼ਰ ਹੈ, ਕਿ ਮੈਂ ਸੱਚੀ ਉਹ ਜਿਹੜਾ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੈਸੇਜ ਮਿਲ ਰਿਹਾ ਹੈ, ਮੈਂ ਸੱਚੀ ਉਹਦੇ ਅਨੁਸਾਰ ਜੀਵਨ ਬਤੀਤ ਕਰ ਰਿਹਾ। ਕਿ ਸਾਰਾ ਦਿਨ ਮੈਂ ਘਰੇ ਲੜ ਕੇ ਭੜਥੂ ਮਚਾਇਆ ਹੋਇਆ ਹੈ, ਦੁਨੀਆ ਭਰ ਦੀਆਂ ਨਿੰਦਿਆ ਚੁਗਲੀਆਂ, ਇੱਧਰ ਉੱਧਰ ਦੀਆਂ ਗੱਲਾਂ ਇੱਧਰ ਸੁਣੀਆਂ, ਉੱਧਰ ਦੀਆਂ ਉੱਧਰ ਭੇਜਤੀਆਂ। ਕਿ ਮੇਰਾ ਜੀਵਨ ਦਾ ਮਨੋਰਥ ਕੀ ਹੈ? ਇਹ ਸਾਨੂੰ ਬਾਣੀ ਇਹ ਸਮਝਾ ਰਹੀ ਆ। ਇੱਕ ਦਿਨ ਦੀ ਗੱਲ ਕਰ ਰਹੇ ਨੇ ਕਿਉਂਕਿ ਉਹ ਕਹਿੰਦੇ ਕਿ ਇੱਕ ਦਿਨ ਤੇਰੀ ਔਤ ਘਟ ਰਹੀ ਹੈ। ਇੱਥੇ ਥੋੜਾ ਜਿਹਾ ਸਾਨੂੰ ਫ੍ਰੀਕੁਐਂਸੀ ਦੇਤੀ ਹੈ, ਦਿਨ ਦੀ ਗੱਲ ਕਰ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਦਮੀ ਹਮ ਆਦਮੀ ਹਾਂ ਇੱਕ ਦਮੀ। ਉਹ ਕਹਿੰਦੇ ਇੱਕ ਦਮ ਦੀ ਗੱਲ ਕਰਦੇ ਨੇ ਕਿ ਤੇਰਾ ਜਿਹੜਾ ਦਮ ਆ ਉਹ ਸੱਚੀ ਉਹ ਰਾਈਟ ਪਲੇਸ ਤੇ ਤੂੰ ਕਰ ਰਿਹਾ। ਕਿਤੇ ਐ ਤੇ ਨਹੀਂ ਕਿਤੇ ਤੂੰ ਇੰਨੀ ਮਿਹਨਤ ਦੀ ਕਮਾਈ ਜੂਆ ਖੇਡੀ ਜਾ ਰਿਹਾ। ਉਹ ਆੜਾ ਆਪਾਂ ਜਿਹੜੇ ਇੱਧਰ ਉੱਧਰ ਭੱਜੇ ਫਿਰਦੇ ਚੁਗਲੀਆਂ ਕਰਦੇ ਉਹਨੂੰ ਜੂਆ ਖੇਡਣਾ ਕਹਿੰਦੇ। ਉਹ ਬਿਲਕੁਲ ਇੰਦਰੀਆਂ ਦੇ ਰਸ, ਇੰਦਰੀਆਂ ਦੇ ਦੁਆਰਾ ਜੂਆ ਖੇਡਦੇ ਆ ਆਪਾਂ ਨਾ। ਇੰਦਰੀਆਂ ਦੇ ਜਿਹੜਾ ਹੈਗਾ ਇੰਦਰੀਆਂ ਦੇ ਭੋਗਾਂ ਨੂੰ ਆਪਾਂ ਸਮਝਦੇ ਆ ਵੀ ਆਹ ਚੀਜ਼ ਉੱਥੇ ਦਾ ਲਾ ਦਿੰਨੇ ਆ, ਬਸ ਸਵਾਸ ਉੱਥੇ ਲਾ ਦਿੰਨੇ, ਆਹੀ ਜੂਆ ਕੱਚ ਦੇ ਉੱਤੇ। ਹਾਂ ਤੇ ਇਸ ਕਰਕੇ ਕਹਿੰਦੇ ਹਾਂਜੀ ਜੀ ਸਭ ਅਗਲੀ ਤੁਕ ਤੇ ਜਾਈਏ। ਹਾਂਜੀ ਵੀਰ ਜੀ। ਉਹ ਨਾ ਮੋਰ ਕਰ ਅਧਿਕ ਲਾਡ ਧਰੇ ਪੇਖਤ ਹੀ ਜਮਰਾਓ ਹਸੇ। ਕਹਿੰਦੇ ਤੇ ਜਿੰਨਾ ਇਹ ਐਕਚੁਅਲੀ ਐਗਜ਼ਾਮਪਲ ਦਿੱਤੀ ਆਪਾਂ ਨੂੰ ਬੱਚੇ ਦੀ, ਪਰ ਅਸਲੀ ਹੈ ਆਪਾਂ ਜਿਹੜੇ ਮਾਇਆ ਦੇ ਵਿੱਚ, ਸਵਾਦਾਂ ਦੇ ਵਿੱਚ, ਮੋਹ ਦੇ ਵਿੱਚ ਲੱਗੇ ਹੋਏ ਆ। ਅਸਲੀ ਚੀਜ਼ ਉਹ ਹੈਗੀ ਆ। ਆਪਾਂ ਬਾਰ-ਬਾਰ ਹੋਰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗਾ ਮਾਇਆ ਦੇ ਭੋਗ ਵਿਲਾਸਾਂ ਦੇ ਵਿੱਚ ਫਸਦੇ ਆ ਤੇ ਉਹਦੇ ਵਿੱਚ ਹੀ ਜਿਹੜਾ ਬੜਾ ਉਹਨੂੰ ਚਾਅ ਦੇ ਨਾਲ ਜਿਹੜਾ ਹੈਗਾ ਆਪਾਂ ਉਹਨਾਂ ਦੇ ਲਾਡ ਕਰਦੇ ਆ। ਤੇ ਯਮਰਾਜ ਹੱਸਦਾ ਹੈ, ਕਹਿੰਦੇ ਦੇਖ ਮੇਰੇ ਵੱਲ ਕਿੰਨਾ ਸਪੀਡ ਦੇ ਨਾਲ ਮੇਰੇ ਵੱਲ ਆ ਰਿਹਾ, ਮੇਰੇ ਅੜਿੱਕੇ 'ਚ ਚੜ ਰਿਹਾ ਹੈ, ਕਿੰਨੀ ਸਪੀਡ ਦੇ ਨਾਲ। ਉਹ ਇਹ ਦੇਖ ਕੇ ਹੱਸਦਾ ਹੈ, ਭਾਈ ਕਾਹਦੇ ਵਾਸਤੇ ਇਹਨੂੰ ਮਿਲੇ ਸੀ, ਇਹ ਜਨਮ ਮਿਲਿਆ ਸੀ ਮਨੁੱਖੀ ਜੀਵਨ, ਔਰ ਕੀ ਕਰੀ ਜਾ ਰਿਹਾ ਹੈ। ਹਾਂਜੀ ਵੀਰ। ਹਾਂ ਬਿਲਕੁਲ ਠੀਕ ਹੈ ਜੀ। ਬਾਣੀ ਤੇ ਉਹ ਕਹਿ ਰਹੀ ਹੈ ਕਿ 40 ਰੁਪਇਆ ਦਿੱਤਾ ਸੀ 500, ਕੋਈ ਕੰਮ ਦੀ ਚੀਜ਼ ਖਰੀਦਣੀ ਸੀ, ਇਹ ਪਤਾ ਨਹੀਂ ਕੀ ਇਕੱਠਾ ਕਰੀ ਜਾਂਦੇ। ਦੇਖ ਲਓ ਤੇ ਉਹ ਹੱਸਣੀ ਅਗਲੇ ਨੇ, ਉਹਨੇ ਕਹਿਣਾ ਕਿ ਹੁਣ ਜਿਹਨੇ ਦਿੱਤੇ ਉਹ ਕਹਿੰਦਾ ਭਰਾਵਾ ਤੈਨੂੰ ਜਿਹੜਾ ਕੰਮ ਕਰਨਾ ਤੇ ਭੇਜਿਆ ਸੀ ਉਹ ਸਮਾਨ ਵੀ ਖਰੀਦ ਲੈਂਦਾ 10-20 ਰੁਪਏ ਦਾ, 50-60 ਦਾ ਹੀ ਖਰੀਦ ਲੈਂਦਾ, 500 ਤੇ ਹੈਗਾ ਸੀ ਕਮ ਸੇ ਕਮ 450 ਇੱਧਰ ਉੱਧਰ ਹੋਰ ਜੋ ਮਰਜ਼ੀ ਕਰ ਲੈਂਦਾ, 50 ਰੁਪਏ ਦੀ ਚੀਜ਼ ਤੇ ਖਰੀਦ ਲੈ। ਉਹਨੂੰ 2 ਘੰਟੇ ਕਹਿੰਦੇ ਆ। ਮਹਾਰਾਜ ਤਾਂ ਕਹਿੰਦੇ ਆ ਕਿ ਗੋਰਖੀ ਸਾਹਿਬ, ਮਹਾਰਾਜ ਤਾਂ ਕਹਿੰਦੇ ਕਿ ਤੇਰੇ ਕੋਲ ਨਾ ਇੱਕ ਤਿਲ ਜਿੰਨਾ ਵੀ ਖਰੀਦਿਆ ਹੁੰਦਾ ਨਾ ਤਾਂ ਵੀ ਤੈਨੂੰ ਜਿਹੜਾ ਹੈਗਾ ਛੂਟ ਦੇ ਦੇਣੀ ਸੀਗੀ।
ਕਹਿੰਦੇ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਕਹਿੰਦੇ ਤਿਲ ਜਿੰਨਾ ਵੀ ਹੈ ਤੇਰੇ ਕੋਲ, ਤਿਲ ਜਿੰਨੀ ਵੀ ਭਗਤੀ ਕੀਤੀ ਹੈ ਤੂੰ। ਆਓ ਗੱਲ ਤੇ ਉਹੀ ਹੈ ਨਾ ਕਿ ਤੂੰ ਕਿਤੇ ਕਿਤੇ ਪਦਾਰਥਾਂ ਤੋਂ ਇਲਾਵਾ ਕੁਝ ਮੰਗਿਆ ਹੀ ਉਹ ਤੇ ਵੱਡੀ ਗੱਲ ਹੈ ਜੀ। ਠੀਕ ਹੈ ਜੀ। ਹੁਣ ਇੱਥੇ ਬਾਣੀ ਆਪਣੀ ਇਹ ਸਮਝਾ ਰਹੀ ਆ ਕਿ ਤੇਰੀ ਔਤ ਘਟ ਰਹੀ ਆ ਤੇ ਤੂੰ ਮੋਰ ਕਰੀ ਜਾ ਰਿਹਾ ਮੇਰਾ ਮੇਰਾ ਮੇਰਾ। ਹਾਂ। ਔਰ ਉਹ ਤੈਨੂੰ ਇਹ ਤੇਰੀਆਂ ਹਰਕਤਾਂ ਵੇਖ ਕੇ ਉਹ ਜਿੱਦਾਂ ਮਤਲਬ ਉਹ ਸਿਮ ਨਹੀਂ ਖੁੱਲ ਜਾ ਸਿਮ। ਹਾਂਜੀ ਹਾਂਜੀ। ਤੂੰ ਅੰਦਰ ਗਿਆ ਉਹ ਵੇਖਦਾ ਬੰਦਾ ਉਹ ਜਾਂਦਾ ਅੰਦਰ ਤੇ ਉਹ ਕਿੱਦਾਂ ਉਹਦੀ ਅੱਖਾਂ 'ਚ ਚਮਕ ਵੇਖੋ। ਉਹ ਸੋਨਾ ਚੁੱਕਣ ਦਿਆ, ਕਿਤੇ ਅਸ਼ਰਫੀਆਂ ਚੁੱਕਣ ਦਿਆ, ਕਿਤੇ ਹੀਰੇ ਚੁੱਕਣ ਦਿਆ, ਕਿਤੇ ਹਾਰੇ ਚੁੱਕਣ ਦਿਆ। ਔਰ ਸਾਨੂੰ ਸਾਰਿਆਂ ਨੂੰ ਟੈਨਸ਼ਨ ਪਈ ਹੁੰਦੀ ਜਿਹੜੇ ਬਾਹਰ ਬੈਠੇ ਹੁੰਦੇ ਆ ਨਾ, ਆਪਾਂ ਫਿਲਮ ਵੇਖਦੇ ਹੁੰਦੇ ਆ ਕਿ ਬਈ ਸਿਮ ਤੇ ਬੰਦ ਹੋ ਰਹੀ ਆ ਤੇ ਤੂੰ ਉਹ ਭੋਲਿਆ ਕਿੱਥੇ ਲਾਲਚ 'ਚ ਪੈ ਗਿਆ। ਉਹ ਸਿਮ ਸੇ ਸਾਡੀ ਵੀ ਹੈਗੀ ਹੈ। ਇਹੋ ਤੇ ਬਾਣੀ ਕਹਿ ਰਹੀ ਹੈ ਕਿ ਦਿਨ ਕਰਕੇ ਤੇਰਾ ਜੀਵਨ ਹੈ, ਕਮ ਸੇ ਕਮ ਤੂੰ ਜ਼ਿਆਦਾ ਨਹੀਂ, ਤੂੰ ਥੋੜਾ ਜਿਹਾ ਸਮਾਂ ਕੱਢ ਔਰ ਰਾਈਟ ਡਾਇਰੈਕਸ਼ਨ ਨਾਲ ਚੱਲ ਤੇ ਉਹ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ। ਕਿਉਂਕਿ ਉਹ ਸਫ਼ਰ ਉੱਥੇ ਤੇਰਾ ਕੋਈ ਸਹਾਈ ਨਹੀਂ ਹੋਣਾ, ਤੇਰਾ ਨਾਮ ਸਹਾਈ ਹੋਣਾ। ਉੱਥੇ ਜਿਹੜੇ ਸਫ਼ਰ ਤੇ ਤੂੰ ਨਿਕਲ ਚੱਲਿਆ ਨਾ, ਉੱਥੇ ਇਹ ਤੇਰੇ ਪਦਾਰਥ, ਤੇਰਾ ਨਾਂ, ਕੋਈ ਰੁਤਬਾ, ਤੇਰੇ ਧੀਆਂ ਪੁੱਤ ਤੇ ਤੇਰੇ ਵੇਹਨੇ ਤੇਰੇ ਤੋਂ ਦੂਰ ਹੋ ਜਾਣੇ। ਚੰਗਾ ਭਲਾ ਹੋਵੇਗਾ, ਤੇਰਾ ਦਿਮਾਗ ਨਾ ਟਿਕਾਣੇ ਲੈ ਆਉਣਾ 2 ਮਿੰਟਾਂ 'ਚ। ਬਿਲਕੁਲ। ਇਹ ਜਿਹੜਾ ਤੇਰਾ ਜਿਹੜੀ ਖੁਜਲੀ ਹੈਗੀ ਨਾ ਤੇਰੀ ਉਤਾਰ ਦੇਣੀ ਨਾ, ਤੇਰੇ ਵੇਹਨੇ ਵਾ ਤੇਰਾ ਮੁੜ ਕੇ ਤੈਨੂੰ ਦੁੱਖ ਥੋੜਾ ਲੱਗਣਾ। ਫਿਰ ਤੂੰ ਪਛਤਾਉਣਾ ਵਾ ਕਿ ਇਹ ਕੀ ਕੀਤਾ ਮੈਂ। ਤੇ ਉਹਨਾਂ ਨੇ ਕਹਿਣਾ ਹੈ ਕਿ ਇਹ ਕੀਤਾ ਨਹੀਂ, ਤੂੰ ਆਂਢ ਗੁਆਂਢ ਨਹੀਂ ਨਾ ਫਿਰ ਮਾਰੀ। ਕਿੱਡੇ ਵੱਡੇ ਜਿਹੜੀਆਂ ਵੱਡੀਆਂ ਫਰਮਾਂ ਨੇ ਜਿਨ੍ਹਾਂ ਦੇ ਪਤਾ ਨਹੀਂ ਕਰੋੜਾਂ ਰੁਪਈਏ, ਉਹਨਾਂ ਦਾ ਜੀਵਨ ਨਹੀਂ ਤੂੰ ਦੇਖਿਆ। ਤੈਨੂੰ ਨਹੀਂ ਅਕਲ ਆਈ ਕਿ ਇਹ ਤੇ ਸੰਸਾਰ ਹੈ ਤੇ ਜੀਵ ਹੈਗੇ ਨੇ, ਤੇਰੇ ਰਾਹੀਂ ਪੈਦਾ ਹੋਏ ਨੇ ਪਰ ਤੇਰੇ ਨਹੀਂ ਹੈਗੇ। ਹਾਂ, ਤੇਰਾ ਫਰਜ਼ ਹੈਗਾ, ਤੂੰ ਫਰਜ਼ ਨੂੰ ਫਰਜ਼ ਜਗ੍ਹਾ ਰੱਖ ਤੇ ਮੋਹ ਨੂੰ ਆਪਣੀ ਜਗ੍ਹਾ ਰੱਖ, ਤਾਂ ਜੋ ਤੈਨੂੰ ਮੁਸ਼ਕਲ ਨਾ ਆਵੇ। ਤੁਹਾਨੂੰ ਦੁੱਖ ਬਹੁਤ ਲੱਗਣਾ ਤੈਨੂੰ, ਹਨਾ। ਹਾਂਜੀ ਨਿਜਰ ਸਾਹਿਬ ਅੱਗੇ ਚਲੀ। ਹਾਂ, ਅੱਗੇ ਤਾਂ ਬਹੁਤ ਕਮਾਲ ਕੀਤਾ ਹੈ ਜੀ। ਅੱਗੇ ਮਾਲਕ ਨੂੰ ਕਹਿੰਦੇ ਆ, ਕਹਿੰਦੇ ਇਹ ਕਿਉਂ ਹੋ ਰਿਹਾ ਹੈ, ਮੋਹ ਕਿਉਂ ਪੈ ਰਿਹਾ, ਇਨਸਾਨ ਕਿਉਂ ਫਸ ਰਿਹਾ ਮੋਹ ਦੇ ਵਿੱਚ, ਕਿਉਂ ਜਿਹੜਾ ਲਾੜ ਲੜਾ ਰਿਹਾ ਹੈ। ਕਹਿੰਦੇ ਐਸਾ ਤੈਂ ਜਗ ਭਰ ਮੇ ਲਾਇਆ। ਕਹਿੰਦੇ ਤੂੰ ਲਾਇਆ ਤਾਂ ਹੀ ਤਾਂ ਲੱਗਿਆ ਹੋਇਆ ਹੈ। ਐਸਾ ਤੈਂ ਜਗ ਭਰ ਮੇ ਲਾਇਆ, ਤੂੰ ਇਹ ਪਦਾਰਥ, ਸਵਾਦ, ਚੋਗਾ, ਰਸਕਸ, ਇਹ ਭੋਗ, ਇਹ ਸਾਰਾ ਆਪਣੇ ਪੁਰਜੇ ਫਿੱਟ ਕੀਤੇ ਇਨਸਾਨ ਦੇ ਅੰਦਰ। ਸਾਰੇ ਭੋਗ, ਜੀਭ ਦੇਖ ਲਓ ਕਿੰਨੇ ਸਵਾਦ ਚਸਕੇ ਲੈਂਦੀ ਹੈ ਸਾਰਾ ਆਪਣਾ ਸਰੀਰ ਦੇ। ਕਹਿੰਦੇ ਐਸਾ ਤੈਂ ਜਗ ਭਰ ਮੇ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ। ਕਹਿੰਦੇ ਕਿਵੇਂ ਬੁੱਝ ਸਕਦਾ ਹੈ ਜੇ ਮਾਇਆ ਨੇ ਮੋਹ ਲਿਆ। ਹੁਣ ਮਾਇਆ ਦੇ ਮੋਹ ਤੋਂ ਜਿਹੜਾ ਹਟੂਗਾ ਤਾਂ ਜਿਹੜਾ ਬੁੱਝ ਸਕਦਾ ਹੈ। ਜਦ ਤੱਕ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਨਹੀਂ ਬੁੱਝ ਸਕਦਾ। ਰਹਾਓ। ਹਾਂਜੀ ਗੁਰਕੀ ਸਾਹਿਬ। ਬਿਲਕੁਲ ਠੀਕ ਹੈ ਜੀ। ਹੁਣ ਕਹਿੰਦੇ ਆ ਕਿ ਇਹ ਜਗਤ ਜਿਹੜਾ ਹੈ, ਦੇਖੋ ਗੇਮ ਤੇ ਦੋਨੋਂ ਸਾਈਡ ਤੇ ਬਰਾਬਰ ਹੈ। ਗ੍ਰੰਥ ਆਪਣੀ ਜਗ੍ਹਾ ਰੌਲਾ ਪਾ ਰਹੇ ਨੇ ਤੇ ਦੂਜੀ ਮਾਇਆ ਦਾ ਵੀ ਉਹਦਾ ਵੀ ਤੇ ਗਾਣਾ ਗਾਇਆ ਜਾ ਰਿਹਾ ਹੈ। ਪਰ ਇਹ ਹੈ ਕਿ ਬੰਦੇ ਦੀ ਆਪਣੀ ਮਰਜ਼ੀ ਹੈ, ਉਹਨੇ ਕਿੱਧਰ ਜਾਣਾ। ਮਾਇਆ ਨੇ ਜੇ ਸਭ ਜ਼ਬਰਦਸਤੀ ਨਹੀਂ ਖੜਦੀ ਤੁਹਾਨੂੰ। ਇਹ ਵੇ ਤੇ ਐਵੇਂ ਲੋਕੀ ਤੇ ਮਾਇਆ ਨੂੰ ਬਦਨਾਮ ਕਰੀ ਜਾਂਦੇ ਆ। ਹਾਂ, ਮਾਇਆ ਆਉਂਦੀ ਆ ਕਿਉਂਕਿ ਉਹ ਵੀ ਸਾਨੂੰ ਚੁੱਕਣਾ ਚਾਹੁੰਦੀ। ਇੱਕ ਟਾਈਮ ਆਊਗੀ ਮਾਇਆ ਸਾਨੂੰ ਸਾਨੂੰ ਮੁਕਤ ਵੀ ਕਰਨਾ ਚਾਹੁੰਦੀ ਹੈ। ਪ੍ਰਕਿਰਤੀ, ਮਾਇਆ ਦਾ ਮਤਲਬ ਪ੍ਰਕਿਰਤੀ। ਆਪਣਾ ਮਾਇਆ ਕਿਤੇ ਲੋਕੀ ਇਹ ਸੋਚਦੇ ਮਾਇਆ ਕੋਈ ਪੈਸੇ ਗੱਲ ਕਰੀਂਦੇ, ਪੈਸਾ ਪੂਆ ਨਹੀਂ ਹੁੰਦਾ ਨਾ, ਮੋਹ ਹੁੰਦਾ ਵਾ। ਮਾਇਆ ਦਾ ਮਤਲਬ ਇਹ ਜੋ ਵੀ ਕੋਈ ਦਿਖਦਾ ਹੈ ਪਸਾਰਾ, ਇਹ ਮਾਇਆ ਦਾ ਮਤਲਬ ਇਹਨੇ ਪਿੰਡ ਸੇ ਜਾਣਾ ਹੈ। ਇਹ ਫਿਕਸ ਨਹੀਂ ਹੈਗੀ, ਪ੍ਰਪੰਚ ਹੈ। ਇਹਦੇ ਅੰਦਰ ਕੁਝ ਵੀ ਆ ਗਿਆ, A to Z ਜੋ ਵੀ ਹੈ 5 ਤੱਤਾਂ ਦਾ ਬਣਿਆ, ਇਹਨੂੰ ਮਾਇਆ ਕਹਿੰਦੇ। ਔਰ ਇੱਥੇ ਇਸ ਕਰਕੇ ਗ੍ਰੰਥਾਂ ਦੇ ਵਿੱਚ ਖਾਸ ਕਰਕੇ ਜੀਵ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਤੂੰ ਇਹ ਨਾ ਹੋਵੇ ਕਿ ਤੂੰ ਵਾਪਸ ਜਾਣ ਦਾ ਤੇਰਾ ਟਾਈਮ ਆ ਜਾਵੇ ਔਰ ਤੂੰ ਇੱਥੇ ਉਲਝਿਆ ਰਵੇਂ। ਇਹ 5 ਤੱਤਾਂ ਤੋਂ ਇਲਾਵਾ ਇੱਕ ਤੱਤ ਹੋਰ ਹੈਗਾ ਜਿਹਨੂੰ ਆਪਾਂ ਕਹਿੰਦੇ ਨਾ ਦਸਵਾਂ ਦਵਾਰ। ਦਸਵਾਂ ਦਵਾਰ ਮਤਲਬ ਇਹਨਾਂ 5 ਤੱਤਾਂ ਤੋਂ ਸੋਚੀ ਨੂੰ ਅੱਗੇ ਕੱਢ ਕੇ ਲੈ ਜਾਣਾ। ਉੱਥੇ ਪਹੁੰਚਣਾ ਬਹੁਤ ਜ਼ਰੂਰੀ ਆ। ਤੇਰਾ ਸੇਫ ਜ਼ੋਨ ਉੱਥੇ ਆ ਔਰ ਤੇਰੇ ਜੀਵਨ ਦਾ ਜਿਹੜਾ ਲਕਸ਼ ਹੈਗਾ ਉਹ ਉੱਥੇ ਸੇਫ ਜ਼ੋਨ 'ਚ ਪਹੁੰਚਣਾ ਹੈ। ਤਾਂ ਕੋ ਕਾਲ ਨਾ ਖਾਏ। ਉਹ ਤੁਕ ਬੋਲ ਦੋ, ਚਾਪ ਮਰੇ ਅਜੱਪਾ ਮਰੇ ਅਨਹਦ ਵੀ ਮਰ ਜਾਏ, ਸੁਰਤ ਸਮਾਨੀ ਸ਼ਬਦ ਮੈਂ ਤਾਂ ਕੋ ਕਾਲ ਨਾ ਖਾਏ। ਔਰ ਜਦੋਂ ਤੇਰੀ ਸੁਰਤ ਜਿਹੜੀ ਸ਼ਬਦ ਦਾ ਮਤਲਬ ਆਤਮਾ ਹੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਵਰਤਿਆ, ਨਹੀਂ ਸ਼ਬਦ ਨਹੀਂ ਹੈ ਕਬੀਰ ਆਪਣੇ ਗੋਰਖੀ ਸਾਹਿਬ, ਉੱਥੇ ਹੈਗਾ ਸੁਰਤ ਸਮਾਨੀ ਸੁਨ ਮੈਂ ਸੁਨ। ਹਾਂ,
ਹਾਂ ਸੁਣ ਕਹਿ ਲੋ, ਸ਼ਬਦ ਕਹਿ ਲੋ, ਨਿੱਜਰ ਸਾਹਿਬ, ਇਹ ਨਾ ਪਰਮਾਤਮਾ ਨੂੰ ਹੀ ਰਿਪਰੈਜ਼ੈਂਟ ਹਾਂ ਬਿਲਕੁਲ ਪਰਮਾਤਮਾ ਨੂੰ ਰਿਪਰੈਜ਼ੈਂਟ ਕਰਦੇ ਆ, ਬਿਲਕੁਲ ਇਹ ਗੱਲ ਬਿਲਕੁਲ ਨਾਨਕ ਪਾਤਸ਼ਾਹ ਦੀ ਬਾਣੀ ਦੇਖ ਲਓ ਨਾ ਤੁਸੀਂ, ਉਹਨਾਂ ਨੇ ਸ਼ਬਦ ਵਰਤਿਆ, ਉਹ ਬਾਰ-ਬਾਰ ਉਹਨਾਂ ਨੇ ਜੋਗੀਆਂ ਨੇ, ਉਹ ਮਛੰਦਰ ਨਾਥ ਨੇ ਪੁੱਛਿਆ ਕਿ ਤੁਸੀਂ ਸ਼ਬਦ ਕਹਿੰਦੇ ਸ਼ਬਦ ਕੀ ਹੈਗਾ? ਸ਼ਬਦੇ ਹੋਇਆ ਆਕਾਸ਼, ਸ਼ਬਦੇ ਹੋਇਆ ਆ ਸਾਰਾ ਕੁਝ, ਉਹਨਾਂ ਨੇ ਬੜਾ ਚੰਗੀ ਤਰ੍ਹਾਂ ਦੱਸਿਆ। ਸ਼ਬਦ ਦਾ ਮਤਲਬ ਪਰਮਾਤਮਾ ਦੀ ਹੀ ਗੱਲ ਕਰਦੇ ਨੇ, ਸੁਣ ਦਾ ਮਤਲਬ ਵੀ ਪਰਮਾਤਮਾ ਹੀ ਹੈ ਨਿੱਜਰ ਸਾਹਿਬ। ਹਾਂ ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਹਾਂ ਅੱਖਰ ਥੋੜੇ ਜਿਹੇ ਏਦਾਂ ਦੇ ਹੁੰਦੇ ਤੇ ਇਹਦੇ ਵਿੱਚ, ਕਿਉਂਕਿ ਭਾਸ਼ਾ 'ਚ ਦਮ ਨਹੀਂ ਹੁੰਦਾ, ਉਹ ਪਰਮਾਤਮਾ ਦੇ ਬਾਰੇ ਕਿਤੋਂ ਦੱਸੋਗੀ? ਉਹ ਬਸ ਏਦਾਂ ਹੀ, ਜਿੱਦਾਂ ਮੈਥ ਦਾ ਸਵਾਲ ਨਹੀਂ ਹੁੰਦਾ ਕਿ ਇਹਦੀ ਵੈਲਿਊ ਐਕਸ ਆ। ਬਿਲਕੁਲ ਸਹੀ ਗੱਲ ਹੈ। ਤੇ ਮੁੜ ਕੇ ਸਾਰਾ ਸਵਾਲ ਹੱਡ ਕਰਕੇ ਉਸ ਜਸਟ ਇੱਕ ਰੈਫਰੈਂਸ ਹੁੰਦਾ ਵਾ ਕਿ ਇਹਦੀ ਵੈਲਿਊ ਇੰਨੀ, ਬਸ ਉਹ ਇੱਕ ਫਾਰਮੂਲਾ ਹੈ, ਬਸ ਉਹ ਹਿਸਾਬ ਇੱਥੇ। ਬਿਲਕੁਲ ਇੱਥੇ ਕਹਿੰਦੇ ਆ ਕਿ ਐਸਾ ਫਰਮਾਇਆ। ਇਹ ਵੀ ਇੱਕ ਗੇਮ ਹੈ, ਇੰਟਰਸਟਿੰਗ ਗੇਮ ਹੈ। ਜਦੋਂ ਸਸਪੈਂਸ ਹੀ ਨਾ ਹੋਊਗਾ ਤੇ ਉਹ ਕਾਹਦੀ ਫਿਲਮ ਹੋਈ? ਇਹ ਸਸਪੈਂਸ ਹੈਗਾ। ਪਰਮਾਤਮਾ ਨੇ ਏਦਾਂ ਉਹਦਾ, ਤਾਂ ਹੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਨਾ, ਮੈਂ ਪਰਮ ਪੁਰਸ਼ ਦਾ ਦਾਸਾ ਦੇਖਣ ਆਇਆ ਜਗਤ ਤਮਾਸ਼ਾ। ਹਾਂਜੀ ਹਾਂ, ਮੈਂ ਦਾਸਾ ਹਾਂ ਤਾਂ ਮੈਂ ਜਗਤ ਮੈਂ ਤਮਾਸ਼ਾ ਦੇਖਦਾ। ਔਰ ਜੇਕਰ ਆਪਾਂ ਇਹਨੂੰ ਸੱਚਾਈ ਸਮਝ ਲੈਂਦੇ ਆ, ਤਮਾਸ਼ਾ ਨਹੀਂ ਸਮਝਦੇ, ਫਿਰ ਗੜਬੜ ਹੈ, ਫਿਰ ਪ੍ਰੋਬਲਮ ਹੋ ਜਾਏ। ਹਾਂਜੀ ਨਿੱਜਰ ਸਾਹਿਬ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ ਰਹਾਓ। ਹਾਂ ਉਹ ਤੇ ਤੁਸੀਂ ਰੱਬ ਦੀ ਗੱਲ ਕਰੋ ਇੱਥੇ ਲਾ ਕੇ ਲੋਕਾਂ ਨੂੰ, ਉਹ ਕਹਿੰਦੇ ਭਰਾਵਾ ਮੇਰੇ ਤੇ ਭੜੋਲੇ ਜਾਟਾ ਪਾਓ, ਗੱਲ ਕਰੋ। ਤੇ ਉਹ ਅੱਜ ਮੈਂ ਇੱਕ ਸਰਦਾਰ ਜੀ ਵੇਖੇ ਨੇ, ਵੈਸੇ ਸਿੱਖ ਕੌਮ ਤੇ ਹੈ ਬੜੀ ਸ਼ਾਨਦਾਰ ਆ, ਪਰ ਇੱਥੇ ਨਲਾਇਕ ਵੀ ਬੜੇ ਹੈਗੇ। ਉਹ ਪਤਾ ਨੀ ਕੀ ਪਾਸਟਰ ਬਣਿਆ ਪਿਆ ਤੇ ਬੱਚੇ ਚ ਲੋਕਾਂ ਨੂੰ ਟੁੱਟੀਆਂ ਲਵਾਉਂਦੇ ਆ। ਆਹੋ ਪਾਈ ਆ ਤੁਸੀਂ ਪੋਸਟ ਮੈਂ ਦੇਖੀ ਸੀ। ਧਰਮ ਕਨਵਰਟ ਕਰ ਰਿਹਾ, ਮੈਂ ਹੈਰਾਨ ਹੋਇਆ। ਮੈਂ ਬਾਪ ਵੀ ਬਾ, ਇਹ ਵੀ ਸਾਡੇ ਚ ਕੋਈ ਨਾ ਕੋਈ ਨਲਾਇਕ ਤੇ ਪੈਦਾ ਹੁੰਦਾ ਹੀ ਰਹਿੰਦਾ, ਕੋਈ ਨਵਾਂ ਜੱਬ ਖੜਾ ਕੀਤਾ ਹੁੰਦਾ। ਤੇ ਇੱਕ ਐਸੇ ਲੋਕ, ਆਪਣੇ ਲੋਕ, ਇਹਨਾਂ ਲੋਕ ਇਹ ਚੀਜ਼ ਵਿਸ਼ਵਾਸ ਕਰਦੇ ਆ। ਆਪ ਜਸਟ ਸੋਚੋ ਕੀ ਏਦਾਂ ਧਰਮ ਕਨਵਰਟ ਕੀਤਿਆਂ ਤੁਸੀਂ ਕੀ ਕਰ ਲੋਗੇ? ਥੋੜੇ ਜਿਹੇ ਪੈਸਿਆਂ ਬਦਲੇ ਆਪਣਾ ਜ਼ਮੀਰ ਵੇਚਣ ਦੀ ਕਿਹੜੀ ਕਰਤੂਤ ਹੈਗੀ? ਕੀ ਉਹ ਤੁਹਾਡੇ ਸਕੂਲ ਦੇ ਬੱਚੇ ਦੀ ਫੀਸਾਂ ਦੇ ਦਿੰਦੇ ਨੇ, ਉੱਥੋਂ ਫੰਡਿੰਗ ਆਉਂਦੀ ਆ, ਥੋੜੇ ਬਹੁਤੇ ਪੈਸੇ ਮਿਲ ਜਾਂਦੇ ਨੇ। ਆਪ ਜੀ ਜਸਟ ਸੋਚੋ, ਮੇਰੇ ਕਈ ਸਰਕਲ ਚ ਮੁੰਡੇ ਹੈਗੇ ਆ, ਉਹ ਮੁੰਡਾ ਕਹਿੰਦਾ ਵਾ ਮੇਰਾ ਯਾਰ ਦੋਸਤ। ਗੋਰਖੀ ਜੀ ਮੈਂ ਇੰਟਰਫੇਅਰ ਕਰ ਰਹੀ ਹਾਂ। ਇਹ ਤਾਂ ਫਿਰ ਛੋਟੇ ਲੋਕ ਨੇ। ਮਦਰ ਟਰੇਸਾ ਕਿਸੇ ਨੂੰ ਵੀ ਅਡਾਪਟ ਕਰਨ ਤੋਂ ਪਹਿਲਾਂ ਉਹਨੂੰ ਈਸਾਈ ਬਣਾਉਂਦੇ ਸੀ। ਹਾਂ ਉਹ ਪਤਾ ਕੀ ਹੁੰਦਾ ਕਿ ਇਹ ਜਸਟ ਏਦਾਂ ਦੀ ਨਾ ਕੰਡੀਸ਼ਨ ਰੱਖਦੇ ਆ। ਪਰ ਇੱਕ ਗੱਲ ਹੈਗੀ, ਜੋ ਆਪਣੇ ਧਰਮ ਚ ਇਹ ਬਿਮਾਰੀ ਨਹੀਂ ਹੈਗੀ ਨਿੱਜਰ ਸਾਹਿਬ, ਨੋਟਿਸ ਕੀਤੀ? ਇਹ ਤੇ ਬਾਅਦ ਦੇ ਵਿੱਚ ਆਪਾਂ ਕੰਡੀਸ਼ਨ ਪੈਦਾ ਕਰਤੀ ਕਿ ਇਹ ਹੈ ਉਹ ਹੈ, ਬਟ ਬੇਸਿਕਲੀ ਜਿਹੜਾ ਆਪਣਾ ਧਰਮ ਸੀ, ਫਾਊਂਡੇਸ਼ਨ ਏਦਾਂ ਦੀ ਸੀ ਕਿ ਵੀ ਜਿੱਦਾਂ ਦਾ ਕੋਈ ਬੰਦਾ ਹੈਗਾ ਉਹਨੂੰ ਉਸੇ ਤਰ੍ਹਾਂ ਹੀ ਐਕਸੈਪਟ ਕਰਨਾ ਹੈ। 4 ਦਰਵਾਜ਼ੇ ਵੀ ਰੱਖਣ ਦਾ ਇਹੋ ਹੀ ਸੀ ਮੌਜੂਦ ਉਹਨਾਂ ਦਾ, ਜੋ ਵੀ। ਉਸ ਤੋਂ ਬਾਅਦ ਬਾਣੀ ਵੇਖੋ, ਬਾਣੀ ਅੱਜ ਸਿੱਖਾਂ ਨੇ ਕਬਜ਼ਾ ਕਰ ਲਿਆ, ਉਹ ਗੱਲ ਵੱਖਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਪਰ ਉਹ ਅਸਲ ਦੇ ਵਿੱਚ ਉਹ ਸਿੱਖਾਂ ਦਾ ਕੱਲਿਆਂ ਦਾ ਗੁਰੂ ਗ੍ਰੰਥ ਸਾਹਿਬ। ਔਰ ਇਹ ਸੱਚ ਹੈਗਾ। ਇਹ ਕੋਈ ਹੁਣ ਕੱਟੜਪੰਥੀ ਉਹ ਕਹਿ ਲੈ ਕਿ ਵੀ ਆਡਾ, ਇਹ ਇਹਦਾ ਨਹੀਂ ਹੈਗੀ ਬਾਣੀ, ਇਹ ਤੇ ਧੁਰਕੀ ਬਾਣੀ ਆਈ ਹੈ, ਪਰਮਾਤਮਾ ਦੀ ਬਾਣੀ ਸੀ। ਇਹਨਾਂ ਲੋਕਾਂ ਨੇ ਤਾਂ ਬਲੌਕ ਕਰਤੀ ਆ। ਔਰ ਉਹ ਤੁਹਾਨੂੰ ਪਤਾ, ਜਦੋਂ ਨਦੀ ਰੋਕਦੀ ਹੈ ਫਿਰ ਪਾਣੀ ਉਹਦਾ ਚੰਗਾ ਨਹੀਂ ਰਹਿ ਜਾਂਦਾ, ਉਹ ਚ ਫਿਰ ਕੁਛ ਨਾ ਕੁਛ ਕੁਰੀਤੀਆਂ ਆ ਜਾਂਦੀਆਂ। ਨਹੀਂ ਗੁਰਕੀ ਸਾਹਿਬ, ਹੁਣ ਨਹੀਂ ਇਹ ਬਲੌਕ ਹੋ ਸਕਦੀ, ਹੁਣ ਤਾਂ ਨੈਟ ਦੇ ਉੱਤੇ ਆ ਗਈ ਹੈ, ਹੁਣ ਕਿਹਨੇ ਬਲੌਕ ਕਰਨੀ ਹੈ? ਹੁਣ ਤਾਂ ਇਹ ਓਵਰਫਲੋ ਹੋ ਰਹੀ ਹੈ ਬਸ। ਹਾਂ ਹੁਣ ਨਹੀਂ, ਮਤਲਬ ਕਹਿਣ ਤੋਂ ਭਾਵੇਂ ਕਿ ਉਹ ਜਿੱਦਾਂ ਧਾਰਮਿਕ ਸਥਾਨਾਂ ਤੇ ਕਬਜ਼ੇ ਜੇ ਕਰ ਲੈਂਦੇ ਨਾ, ਫਿਰ ਉਹਦੀ ਮੈਂ ਗੱਲ ਕਰਦਾ। ਬਾਣੀ ਤੇ ਚਰੀ ਹੈਗੀ, ਬਾਣੀ ਦੇ ਤੇ ਮੁਕਤੀ ਕਰਨਾ ਸਾਨੂੰ। ਉਹ ਤੇ ਕਹਿੰਦੀ ਆ ਕਿ ਸਾਨੂੰ ਜਾਤ ਪਾਤ ਤੋਂ ਉੱਠੋ। ਲੰਗਰ ਤੇ ਪੰਗਤ ਦੀ ਸੰਸਥਾ ਚਲਾਉਣ ਦਾ ਕਾਰਨ ਇਹ ਸੀ ਕਿ ਸਾਡੇ ਅੰਦਰ ਬਿਮਾਰੀਆਂ ਸਨ। 40 ਕੁ ਸਾਲ, ਮੇਰੀ 42 ਸਾਲ ਉਮਰ ਹੈ, 35 ਸਾਲ ਤੋਂ ਪਹਿਲਾਂ ਮੈਂ ਵੀ ਵੇਖਦਾ, ਮੈਂ ਨਾਨਕੇ ਜਾਂਦਾ ਹੁੰਦਾ ਤੇ ਕਈਆਂ ਦੇ ਬਰਤਨਾਂ ਦਾ ਉਦੋਂ ਕੀਤਾ ਜਾਂਦਾ ਸੀ ਵਿਚਾਰ ਕਿ ਇਹ ਬਰਤਨ ਇੱਥੇ ਰੱਖਣੇ, ਉੱਥੇ ਰੱਖਣੇ ਵਗੈਰਾ। ਪਰ ਹੁਣ ਦੇਖੋ ਕਿੰਨੀ ਡਿਵੈਲਪਮੈਂਟ ਹੋ ਗਈ, ਆਪਾਂ ਕਿੰਨੇ ਸੁਧਰ ਗਏ ਹਨਾ। ਅੱਜ ਨਿੱਜਰ ਸਾਹਿਬ ਅੱਗੇ ਚੱਲੀਏ। ਮਾਇਆ ਜੀ ਹੈਗੀ ਹੈ, ਕੈਸਾ ਬੂਝੇ ਜਬ ਮੋਹਿਆ ਹੈ ਮਾਇਆ। ਕਹਿੰਦੇ ਕਿ ਇਹ ਕਿੱਦਾਂ ਬੂਝਿਆ ਜਾਵੇ, ਕਿਉਂਕਿ ਮਾਇਆ ਪ੍ਰਪੰਚ ਏਡਾ ਜ਼ਬਰਦਸਤ। ਇੱਕ ਤੇ ਆਪ ਬਾਜ਼ਾਰੋਂ ਕੋਈ ਚੀਜ਼ ਲੱਭ ਜੇ ਤੁਹਾਨੂੰ, ਤੁਸੀਂ ਜਸਟ ਸੋਚੋ, ਤੁਸੀਂ ਕੁੱਤਾ ਲੈ ਆਓ ਘਰੇ, ਉਹਨੂੰ 5-6 ਮਹੀਨੇ ਨੂੰ ਰੋਟੀ ਖਵਾਓ, ਵੱਡਾ ਕਰ ਲਿਓ, ਫਿਰ 6 ਮਹੀਨਿਆਂ ਬਾਅਦ ਤੁਹਾਡਾ ਕੁੱਤਾ ਗਵਾਚ ਜੇ ਤੇ ਸਾਰੇ ਟੱਬਰ ਦੇ ਭਾਦੀ ਬਣ ਜਾਂਦੀ। ਆਪ ਜਸਟ ਦੇਖੋ ਮੋਹ ਦੀ ਗੱਲ। ਪਰ ਇਹਦੀ ਜਗ੍ਹਾ ਮੈਂ ਹੋਰ ਡੀਪ ਜਾਣਾ। ਮਾਂ ਦੇ ਪੇਟ 'ਚ ਬੱਚਾ ਪੈਦਾ ਹੋਇਆ, ਪਿਓ ਲਾਗੇ ਬੈਠਾ ਹੈ, ਉਹ ਕਿਹੋ ਜਿਹਾ ਮੋਹ ਹੋਊਗਾ? ਦੱਸੋ, ਕਿੱਡਾ ਤਗੜਾ ਮੋਹ। ਉਹ ਇੰਨਾ ਕੁ ਜ਼ਿਆਦਾ ਗੁੰਨਿਆ ਹੈ, ਇਸ ਲਈ ਮਾਇਆ ਕਿਹਾ ਗਿਆ ਕਿ ਇੱਕ ਢਿੱਡ 'ਚੋਂ ਚੀਜ਼ ਪੈਦਾ ਹੋਈ ਆ, ਕਿੱਦਾਂ ਉਹਨੂੰ ਸਿੰਜਿਆ ਹੈ, ਕਿੱਦਾਂ ਉਹਨੂੰ ਵਧਾਇਆ ਹੈ। ਔਰ ਉਹ ਵੇਖ ਲਓ, ਇੰਨਾ ਐਸਾ ਮੋਹ ਹੋ ਜਾਂਦਾ ਹੈ
ਫਿਰ ਉਹ ਜਿਹੜਾ ਪਿਓ ਜਾਂ ਮਾਂ ਉਹ ਮਾੜੇ ਕਰਮ ਕਰਨ ਲੱਗੇ ਪਿੱਛੇ ਥੋੜੀ ਹੁੰਦੇ ਹੋ। ਉਹਨਾਂ ਨੇ ਉਹਨਾਂ ਨੂੰ ਸੰਸਾਰ ਦਿਖਦਾ ਹੀ ਨਹੀਂ, ਉਹਨਾਂ ਨੂੰ ਦਿਖਦਾ ਹੀ ਉਹ ਆ ਕਿ ਇਹ ਜਿਹੜਾ ਬੱਚਾ ਸਾਡਾ। ਔਰ ਇਹਨੇ ਉਹ ਜਦੋਂ ਦੁਰਯੋਧਨ ਦਾ ਪਿਓ ਸੀ, ਵੇਖਿਆ ਉਹ ਨਾਟਕ ਵੇਖੋ ਕਦੇ, ਤੇ ਉਹ ਕਿੱਦਾਂ ਉਹ ਵੇਂਦਾ ਪਿਆ ਵਾ, ਉਹਦੀ ਅੱਖਾਂ ਚਮਕਾਉਂਦੀ ਆ, ਪਿਓ ਦੱਸਦਾ ਵਾ ਕਿ ਮੈਂ ਏਦਾਂ ਠੱਗੀ ਮਾਰਾਂਗਾ, ਮੈਂ ਆਇਆ ਵੀ ਰਾਜ ਤੇ ਕਬਜ਼ਾ ਕਰ ਲਾਂਗਾ, ਮੈਂ ਇਹਨੂੰ ਕਰ ਦਾਂਗਾ। ਤੇ ਉਹ ਪਿਓ ਵੇਖੋ ਰਾਗ ਤੇ ਬੈਠਾ, ਉਹਦੇ ਮਨ ਚ ਨਹੀਂ ਹੁੰਦਾ ਕਿ ਮੈਂ ਇਹਨੂੰ ਚੰਗੀ ਮੱਤ ਦੇਵਾਂ। ਉਹ ਆਪਣੇ ਪੁੱਤ ਦੀ ਹਾਂ ਚ ਹਾਂ ਭਰਦਾ ਹੈ। ਏਦਾਂ ਆਪਾਂ ਕਰਦੇ ਆ, ਆਪਾਂ ਉਹਦੀ ਗੱਲ ਨਾ ਕਰੀਏ, ਆਪਾਂ ਆਪਣੀ ਗੱਲ ਕਰੀਏ। ਆਪਾਂ ਵੀ ਏਦਾਂ ਕਰਦੇ ਆ, ਥੋੜਾ ਬਹੁਤਾ ਇੱਧਰੋਂ ਪੈਸਾ ਮਿਲਦਾ ਹੈ ਆਪਾਂ ਚੁੱਕ ਲੈਂਦੇ ਆ। ਉਹ ਚੀਜ਼ ਸਾਡੇ ਅੰਦਰ ਹੈਗੀ ਤੇ ਇਹ ਚੀਜ਼ ਦਾ ਵਿਚਾਰ ਕਰਨ ਦੀ ਲੋੜ ਹੈ। ਹਾਂਜੀ ਨਜਰ ਸਾਹਿਬ, ਅੱਗੇ ਚਲੀਏ। ਅੱਗੇ ਦੇਖ ਲਓ ਵੀ ਅੱਗੇ ਜਿਹੜਾ ਹੈਗਾ ਮਹਾਰਾਜ ਨੇ ਪਰਮਾਤਮਾ ਨੇ ਭਰਮ ਚ ਲਾਇਆ ਹੋਇਆ ਸੰਸਾਰ ਦੇ, ਪਰ ਪਰਮਾਤਮਾ ਜਿਹੜਾ ਹੈਗਾ ਗਿਆਨ ਵੀ ਦੇ ਰਿਹਾ ਬ੍ਰਹਮ ਗਿਆਨੀਆਂ ਦੇ ਥਰੂ। ਆ ਦੇਖ ਲਓ ਕਬੀਰ ਜੀ ਕਹਿ ਰਹੇ, ਕਹਿੰਦੇ ਕਹਿਤ ਕਬੀਰ ਛੋੜ ਵਿਖਿਆ ਰਸ ਹਿਤ ਸੰਗਤ ਨਿਸ਼ਚੋ ਮਰਨਾ। ਕਹਿੰਦੇ ਵਿਸ਼ੇ ਵਿਕਾਰ ਵਿਖਿਆ ਰਸ ਛੱਡ ਦੇ ਭਾਈ। ਇਹ ਮੋਹ ਜਿਹੜਾ ਹੈਗਾ ਜਿਹਦੇ ਚ ਮੋਇਆ ਹੋਇਆ ਹੈ, ਸਵਾਦਾਂ ਨੂੰ ਛੱਡ ਦੇ, ਇਹ ਸਵਾਦਾਂ ਨੂੰ ਘਟਾ ਦੇ। ਇਹ ਇਸ ਸੰਗਤ ਦੇ ਵਿੱਚ ਰਹੇਗਾ, ਜੇ ਇਸ ਤਰ੍ਹਾਂ ਹੀ ਰਹੇਗਾ ਤੇ ਡੈਫੀਨੇਟਲੀ ਤੇਰੀ ਆਤਮਿਕ ਮੌਤ ਹੋਣੀ ਆ। ਤੂੰ ਜਿਹੜਾ ਹੈਗਾ ਜਮਰਾਓ ਜਿਹੜਾ ਹੱਸ ਰਿਹਾ ਆ, ਉਹਦੇ ਟੇਟੇ ਚੜਨਾ ਹੀ ਚੜਨਾ ਹੈਗਾ। ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ। ਕਹਿੰਦੇ ਰਮਈਆ ਨੂੰ ਜਪ ਲਾ, ਇਹ ਪ੍ਰਾਣਾ ਵਾਲਿਆ, ਪ੍ਰਾਣ ਸ਼ਕਤੀ ਵਾਲਿਆ, ਇਹ ਯੂਜ਼ ਕਰ ਲੈ ਇਹਨੂੰ ਸਹੀ, ਇਹਨੂੰ ਮਿਸਯੂਜ਼ ਮਤ ਕਰ। ਅਨੰਤ ਜੀਵਨ ਆਹੀ ਹੈ, ਅਨੰਤ ਜੀਵਨ ਜਿਹੜੀ ਆ ਅਬਨਾਸੀ ਮਾਲਕ ਪਰਮਾਤਮਾ ਦਾ ਸਾਥ ਹਮੇਸ਼ਾ ਵਾਸਤੇ ਜਿਉਣਾ ਆਹੀ ਹੈਗਾ ਭਾਈ। ਅਨੰਤ ਕਹਿੰਦੇ ਜਿਹਦਾ ਕੋਈ ਅੰਤ ਹੀ ਨਹੀਂ ਹੈ। ਅਨੰਤ ਜੀਵਨ ਬਾਣੀ, ਇਹੀ ਬਾਣੀ ਹੈ, ਇਹੀ ਬਣਾਊਗੀ ਤੈਨੂੰ। ਬਾਣੀ ਮਤਲਬ ਬਣਾਉਣ ਵਾਲੀ ਚੀਜ਼, ਇਹਨੇ ਬਣਾ ਦੇਣਾ ਤੈਨੂੰ ਅਨੰਤ ਜੀਵਨ ਵਾਲਾ ਜੇ ਜਪਣਾ ਸ਼ੁਰੂ ਕਰ ਦੇਗਾ ਤੇ। ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ, ਇਨ ਵਿਦ ਭਵ ਸਾਗਰ ਤਰਨਾ। ਆਹੀ ਭਵ ਸਾਗਰ ਹੈਗਾ ਭਾਈ। ਇਹ ਜਿਹੜਾ ਸਵਾਦਾਂ ਦਾ, ਵਿਸ਼ੇ ਵਿਕਾਰਾਂ ਦਾ, ਇਹ ਸਾਰਾ ਭਵ ਸਾਗਰ ਹੈ, ਇਸ ਨੂੰ ਤਰ ਜਾਏਗਾ। ਹਾਂਜੀ ਵੀਰ, ਹਾਂਜੀ ਬਿਲਕੁਲ ਠੀਕ ਹੈ ਜੀ। ਇੱਕ ਸੈਕਿੰਡ ਨਾ, ਈਸਾਈ ਮੱਤ ਦੀ ਮੈਂ ਗੱਲ ਸੁਣਾਉਂਦਾ। ਮੇਰਾ ਦੋਸਤ ਹੈਗਾ ਇੱਥੇ ਅਜਨਾਲੇ ਵੱਲ, ਤੇ ਮੈਂ ਉਹਨੂੰ ਮੁੰਡੇ ਨੂੰ ਸਰਸਰੀ ਸਵਾਲ ਕੀਤਾ, ਮੈਂ ਯਾਰ ਤੁਹਾਡੇ ਪਿੰਡ ਤੇ ਬੜੇ ਕ੍ਰੌਸ ਜੇ ਲੱਗੇ, ਕੀ ਮਸਲਾ ਵਾ? ਇੱਥੇ ਜ਼ਿਆਦਾ ਨਹੀਂ ਹੈਗੀ ਇਹ ਕਾਫੀ ਕਨਵਰਸ਼ਨ ਪਾਵਰਫੁਲ? ਉਹ ਕਹਿੰਦਾ ਮੇਰਾ ਦੋਸਤ ਹੀ ਬਣਿਆ ਇੱਕ। ਤੇ ਮੈਂ ਉਹ ਕਿਉਂ ਬਣਿਆ, ਉਹਦਾ ਕੀ ਕਾਰਨ? ਉਹ ਕਹਿੰਦਾ ਭਾਜੀ ਵੇਲੇ ਵੇਲੇ ਮੱਝ ਬਿਮਾਰ ਹੋ ਜਾਂਦੀ ਆ, ਉਹਦੀਆਂ 5 ਮੱਝਾਂ ਹੈਗੀਆਂ, ਤੇ ਫੋਨ ਮਾਰਦੇ ਆ ਈਸਾਈ ਦੇ ਡਾਕਟਰ ਆ ਕੇ ਤੇ ਉਹ ਟੀਕੇ ਫ੍ਰੀ ਚ ਲਾ ਕੇ ਚੱਲ ਜਾਂਦੇ ਆ। ਆਪ ਜਸਟ ਸੋਚੋ ਨਿਜਰ ਸਾਹਿਬ, ਮੈਂ ਲੋਕਾਂ ਦੇ ਹਾਲਾਤ ਹੋ ਕੇ ਮੈਂ ਠੀਕ ਹੈ, ਬੜਾ ਵਧੀਆ ਕੰਮ ਹੈ। ਕਹਿੰਦਾ ਕਿ ਉਹ ਕਹਿੰਦਾ ਕਿ ਤੂੰ ਏਦਾਂ ਕਰ, ਹਫ਼ਤੇ ਚ ਇੱਕ ਵਾਰੀ ਉੱਥੇ ਆ ਕੇ ਸਭ ਤੋਂ ਅਗਲੀ ਲਾਈਨ 'ਚ ਬਹਿਣਾ। ਨਿਜਰ ਸਾਹਿਬ ਜਿਹੜੀ ਅਗਲੀ ਲਾਈਨ ਹੁੰਦੀ ਨਾ, ਉੱਥੇ ਜਿਹੜੇ ਸਪੈਸ਼ਲ ਬੰਦੇ ਹੁੰਦੇ ਉਹਨਾਂ ਨੂੰ ਸਪੈਸ਼ਲ ਮਿਲਦੇ ਆ ਪੈਸੇ। ਕਹਿੰਦਾ ਕਿ 2 ਬੱਚੇ ਆ, ਕਹਿੰਦਾ ਕਿਹੜੇ ਸਕੂਲੇ ਪੜ੍ਹਨੇ ਆ? ਉਹ ਕਹਿੰਦਾ ਮੇਰੀ ਇੱਛਾ ਹੈਗੀ ਹੈ ਕਾਨਵੈਂਟ ਸਕੂਲੇ ਪੜ੍ਹਨ, ਜਿੱਥੇ ਆਮ ਹੀ ਵੱਡੇ ਵੱਡੇ ਲੋਕਾਂ ਦੇ ਘਰ ਬਣੇ। ਕਹਿੰਦਾ ਚੱਲ 2 ਬੱਚੇ ਤੇਰੇ 2 ਹੈਗੇ ਆ, ਠੀਕ ਹੈ ਜੀ, 2500 ਰੁਪਏ ਮਹੀਨੇ ਦੀ ਫੀਸ ਹੈ, ਚੱਲ 2 ਬੱਚੇ ਤੇਰੇ ਉੱਥੇ ਪੜ੍ਹਨਗੇ ਕਾਨਵੈਂਟ। ਕਿਹੜੇ ਸਕੂਲੇ ਪੜ੍ਹਨੇ? ਉਹ ਕਹਿੰਦਾ ਸਭ ਤੋਂ ਟੌਪ ਦਾ ਸਕੂਲ। ਕਹਿੰਦਾ ਉੱਥੇ ਪੜ੍ਹਨਗੇ, ਫੀਸ ਤੇਰੇ ਆਪਣੇ ਆਪ ਹੀ ਖਾਤੇ 'ਚ ਜਾਊਗੀ, ਟੈਨਸ਼ਨ ਨਹੀਂ ਲੈਣੀ, ਚੱਲ ਵੀ ਬੱਚੇ ਉੱਥੇ ਭੇਜ। ਕਹਿੰਦਾ ਤੂੰ ਲੈਣਾ ਵੀ ਤੇ ਬਹਿਣਾ ਹੀ, ਠੀਕ ਆ। ਕਹਿੰਦਾ ਵੈਰੀ ਗੁੱਡ। ਹੁਣ 1-2 ਕਰਕੇ ਇਸੇ ਤਰ੍ਹਾਂ ਕਹਿੰਦਾ ਕੋਈ ਲੋੜ ਪਈ ਕਿਤੇ ਇੱਧਰ ਉੱਧਰ, ਬਈ 2 ਮਿੰਟ 'ਚ ਕਹਿੰਦਾ ਉਹਨਾਂ ਦੇ ਮਸ਼ੀਨਰੀ ਤੇ ਚੈਰੀਟੇਬਲ 'ਚ ਪੈਸਾ ਆਉਂਦਾ ਵਾ। ਨਿਜਰ ਸਾਹਿਬ ਚੈਰਿਟੀ ਆਉਂਦੀ ਹੈ ਨਾ, ਉਹ ਯੂਰਪ ਤੁਹਾਨੂੰ ਪਤਾ ਆਮ ਹੀ ਲੋਕ ਬਹੁਤ ਪੈਸਾ ਭੇਜਦੇ। ਇੰਡੀਆ 'ਚ ਬਹੁਤ ਹਾਈ ਲੈਵਲ ਤੇ ਆ। ਆਉਣ ਵਾਲੇ 'ਚ ਮੈਨੂੰ ਲੱਗਦਾ 10 ਸਾਲਾਂ 'ਚ 50% ਲੋਕ ਕ੍ਰਿਸਚਨ ਹੋਣਗੇ ਪੰਜਾਬ 'ਚ। ਇਹ ਗੱਲ ਮੇਰੀ ਯਾਦ ਰੱਖਿਓ। ਜਿੰਨਾ ਵੀ ਜਿਹੜੇ ਹੈਗੇ ਨਾ ਜਿਹੜੇ ਵਿਚਾਰੇ ਗਰੀਬ ਤਬਕਾ, ਉਹਨਾਂ ਸਾਰਿਆਂ ਨੇ ਕਨਵਰਟ ਹੋ ਜਾਣਾ। ਪੈਸਾ ਬਹੁਤ ਦੇ ਰਹੇ ਆ ਭਾਜੀ, ਮਹੀਨੇ ਦਾ 15-20 ਰੁਪਏ ਅਗਲੀ ਹੈਲਪ ਕਰ ਰਹੇ ਆ, ਕਿੱਥੋਂ ਦੇ ਦਾਂਗੇ? ਦੂਜੇ ਦੇ ਸਕਦੇ ਨਹੀਂ। ਆਮ ਹੀ ਲੋਕਾਂ ਨੂੰ ਕਹਿੰਦੇ ਸਾਡੇ ਬੱਚਿਆਂ ਦੀ ਸਾਡੀ ਟੈਨਸ਼ਨ ਹੈ, ਅਗਲੇ ਕਹਿੰਦੇ ਕਿ ਰੱਬ ਤੇ ਸਾਰਾ ਇੱਕ ਹੀ ਆ। ਠੀਕ ਹੈ, ਪਰ ਇਹ ਗੱਲ ਹੈਗੀ ਹੈ, ਇੱਕ ਚਿੰਤਾ ਦਾ ਵਿਸ਼ਾ ਹੈਗਾ। ਪਰ ਸਾਡੇ ਜਿਹੜੇ ਨੁਮਾਇੰਦੇ ਹੈਗੇ ਆ, ਇੰਨਾ ਫਰਜ਼ ਬਣਦਾ ਸੀ, ਜੋ ਮੇਰੀ ਸੋਚ ਆ, ਭੋਲੇ ਗੁਰਦੁਆਰੇ 2-4 ਘੱਟ ਬਣਾ ਦਿੰਦੇ, ਸਕੂਲ ਬਣਾ ਦਿੰਦੇ, ਤਾਂ ਜੋ ਲੋਕਾਂ ਲਈ ਇਹ ਛੋਟੀਆਂ ਨੀਡਸ ਜਿਹੜੀਆਂ ਜ਼ਰੂਰਤਾਂ ਉਹ ਪੂਰੀਆਂ ਹੋ ਜਾਂਦੀਆਂ ਉਹਨਾਂ ਦੇ। ਇੱਕ ਬੱਚੇ ਨੂੰ ਪੜ੍ਹਾਉਣ ਦੇ ਲਈ ਇੱਕ ਬੰਦਾ ਧਰਮ ਚੇਂਜ ਕਰ ਰਿਹਾ, ਉਹ ਇਹ ਸੋਚਦਾ ਕਿ ਮੇਰਾ ਬੱਚਾ ਪੜ੍ਹ ਜੇ। ਪੂਰੀ ਉਹਦੇ ਮਨ 'ਚ ਇਹ ਲਾਲਚ ਤੇ ਹੋਈ ਆ ਕਿ ਮੈਂ ਉੱਥੇ ਗੁਰਦੁਆਰੇ ਦੀ ਜਗ੍ਹਾ ਮੈਂ ਇੱਥੇ ਚੱਲ ਜੂੰਗਾ। ਹੁਣ ਮੇਰਾ ਬੱਚੇ ਦੀ 5-6 ਰੁਪਏ ਫੀਸ ਹੈ, ਮੇਰਾ ਵੀ ਜੀਅ ਕਰਦਾ ਮੈਂ ਉੱਥੇ ਆਮ ਦੁੱਕੀ ਦੇ ਸਕੂਲ 'ਚ ਕਿਉਂ ਭੇਜਾਂ, ਮੇਰਾ ਬੱਚਾ ਚੰਗੇ ਸਕੂਲੇ ਪੜ੍ਹੇ। ਉਸ ਤੋਂ ਬਾਅਦ ਤੇ ਆ ਜੇ ਕੋਈ ਇਹ ਸਹੂਲਤਾਂ ਹੀ ਹੁੰਦੀਆਂ ਨੇ। ਜੈਸਾ ਪਹਿਲੇ ਦਿਨ ਤੋਂ ਹੀ ਧਰਮ ਜਿਹੜਾ ਹੁੰਦਾ ਨਾ, ਇਹ ਜਿਹੜੇ ਇਹ ਲੋਕ ਕੋਈ ਵੀ ਹੋਣਗੇ ਨਾ, ਤੁਸੀਂ ਦੇਖੋਗੇ ਇਹਦੇ ਪਿੱਛੇ ਬੈਕਗ੍ਰਾਉਂਡ ਹੁੰਦੀ ਆ। ਆਮ ਜਿਹੜਾ ਸੰਸਾਰਕ ਬੰਦਾ ਹੁੰਦਾ, ਜਿਹੜਾ ਬਿਲਕੁਲ ਹੀ ਗਰੀਬ ਤਬਕਾ ਹੁੰਦਾ ਵਾ, ਉਹ ਵਿਚਾਰੇ ਨੂੰ ਨਹੀਂ ਪਤਾ ਹੁੰਦਾ ਰੱਬ ਨੂੰ ਮਿਲਣਾ ਕਿ ਨਹੀਂ ਮਿਲਣਾ। ਉਹਨੂੰ ਇੰਨਾ ਮਤਲਬ ਹੁੰਦਾ ਕਿ ਬਈ
ਜ਼ਰੂਰਤਾਂ ਪੂਰੀਆਂ ਹੋਣ। ਰੱਬ ਨੂੰ ਕਿਉਂ ਯਾਦ ਕਰਦਾ? ਉਹ ਇਸ ਲਈ ਯਾਦ ਕਰਦਾ ਕਿ ਘਰੇ ਰੋਟੀ 'ਚ ਭੜੋਲਾ ਭੜਾਲਾ ਦਾਣੇ ਪਏ ਰਹਿਣ ਤੇ ਬੱਤੀ ਦਾ ਬਿੱਲ ਚੱਲਦਾ ਰਵੇ, ਉਹਦੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਹੁੰਦੀਆਂ ਨੇ। ਤੇ ਇਹ ਲੋਕ ਫਿਰ ਉਹ ਕਹਿੰਦੇ ਕਿ ਰੱਬ ਨੇ ਕੀਤਾ, ਕਦੋਂ ਪੂਰੀਆਂ ਕਰਨੀਆਂ ਕਿ ਨਹੀਂ ਕਰਨੀਆਂ, ਮੈਂ ਤੇਰੀਆਂ ਹੁਣੇ ਕਰ ਦਿੰਦਾ। ਨਿੱਜਰ ਸਾਹਿਬ ਬਿਲਕੁਲ ਇਹੋ ਹੀ ਤੇ ਅੱਲਾਹ ਵੀ ਤੇ ਰੱਬ ਕੋਲ ਤੇ ਇਹੋ ਮੰਗਣ ਦਿਆ। ਉਹ ਕਹਿੰਦਾ ਕਿ ਚਲੋ ਇਹ ਵੀ ਤੇ ਉਹੀ ਚੀਜ਼ ਹੈ, ਰੱਬ ਦਾ ਹੀ ਨਾਂ ਹੈ, ਕਿਹੜਾ ਉਲਟਾ ਪੁਲਟਾ ਨਾਂ। ਤੇ ਚਲੋ ਬੰਦੇ ਨੂੰ ਮੈਂ ਕਹਿੰਦਾ ਕਿ ਏਦਾਂ ਬੰਦੇ ਦਾ ਬ੍ਰੇਨ ਵਾਸ਼ ਕਰਕੇ ਲੋਕਾਂ ਨੂੰ ਏਦਾਂ ਜ਼ਰੂਰਤਾਂ ਪੂਰੀਆਂ ਕਰਕੇ ਔਰ ਏਦਾਂ ਕਰਦੇ ਆ। ਔਰ ਇਹ ਸਿੱਖ ਧਰਮ ਦੇ ਵਿੱਚ ਇੱਕ ਥੋੜੇ ਜਿਹੇ ਬੰਦਿਆਂ ਦੀ ਨਲਾਇਕੀ, ਜਿੱਦਾਂ ਮੈਂ ਕਹਿ ਸਕਦਾ ਵਾਂ, ਉਹ ਮੈਂ ਕਵਾਂਗਾ ਉਹਨਾਂ ਦੀ ਨਲਾਇਕੀ ਸੀ। ਉਹਨਾਂ ਨੇ ਇੱਕ ਸੋਹਣੀ ਇੱਕ ਕੌਮ, ਇੱਕ ਸਾਫ਼ ਸੁਥਰੀ ਕੌਮ ਨੂੰ ਇੱਧਰ ਉੱਧਰ ਲੋਕਾਂ 'ਚ ਵੰਡ ਕੇ ਰੱਖ ਦਿੱਤਾ ਕੇਵਲ ਪੈਸੇ ਦੇ ਲਈ। ਜੇ ਕਿਤੇ ਥੋੜੇ ਜਿਹੇ ਬੰਦੇ ਦੇ ਪੁੱਤ ਹੁੰਦੇ, ਇੱਥੇ ਪੰਜਾਬ 'ਚ ਇੰਨੇ ਬ੍ਰਹਮ ਗਿਆਨੀ ਪੈਦਾ ਹੋਣੇ ਸੀ ਨਾ, ਦੁਨੀਆ 'ਚ ਪਤਾ ਲੱਗਣਾ ਸੀ। ਪਰ ਨਹੀਂ, ਅਸੀਂ ਉਹ ਚੀਜ਼ 'ਚ ਅਸਫਲ ਹੋ ਚੁੱਕੇ ਹਾਂ ਤੇ ਹੋਰ ਵੀ ਡੀਗ੍ਰੇਡ ਹੋ ਰਹੇ ਹਾਂ। ਆਉਣ ਵਾਲੇ ਸਮੇਂ 'ਚ ਚਿੰਤਾ ਹੈਗੀ ਹੈ, ਚਿੰਤਾ ਦਾ ਵਿਸ਼ਾ ਹੈਗਾ। ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਇਹ ਕਹਿੰਦੇ ਕਿ ਪੰਜਾਬੀ 'ਚ ਕਹਾਵਤ ਹੁੰਦੀ ਆ, ਡੈਡੀ ਸੁਣਾਉਂਦੇ ਹੁੰਦੇ, ਕਹਿੰਦੇ ਪੁੱਤ ਸਹਿ ਨੂੰ ਨਹੀਂ ਰੋਈਦਾ, ਪੁੱਤ ਪੈ ਨੂੰ ਰੋਈਦਾ। ਇਹ ਤਾਂ ਸਿਆਹ ਲੰਘ ਗਿਆ ਪੁੱਤ, ਕੋਈ ਟੈਨਸ਼ਨ ਨਹੀਂ। ਉਹਦੇ ਮਗਰ 10-15 ਕੁੱਤੇ ਹੁੰਦੇ ਤੇ 20-25 ਬੰਦੇ ਮਗਰ ਭੱਜਦੇ। ਉਹ ਜਦੋਂ ਲੰਘਦੇ ਨਾ ਤੇ ਕਹਿੰਦੇ ਉਹ ਇੱਕ ਲੀਕ ਪੈ ਜਾਂਦੀ ਤੇ ਪਿਆ ਬਣ ਜਾਂਦਾ। ਬਿਲਕੁਲ ਇਸ ਟਾਈਮ ਤੇ ਸਿਆਹ ਲੰਘਣ ਦੇ ਆਉਣ ਵਾਲੇ ਸਮੇਂ 'ਚ ਪਿਆ ਬਣਿਆ ਲਓ। ਤੇ ਇੱਕ ਚਿੰਤਾ ਦਾ ਵਿਸ਼ਾ ਹੈਗਾ। ਤੇ ਜਿੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ, ਕਬੀਰ ਜੀ ਦੀ ਤੋਂ ਦੁਬਾਰਾ ਬੋਲਣੇ ਚਾਹੀਦਾ, ਕਹਿਤ ਕਬੀਰ ਛੋੜ ਵਿਖਿਆ ਰਸ। ਨਹੀਂ ਇੱਥੇ ਨਹੀਂ, ਇਸ ਤੋਂ ਉੱਪਰ ਸੀਗੇ ਆਪਾਂ। ਹਾਂ, ਕਹਿਤ ਕਬੀਰ ਛੋੜ ਵਿਖਿਆ, ਹਾਂਜੀ ਇੱਥੇ ਕਹਿਤ ਕਬੀਰ ਛੋੜ ਵਿਖਿਆ ਰਸ, ਇਤ ਸੰਗਤ ਨਿਹਚੋ ਮਰਨਾ। ਕਿ ਵਿਖਿਆ ਰਸਾਂ ਦੀ ਸੰਗਤ ਦੇ ਵਿੱਚ ਤਾਂ ਤੂੰ ਮਰਨਾ ਹੀ ਮਰਨਾ ਹੈ ਭਾਈ। ਇਹਨੂੰ ਛੱਡ ਦੇ, ਇਹਨੂੰ ਘਟਾ ਦੇ। ਰਮਈਆ ਜਪੋ ਪ੍ਰਾਣੀ, ਅਨੰਤ ਜੀਵਨ ਬਾਣੀ, ਇਨ ਬਿਦ ਸਾਗਰ ਭਉ ਸਾਗਰ ਤਰਨਾ। ਧਿਆਨ ਸਿਮਰਨ ਕਰ ਲਾ ਭਾਈ, ਹਮੇਸ਼ਾ ਵਾਸਤੇ ਅਬਨਾਸੀ ਹੋ ਜਾਏਗਾ। ਤੂੰ ਅਬਨਾਸੀ ਹੈਗਾ, ਪਿਓ ਦੇ ਨਾਲ ਮਾਲਕ ਦਾ ਸਾਥ ਮਾਣ ਲਏਗਾ, ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਹਾਂਜੀ ਵੀ ਬਿਲਕੁਲ ਠੀਕ ਹੈ। ਤੁਸੀਂ ਆਪ ਸਿਆਣੇ ਜੋ, ਜੇਕਰ ਤੁਸੀਂ ਥੋੜਾ ਜਿਹਾ ਧਿਆਨ ਨਾਲ ਵੇਖੋਗੇ ਕਿ ਸੰਸਾਰ 'ਚ ਆਪਾਂ ਕੋਈ ਮਾੜਾ ਕੰਮ ਕਰਦੇ ਆ ਤੇ ਆਪਾਂ ਨੂੰ ਪੁਲਿਸ ਫੜ ਕੇ ਨਹੀਂ ਖੜਦੀ। ਬਿਲਕੁਲ। ਤੇ ਕੀ ਇੱਥੇ ਜਿਹੜੇ ਵੀ ਸੋਚਦੇ ਕਿ ਸਾਰਿਆਂ ਨੂੰ ਸਜ਼ਾ ਹੁੰਦੀ ਹੈ? 99% ਲੋਕ ਛੁੱਟ ਜਾਂਦੇ ਨੇ, ਕੇਵਲ 1% ਹੀ ਲੋਕ ਹੀ ਫੜੇ ਜਾ ਰਹੇ ਨੇ। ਤੇ ਉੱਥੇ ਕੋਈ ਕਾਨੂੰਨ ਨਹੀਂ ਹੋਊਗਾ। ਸਾਰੀ ਜ਼ਿੰਦਗੀ ਠੱਗੀ ਮਾਰੀ ਜਾਂ ਜੀਵ ਹੱਤਿਆ ਕੀਤੀ, ਲੋਕਾਂ ਨੂੰ ਮਾਰਿਆ, ਤੇ ਉੱਥੇ ਬਚ ਜਾਊਗਾ? ਆਪ ਜਸਟ ਸੋਚੋ। ਉੱਥੇ ਤਾਂ 100% ਜਿਹੜਾ ਹੈਗਾ, 100% ਉੱਥੇ ਜਿਹੜਾ ਹੈਗਾ ਕਾਨੂੰਨ ਦਾ ਪਾਲਣ ਹੁੰਦਾ ਹੈ। ਉੱਥੇ ਇੱਕ ਵੀ ਬਚ ਨਹੀਂ ਸਕਦਾ। ਹਾਂ, ਤੇ ਆਪ ਦੇਖੋ ਇਹਨਾਂ ਲੋਕਾਂ ਦੇ ਜੇ ਕੋਈ ਮਾੜੇ ਕੰਮ ਕਰਦਾ, ਉਹਨਾਂ ਦਾ ਜੀਵਨ ਵੇਖੋ। ਉਹਨਾਂ ਦਾ ਜੀਵਨ ਜਦ ਮਾੜਾ ਜੀਵਨ ਹੈ ਨਾ, ਪੈਸਾ ਤੇ ਬੰਦਾ ਲਈ ਆਉਂਦਾ ਹੈ, ਪਰ ਉਹ ਬੰਦੇ ਏਦਾਂ ਦੇ ਹੁੰਦੇ ਜਿੱਦਾਂ ਮੁਰਦਿਆਂ ਨੂੰ ਸ਼ਿੰਗਾਰਿਆ ਹੁੰਦਾ। ਕਿਤੇ ਆ ਵੇਖਿਆ ਤੁਸੀਂ ਬਾਦਲ ਬੂਦਲ ਜਾਂ ਹੋਰ ਕੈਪਟਨ ਕੁਪਤਨਰ ਵਗੈਰਾ, ਛੋਟੇ ਮੋਟੀਆਂ ਲੋਕ ਜਿਹੜੇ, ਇਹ ਛੋਟੇ ਮੋਟੇ ਲੋਕ ਨੇ, ਗਰੀਬ ਨੇ, ਇਹਨਾਂ ਨਾਲ ਦਾ ਗਰੀਬ ਬੰਦਾ ਕੋਈ ਨਹੀਂ ਹੈਗਾ। ਇਹਨਾਂ ਦੀ ਸ਼ਕਲਾਂ ਵੇਖੋ ਤੁਸੀਂ, ਐਦਾਂ ਲੱਗਦਾ ਕਿਸੇ ਮੁਰਦਿਆਂ ਨੂੰ ਸ਼ਿੰਗਾਰਿਆ ਹੈ, ਕਿਉਂਕਿ ਇਹਨਾਂ ਨੇ ਆਤਮਾ ਵੇਚਤੀ ਹੈ। ਆਤਮਾ ਤੇ ਗਲੋ ਕਰਦੀ ਹੈ। ਉਹ ਜਿਹੜੀ ਕੰਮ ਦੀ ਚੀਜ਼ ਇਹਨਾਂ ਵੇਚ ਛੱਡੀ ਹੋਈ ਹੈ। ਔਰ ਕੀ ਖਰੀਦ ਲਿਆ? ਇਹ ਗੰਦਮੰਦ ਪੱਥਰ। ਬਿਲਕੁਲ। ਜਿਹਦੀ ਕੋਈ ਕੀਮਤ ਨਹੀਂ, ਕੱਚ ਖਰੀਦ ਲਿਆ। ਤੁਹਾਨੂੰ ਕੋਈ ਤੁਹਾਡੇ ਕੋਲ ਹੀਰਾ ਹੋਵੇ, ਤੁਸੀਂ ਹੀਰਾ ਵੇਚ ਕੇ ਤੇ ਉੱਥੋਂ ਗੰਦਮੰਦ ਖਰੀਦ ਲਿਆਓ, ਤੇ ਤੁਹਾਨੂੰ ਕਿੰਨਾ ਕੋਈ ਕਹੂਗਾ ਕਿ ਬੜਾ ਸਿਆਣਾ ਹੈ। ਤੁਸੀਂ ਜਦ ਤੁਸੀਂ ਛੱਡੋ, ਜੇ ਕਿਸੇ ਨੇ ਖਰੀਦ ਲੈਂਦਾ ਹੀਰਾ ਕੋ ਬੜਾ ਵਧੀਆ, ਉਹਨੇ ਹੀਰਾ ਵੇਚ ਕੇ ਤੇ ਇੱਥੇ ਗੰਦਮੰਦ ਖਰੀਦ ਲਿਆ, ਤੁਸੀਂ ਕਹੋਗੇ ਬੜਾ ਵਧੀਆ ਕੰਮ ਕੀਤਾ। ਪਰ ਆਪਾਂ ਵੀ ਉਹ ਕੰਮ ਕਰ ਰਹੇ ਹਾਂ। ਠੀਕ ਹੈ ਨਾ ਜੈਸਾ? ਤੇ ਬਾਣੀ ਚ ਉਹ ਕਹਿ ਰਿਹਾ ਕਿ ਕਹਿਤ ਕਬੀਰ ਛੋੜ ਵਿਖਿਆ ਰਸ, ਇਤ ਸੰਗਤ ਨੇਚੋ ਮਰਨਾ। ਹਾਂ, ਕਹਿੰਦੇ ਕਿ ਤੂੰ ਸੰਗਤ ਕਰ ਲੈ, ਤੇ ਇਹ ਤੇਰੀ ਸੰਗਤ ਹੈ ਜਿਹੜੀ ਹੈ ਤੈਨੂੰ ਮਾਇਆ ਦੇ ਚਸਕਿਆਂ ਤੋਂ ਆਜ਼ਾਦ ਕਰ ਦੇ। ਹਾਂ, ਜਿਹੜੀ ਸੰਗਤ ਤੂੰ ਹੁਣ ਕਰ ਰਿਹਾ ਆ, ਉਹ ਸੰਗਤ ਜਿਹੜੀ ਹੈ ਤੈਨੂੰ ਡੈਫੀਨੇਟਲੀ ਮਾਰ ਦੇਗੀ। ਇਤ ਸੰਗਤ ਨਿਹਚੋ ਮਰਨਾ। ਜਿਹੜੀ ਤੂੰ ਵਿਖਿਆ ਰਸਾਂ ਦੀ ਸੰਗਤ ਕਰ ਰਿਹਾ ਤੇ ਇਹਨੇ ਤੈਨੂੰ ਮਾਰ ਦੇਣਾ। ਇਹਨੇ ਤੈਨੂੰ ਲੈ ਡੁੱਬਣਾ। ਇਹਨੇ ਤੇਰੀ ਜਿਹੜੀ ਡਾਇਰੈਕਸ਼ਨ ਆ ਉਹ ਕੋਈ ਚੰਗੀ ਨਹੀਂ ਹੈਗੀ। ਬਸ ਉਹ ਕਹਿ ਰਹੇ ਨੇ ਕਿ ਤੂੰ ਜਾ ਤੇ ਰਿਹਾ, ਮੈਨੂੰ ਨਹੀਂ ਪਤਾ ਕਬੀਰ ਜੀ ਤੇ ਚੱਲ ਗਏ ਨੇ ਜਾਂ ਕੋਈ ਵੀ ਸੰਤ ਉੱਤੇ ਚਲੇ ਗਏ ਨੇ, ਪਰ ਉਹ ਕਹਿੰਦੇ ਕਿ ਜਿੱਦੀ ਵੀ ਡਾਇਰੈਕਸ਼ਨ ਵਾਲਾ ਤੂੰ ਜਾ ਰਿਹਾ ਨਾ, ਵਿਸ਼ੇ ਭੋਗਾਂ ਲੋ, ਇਹ ਡਾਇਰੈਕਸ਼ਨ ਸਹੀ ਨਹੀਂ ਹੈਗੀ। ਆਉਣ ਵਾਲੇ ਸਮੇਂ 'ਚ ਤੂੰ ਪਛਤਾਉਣਾ ਜ਼ਰੂਰ ਹੈ ਇਸ ਚੀਜ਼ ਨੂੰ ਲੈ ਕੇ ਕਿ ਉਹ ਮੂਰਖ ਮਨਾ ਕੋਈ ਇੰਨਾ ਦਵਾਈਆਂ ਦਿੱਤੀਆਂ ਬਾਣੀ ਦੇ ਵਿੱਚ, ਇੰਨਾ ਰੌਲਾ ਪਾਇਆ, ਪਰ ਇੱਕ ਵਾਰੀ ਨਹੀਂ ਸੁਣੀ।
ਹੁਣ ਕੀ ਫਾਇਦਾ ਜਦੋਂ ਜਿਹੜੀ ਟੁਕੀ ਖੇਤ। ਹਾਂਜੀ ਨੇਜਰ ਸਾਹਿਬ ਅੱਗੇ ਚਲੀਏ, ਅਗਲੀ ਤੋਂ ਬੋਲੋ। ਅੱਗੇ ਮਹਾਰਾਜ ਕਹਿੰਦੇ ਆ ਕਿ ਜਾਂ ਤਿਸ ਭਾਵੈ ਤਾਂ ਲਾਗੇ ਭਾਓ। ਕਹਿੰਦੇ ਦੇਖ ਲਾ ਮਾਲਕ ਦੇ ਕੋਲ ਅਰਦਾਸ ਕਰ ਲਾ, ਫਲੈਟ ਹੋ ਕੇ ਅਰਦਾਸ ਕਰ ਮਾਲਕ ਦੇ ਜੇ ਜਿਹਾ ਵੀ ਹੈਗਾ, ਤੇਰੀ ਡਿਮਾਂਡ ਹੋਏਗੀ, ਤੇਰੇ ਅੰਦਰ ਜਿਹੜੀ ਹੈਗੀ ਪੁਕਾਰ ਹੋਏਗੀ, ਤੇ ਮਾਲਕ ਪਰਮਾਤਮਾ ਜਿਹੜਾ ਹੈਗਾ ਡੈਫੀਨੇਟਲੀ ਜਿਹੜਾ ਹੈਗਾ ਉਹ ਸੰਸਾਰ ਸਮੁੰਦਰ ਤੋਂ ਕੱਢ ਲੇਗਾ ਤੈਨੂੰ, ਤੇ ਪਿਆਰ ਪੈ ਜਾਏਗਾ ਤੇਰਾ। ਜਾਂ ਤਿਸ ਭਾਵੇ ਤਾਂ ਲਾਗੇ ਭਾਓ, ਭਰਮ ਭੁਲਾਵਾ ਵਿੱਚੋਂ ਜਾਏ। ਤਾਂ ਇਹ ਮਾਇਆ ਜਿਹੜੀ ਹੈ, ਇਹ ਮੋਹ ਜਿਹੜਾ ਹੈਗਾ, ਇਹ ਭਰਮ ਭੁਲਾਵਾ ਜਿਹੜਾ ਹੈਗਾ ਜਾਂ ਤਾਂ ਇਹ ਜਾਊਗਾ ਭਾਈ। ਉਪਜੈ ਸਹਿਜ ਗਿਆਨ ਮਤ ਜਾਗੈ। ਕਹਿੰਦੇ ਤੇਰੇ ਅੰਦਰ ਸਹਿਜ ਅਵਸਥਾ ਆ ਜਾਏਗੀ ਭਾਈ, ਤੇਰੇ ਵਿਚਾਰ ਬੰਦ ਹੋ ਜਾਣਗੇ ਔਰ ਤੂੰ ਸਮ ਹੋ ਜਾਏਗਾ, ਖੁਸ਼ੀ ਗਮੀ ਇੱਕ ਬਰੋਬਰ ਹੋ ਜਾਏਗੀ, ਤੇ ਗਿਆਨ ਦੀ ਮਤ ਆ ਜਾਏਗੀ, ਗਿਆਨ ਤੇਰੇ ਅੰਦਰ ਪ੍ਰਗਟ ਹੋ ਜਾਏਗਾ, ਵਿਵੇਕ ਬੁੱਧੀ ਆ ਜਾਏਗੀ ਤੇਰੇ ਕੋਲ। ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਇਹੀ ਗੁਰੂ ਦੀ ਕਿਰਪਾ ਹੈਗੀ ਭਾਈ, ਤੇਰੇ ਅੰਦਰ ਜਿਹੜੀ ਹੈਗੀ ਆ ਧਿਆਨ ਸਿਮਰਨ ਦੇ ਦੁਆਰਾ ਲਿਵ ਲੱਗ ਜਾਏਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇੱਥੇ ਬਾਣੀ ਚ ਆਪਾਂ ਨੂੰ ਇਹ ਸਮਝਾਇਆ ਗਿਆ, ਜਾਂ ਤਿਸ ਭਾਵੇ ਤਾਂ ਲਾਗੇ ਭਾਓ। ਭਾਵ ਪਿਆਰ ਪੈਦਾ ਹੋ ਜਾਂਦਾ ਹੈ, ਵਿਸ਼ਵਾਸ ਆ ਜਾਂਦਾ ਹੈ। ਹਾਂਜੀ ਵੀਰ ਜੀ। ਜਦੋਂ ਆਪਾਂ ਉਹ ਸੰਗਤ ਕੀਤੀ, ਸੰਗਤ ਦੇ ਵਿੱਚ ਫਿਰ ਰੰਗਤ ਆਉਣੀ ਆ। ਤੁਸੀਂ ਚੰਗੀ ਸੰਗਤ ਕੀਤੀ ਕਿਤੇ 2-2.5 ਮਹੀਨੇ, ਤੁਹਾਡਾ ਜੀਵਨ ਉਹ ਥੋੜੀ ਰਹਿ ਜਾਣਾ ਜਿਹੜਾ ਜੀਵਨ ਤੁਹਾਡਾ ਪਹਿਲਾਂ ਸੀ। ਜਿਹੜਾ ਤੁਸੀਂ ਆਪ ਨਜ਼ਰ ਮਾਰੋ, ਸੰਗਤ ਵਿੱਚ ਬੜਾ ਦਮ ਹੁੰਦਾ ਹੈ। ਸੰਗ, ਕਿਸੇ ਚੀਜ਼ ਦਾ ਸੰਗ ਕਰਨਾ, ਜਦੋਂ ਚੰਦਨ ਦੀ ਸੰਗ ਕਰਦੀ ਹੈ ਨਾ ਸਧਾਰਨ ਲੱਕੜ, ਤੋਂ ਉਹਦੀ ਸਮੈਲ ਆਉਣ ਲੱਗ ਪੈਂਦੀ ਮੁੜ ਕੇ। ਇਹ ਕੁਦਰਤੀ ਤੌਰ ਤੇ ਇੱਕ ਗੁਣ ਆ ਕਿ ਸੰਗਤ ਦੇ ਵਿੱਚ ਪਰਮਾਤਮਾ ਨੇ ਬੜਾ ਇੱਕ ਸ਼ਕਤੀ ਪਾ ਕੇ ਰੱਖੀ ਹੈ। ਸਾਡੇ ਬੜੇ ਜਿਹੜੇ ਔਗਣ ਹੈ ਸੰਗਤ ਹੀ ਕੱਟ ਦਿੰਦੀ ਹੈ। ਆਪਾਂ ਸੰਗਤ ਕਰੋ ਬਸ। ਜਦੋਂ ਆਪ ਸੰਗਤ ਕਰਦੇ, ਜੋ ਇੱਕ ਬੂੰਦ ਤੇ ਡਿੱਗਦੀ ਹੈ, ਉਹ ਸਾਡੇ ਅੰਦਰ ਜਿਹੜੀ ਮਲੀਨਤਾ ਉਹਨੂੰ ਖਤਮ ਕਰਦੀ ਹੈ। ਬਾਣੀ ਏਦਾਂ ਦੀ ਬਾਣੀ ਦੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਇਸੇ ਲਈ ਬਾਣੀ ਨੂੰ ਪੜ੍ਹਨਾ ਔਰ ਬਾਣੀ ਨੂੰ ਵਿਚਾਰਨਾ, ਬਿਰਲਾ ਵਿਚਾਰੇ। ਉਹ ਜਦੋਂ ਵਿਚਾਰਦੇ ਆ ਫਿਰ ਸਾਨੂੰ ਅੰਦਰ ਜਿਹੜਾ ਅਗਿਆਨ ਹੈ, ਭਰਮ ਆ, ਉੱਥੋਂ ਸਾਨੂੰ ਮੁਕਤੀ ਮਿਲਦੀ ਹੈ। ਤੇ ਇਹ ਕਹਿੰਦੇ ਭਾਵ ਲੱਗਦਾ ਹੈ, ਤੇ ਫਿਰ ਕੀ ਹੁੰਦਾ ਕਿ ਉਹ ਪਿਆਰ ਪਰਮਾਤਮਾ ਨਾਲ ਪੈ ਜਾਂਦਾ ਹੈ। ਉਹਦੀਆਂ ਗੱਲਾਂ ਸੁਣੀ ਦੀਆਂ ਨਾ, ਪਹਿਲਾਂ ਕਹਾਣੀਆਂ ਸੁਣਦੇ ਆ, ਬਾਣੀ ਵਿੱਚ ਕਹਾਣੀਆਂ ਸੁਣਦੇ ਆ, ਫਿਰ ਏਦਾਂ ਜੀ ਪਰਮਾਤਮਾ ਬਹੁਤ ਪਿਆਰਾ ਹੈ। ਅੱਛਾ, ਉਹ ਬੜਾ ਨਿਰਮਲ ਹੈ, ਉਹ ਮਲੀਨਤਾ ਨੂੰ ਖਤਮ ਕਰ ਦਿੰਦਾ ਹੈ, ਮਨ ਬੁੱਧੀ ਚਿੱਤ ਹੰਕਾਰ ਨੂੰ ਖਤਮ ਕਰ ਦਿੰਦਾ ਹੈ, ਕਾਮ ਕ੍ਰੋਧ ਲੋਭ ਨੂੰ ਖਤਮ ਕਰ ਦਿੰਦਾ ਹੈ, ਮੋਹ ਨੂੰ ਖਤਮ ਕਰ ਦਿੰਦਾ ਹੈ, ਰਾਗ ਨੂੰ ਖਤਮ ਕਰ ਦਿੰਦਾ ਹੈ, ਦਵੈਸ਼ ਨੂੰ ਖਤਮ ਕਰ ਦਿੰਦਾ ਹੈ। ਇਹ 5 ਤੱਤਾਂ ਤੋਂ ਸਾਨੂੰ ਮੁਕਤ ਕਰ ਦਿੰਦਾ ਹੈ। ਉਹ ਕਿੱਦਾਂ ਦੀ ਅਵਸਥਾ ਹੋਊਗੀ? ਜਿਗਿਆਸਾ ਤੇ ਪੈਦਾ ਹੁੰਦੀ ਨਾ ਮਨ ਦੇ ਅੰਦਰ ਬਾਣੀ ਸੁਣ ਕੇ। ਬਿਲਕੁਲ। ਤੇ ਫਿਰ ਜਦੋਂ ਜਿਗਿਆਸਾ ਪੈਦਾ ਹੋ ਜਾਂਦੀ, ਫਿਰ ਆਪਾਂ ਉਧਰ ਚੱਲਦੇ ਆ, ਫਿਰ ਸਾਡਾ ਜੀਵਨ ਉੱਚਾ ਹੁੰਦਾ ਹੈ। ਉਹ ਜਦੋਂ ਜਿਵੇਂ ਨਿਰਮਲ ਹੁੰਦੇ ਆ, ਤਿਵੇਂ ਜਿਉਣਾ ਕੀ ਆ ਪਤਾ ਤੇ ਉਦੋਂ ਲੱਗਦਾ ਇਹ ਜੀਵਨ ਥੋੜੀ ਆਪਣਾ ਸਹੀ ਆ। ਜਦੋਂ ਆਪਾਂ ਭਗਤੀ ਕਰਦੇ ਆ 6-7 ਮਹੀਨੇ, ਸਾਨੂੰ ਪਤਾ ਲੱਗਦਾ ਜੀਵਨ ਕੀ ਸੀ, ਮੈਂ ਜੀਵਨ ਬਤੀਤ ਕਿੱਦਾਂ ਕਰਤਾ। ਫਿਰ ਬੰਦਾ ਇਹ ਸੋਚਦਾ ਯਾਰ ਉਹ ਜਿਹੜੇ ਇੰਨੇ ਸਾਲ ਮੈਂ ਵੇਸਟ ਹੀ ਕਰਤੇ, ਕਿਤੇ ਮੈਨੂੰ ਗਿਆਨ ਮਿਲ ਜਾਂਦਾ ਤੇ ਮੈਂ ਉਦੋਂ ਹੀ ਆਪਣੇ ਜੀਵਨ ਚੁੱਕ ਲੈਂਦਾ। ਪਰ ਮੈਂ ਕਹਿੰਦਾ ਦੇਰ ਹੈ ਦਰੁਸਤ ਹੈ, ਹੁਣੇ ਵੀ ਆ ਗਏ ਤੇ ਬਹੁਤ ਵੱਡੀ ਗੱਲ ਹੈ। ਹਾਂਜੀ ਨੇਜਰ ਸਾਹਿਬ ਅੱਗੇ ਚੱਲੀਏ। ਜਦ ਫਿਰ ਜਿਹੜਾ ਹੈਗਾ ਉਹਦੇ ਅੰਦਰ ਭਾਵ ਵਿਸ਼ਵਾਸ ਪਿਆਰ ਪੈਦਾ ਹੋ ਜਾਂਦਾ ਹੈ, ਧਿਆਨ ਸਿਮਰਨ ਸ਼ੁਰੂ ਕਰ ਦਿੰਦਾ ਹੈ, ਤੇ ਉਪਜੈ ਸਹਿਜ ਅਵਸਥਾ ਆ ਜਾਂਦੀ ਹੈ ਭਾਈ। ਗਿਆਨ ਮਤ ਜਾਗੇ, ਵਿਵੇਕ ਬੁੱਧੀ ਪੈਦਾ ਹੋ ਜਾਂਦੀ ਹੈ। ਗੁਰ ਪ੍ਰਸਾਦ ਅੰਤਰ ਲਿਵ ਲਾਗੇ। ਇਹੀ ਗੁਰੂ ਦਾ ਪ੍ਰਸਾਦ ਹੈ ਭਾਈ, ਔਰ ਅੰਦਰ ਫਿਰ ਜਿਹੜੀ ਹੈਗੀ ਲਿਵ ਲੱਗ ਜਾਂਦੀ ਉਹਦੀ ਪਰਮਾਤਮਾ ਦੇ ਨਾਲ। ਹਾਂਜੀ ਵੀ ਹਾਂ ਬਿਲਕੁਲ ਠੀਕ ਹੈ ਜੀ। ਆ ਬਾਅਦ ਚ ਜੀ ਉਹ ਫਿਰ ਉੱਤੇ ਲਿਖਿਆ ਭਰਮ ਭੁਲਾਵਾ ਵਿੱਚ ਜਾਏ। ਉਹ ਮਨ ਦੇ ਅੰਦਰ ਜਿਹੜਾ ਭਰਮ ਹੈ, ਭੁਲੇਖਾ ਹੈ, ਜਿਹੜਾ ਦਵੈਸ਼ ਸੀ ਨਾ, ਜਿਹੜਾ ਅੰਦਰ ਪਤਾ ਨਹੀਂ ਸੀ ਜਾਣਾ ਕਹਿਣ, ਉਹ ਰਸਤੇ ਦਾ ਪਤਾ ਲੱਗ ਜਾਣਾ ਤੁਹਾਨੂੰ। ਬਿਲਕੁਲ ਠੀਕ ਹੈ। ਉਹ ਪਰਮਾਤਮਾ ਦਾ ਜਦੋਂ ਵੀ ਆਪਾਂ ਸੰਗ ਕੀਤਾ, ਜਿਹੜਾ ਅੰਦਰ ਅਗਿਆਨ ਸੀ, ਭਰਮ ਸੀ, ਉਹਨੇ ਦੂਰ ਹੋ ਜਾਣਾ। ਸਾਨੂੰ ਪਤਾ ਲੱਗ ਜਾਣਾ ਕਰਨਾ ਕੀ ਜੀਵਨ ਦੇ ਨਾਲ। ਫਿਰ ਤੁਹਾਨੂੰ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ, ਤੁਹਾਡੇ ਅੰਦਰ ਗਿਆਨ ਪ੍ਰਗਟ ਹੋ ਜਾਣਾ। ਤੇ ਉਪਜੇ ਗਿਆਨ, ਫਿਰ ਤੁਹਾਡੇ ਅੰਦਰ ਇੱਕ ਗਿਆਨ ਉਪਜ ਜਾਣਾ। ਉਪਜ ਜਾਣਾ ਮਤਲਬ ਕੀ ਹੈ? ਪੈਦਾ ਹੋ ਜਾਣਾ। ਪੈਦਾ ਹੋ ਜਾਣਾ ਮਤਲਬ ਸਹਿਜ ਅਵਸਥਾ ਆ ਜਾਣੀ। ਉਪਜੈ ਸਹਿਜ ਗਿਆਨ ਮਤ ਜਾਗੇ, ਗਿਆਨ ਦੀ ਮਤ ਆ ਜਾਣੀ ਹੈ, ਸਹਿਜ ਅਵਸਥਾ ਆ ਜਾਣੀ। ਬਸ ਉਹ ਜਿਹੜਾ ਤੁਹਾਡਾ ਕੈਮਰਾ ਸੀ ਨਾ, ਜਿੱਦਾਂ ਆਪਾਂ ਕਾਰ ਚ ਬੜੀ ਸਪੀਡ ਨਾਲ ਭੱਜੇ ਜਾ ਰਹੇ ਤੇ ਉਹ ਕਾਰ ਚ ਕੈਮਰਾ ਫੋਟੋ ਖਿੱਚੀ ਨਹੀਂ ਜਾਣੀ, ਉਹ ਤਾਂ ਬਹੁਤ ਸਪੀਡ ਨਾਲ ਗੱਡੀ ਚੱਲ ਰਹੀ ਹੈ। ਤੇ ਫਿਰ ਉਹ ਜਦੋਂ ਸਹਿਜ ਆ ਗਿਆ, ਫਿਰ ਸਾਨੂੰ ਗਿਆਨ ਹੋ ਜਾਣਾ। ਫਿਰ ਸਾਨੂੰ ਦਿਖਣ ਡਿਆ ਪੈਣਾ ਇੱਥੇ ਇੱਥੇ ਆ ਪਿਆ ਵਾ, ਇੱਥੇ ਆ ਵਾ, ਇੱਥੇ ਆ ਵਾ, ਤੇ ਫਿਰ ਨੂੰ ਗਿਆਨ ਹੋ ਜਾਣਾ। ਫਿਰ ਆਪਾਂ ਬੇਵਕੂਫੀ ਨਹੀਂ ਕਰਾਂਗੇ, ਕਿਉਂਕਿ ਹੋਸ਼ ਆ ਗਈ ਅੰਦਰ। ਤੇ ਮਤ ਜਾਗੇ, ਫਿਰ ਸਾਡੇ ਅੰਦਰ ਵਿਵੇਕ ਜਾਗ ਜਾਣਾ। ਉਹ ਸਾਨੂੰ ਪਤਾ ਲੱਗ ਜਾਣਾ। ਅਸੀਂ ਇੱਥੇ ਬੈਠੇ ਕਮੈਂਟ ਚ ਸਕੈਨਿੰਗ ਕਰੂੰਗਾ ਮੈਂ,
ਚਾਹ ਦੇ 2 ਕੱਪ ਪੀ ਲੈਣ, ਮੈਂ ਤੀਜਾ ਨਹੀਂ ਪੀਣਾ। ਕਿਉਂ ਨਹੀਂ ਪੀਣਾ? ਜੇ ਮੈਂ ਜ਼ਿਆਦਾ ਪੀਊਂਗਾ ਮੇਰੇ ਸਰੀਰ 'ਚ ਨੁਕਸ ਪੈਣਾ। ਚੁਗਲੀ ਕਰਨ ਲੱਗਿਆ, ਦਿਲ ਮਨ 'ਚ ਕੀਤਾ ਚੁਗਲੀ ਕਰਾਂ, ਮਨ ਦੇ ਅੰਦਰ ਵਿਵੇਕ ਹੈ ਨਾ ਚਰਨਜੀਤ ਬਾਣੀ 'ਚ ਮਨਾ ਕੀਤਾ ਚੁਗਲੀ ਨਹੀਂ ਕਰਨੀ। ਤੈਨੂੰ ਪਤਾ ਹੈ ਇੱਥੇ ਬੰਦਾ ਜ਼ਬਾਨ ਦੇ ਨਾਲ ਕਿਸੇ ਦਾ ਕੰਧ ਸਾਫ਼ ਕਰਦਾ, ਤੂੰ ਕਰੇਂਗਾ ਜ਼ਬਾਨ ਦੇ ਨਾਲ? ਕਿਸੇ ਦਾ ਮੂਤ ਟੱਟੀ ਪਿਸ਼ਾਬ ਤੋਂ ਆਪਣੀ ਜ਼ਬਾਨ ਨਾਲ ਸਾਫ਼ ਕਰਨਾ ਹੀ? ਇਹ ਜ਼ਬਾਨ ਦੇ ਨਾਲ ਕਿਸੇ ਦੀ ਨਿੰਦਿਆ ਕਰਕੇ ਤੂੰ ਏਦਾਂ ਕਰ ਰਿਹਾ, ਤੂੰ ਕਰਨਾ ਹੀ? ਮੈਂ ਕਹੂੰਗਾ ਮੈਂ ਨਹੀਂ ਕਰਨਾ। ਕੰਨਾਂ ਦੇ ਵਿੱਚ ਚੁਗਲੀ ਕਰ ਰਿਹਾ, ਮਾੜੀ ਸੰਗਤ ਹੈ, ਨਿਕਲ ਜੋ। ਕਹਿੰਦੇ ਮਾੜੀ ਸੰਗਤ ਵੇਖ ਕੇ 2 ਮਿੰਟ 'ਚ ਗੁੰਮ ਹੋ ਉੱਥੋਂ। ਜਿੱਦਾਂ ਕਦੇ ਦੇ ਸਿਰ ਤੋਂ ਸਿੰਘ ਗੁੰਮ ਹੋ ਜਾਂਦੇ ਨਾ, ਤੁਹਾਡੇ ਘਰ ਕੋਈ ਮਾੜਾ ਬੰਦਾ ਆ ਗਿਆ ਨਾ, ਇਹਦੀ ਸੰਗਤ ਬਹੁਤ ਮਾੜੀ ਆ, ਉੱਥੋਂ 9 ਤੋਂ 11 ਹੋ ਜਾਓ। ਉਹ ਤੂੰ ਵਾਪਸ ਆਓ ਜਦੋਂ ਚੱਲ ਜੇ। ਆਪ ਜਸਟ ਸੋਚੋ, ਕਿਉਂਕਿ ਉਹ ਇੰਨਾ ਬੰਦਾ ਨੈਗੇਟਿਵ ਆ, ਉਹਨੇ ਇੰਨੀ ਨੈਗੇਟਿਵਿਟੀ ਤੁਹਾਡੇ ਅੰਦਰ ਸੁੱਟ ਜਾਣੀ ਆ ਨਾ, ਘੱਟੋ ਘੱਟ 10-12 ਦਿਨ 'ਚ ਤੁਸੀਂ ਸੈਟਲ ਡਾਊਨ ਹੋਣਾ ਵਾ। ਐਡੀ ਸੰਗਤ ਦਾ ਬਹੁਤ ਪ੍ਰਭਾਵ ਮਾੜਾ। ਮਾੜੀ ਸੰਗਤ ਕਹਿੰਦੀ ਇੰਨੀ ਖਤਰਨਾਕ ਹੈ, ਕੋਲਾ ਕਹਿੰਦੇ ਗਰਮ ਹੋਵੇ ਤੇ ਹੱਥ ਸਾੜ ਦਿੰਦਾ, ਠੰਡਾ ਵੀ ਹੋਵੇ ਤੇ ਹੱਥ ਕਾਲਾ ਕਰ ਦੇਣਾ ਉਹਨੇ। ਸੰਗਤ ਇੱਕ ਮਾੜੀ ਚੀਜ਼ ਹੈ, ਤੁਹਾਡੇ ਚਿੱਤ 'ਚ ਨਾ ਐਸਾ ਗੰਦ ਸੁੱਟ ਜਾਣਾ ਨਾ, ਉਹ ਤੁਹਾਡੇ ਕੋਲ ਸਾਫ਼ ਹੀ ਨਹੀਂ ਹੋਣਾ ਮੁੜ ਕੇ। ਇਸ ਕਰਕੇ ਮਾੜੀ ਸੰਗਤ ਤੋਂ ਐਸਾ ਟੌਪਿਕ ਨਾ ਛੇੜੋ, ਕਿਉਂਕਿ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ, ਹੁਣ ਤੁਹਾਡੇ ਦੋਸਤ ਹੈਗੇ ਨੇ ਤੇ ਉਹਨਾਂ ਨੇ ਪੁਰਾਣੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ, ਤੇ ਉਹ ਤੁਹਾਨੂੰ ਪਤਾ ਸਿਆਣੇ ਬਣ ਜਾਓ, 9 ਤੋਂ 11 ਹੋ ਜਾਓ, ਆਪਣੀ ਜਾਨ ਛੁਡਾਓ। ਜਦੋਂ ਤੁਸੀਂ ਸਟਰੋਂਗ ਹੋ ਗਏ ਫਿਰ ਕੋਈ ਗੱਲ ਨਹੀਂ। ਹਾਂਜੀ ਗੁਰਪ੍ਰਸਾਦ। ਅੱਛਾ, ਇੱਥੇ ਉੱਪਰ ਲਿਖਿਆ ਨਾ ਉਪਜੇ ਸਹਿਜ, ਸਭ ਤੋਂ ਪਹਿਲਾਂ ਤੁਹਾਨੂੰ ਸਹਿਜ ਮਿਲਣਾ ਹੈ। ਮਨ ਇਕਾਗਰ ਹੋਣ ਡਿਆ ਪਿਆ, ਫਿਰ ਗਿਆਨ ਆ ਜਾਣਾ। ਮਤ ਜਾਗੇ ਦਾ ਮਤਲਬ ਕਿ ਮਤ ਸੁੱਤੀ ਸੀ, ਸਵਾਤੀ ਸੀ। ਅਸੀਂ ਆਪ ਨੱਪਤੀ ਵਿਚਾਰੀ ਦੀ ਆਵਾਜ਼ ਨੱਪਤੀ, ਬਈ ਤੂੰ ਨਹੀਂ ਬੋਲਣਾ। ਉਹ ਕਹਿੰਦੀ ਚਰਨਜੀਤ ਤੇ ਤੇਰੇ ਪੈਸੇ ਨਹੀਂ ਆ। ਉਹ ਮੈਂ ਕਹਿੰਦਾ ਤੈਨੂੰ ਪਤਾ ਕਰੋੜ ਰੁਪਇਆ ਪਿਆ, ਤੂੰ ਮੈਨੂੰ ਕਹਿੰਦੀ ਤੇਰੇ ਪੈਸੇ ਨਹੀਂ। ਮੈਂ ਚੁੱਕੂਗਾ ਇੱਥੇ ਕੋਠੀ ਪਾਊਂਗਾ 50 ਲੱਖ ਦੀ, 25 ਲੱਖ ਦੀ ਗੱਡੀ ਲਊਂਗਾ, 25 ਲੱਖ ਰੁਪਇਆ ਮੈਂ ਇੱਧਰ ਤੋਂ ਠੋਕੂਗਾ, ਤੇ ਤੂੰ ਕਹਿੰਦੀ ਚੁੱਕਣਾ ਤੇਰੇ ਨਹੀਂ ਆ। ਚੁੱਪ ਰੇ ਬਹਿ ਜਾ ਸੀ, ਮੇਰੀ ਮਰਜ਼ੀ ਆ, ਮੈਂ ਜੋ ਮਰਜ਼ੀ ਕਰਾਂ। ਉਹ ਚਰਨਜੀਤ ਏਦਾਂ ਨਾ ਕਰ, ਏਦਾਂ ਆ ਕੰਮ ਠੀਕ ਨਹੀਂ ਆ, ਕ੍ਰੋਧ ਕਰਨਾ ਠੀਕ ਨਹੀਂ। ਉਹ ਗਰੀਬ ਬੰਦਾ ਵਾ, ਮਸਕੀਨ ਹੈਗਾ, ਤੂੰ ਨਾ ਕਰ ਏਦਾਂ। ਇਹਨੂੰ ਮੇਰਾ ਕਹਿਣਾ ਨਹੀਂ ਮੰਨਦਾ, ਤੂੰ ਕਹਿੰਦੀ ਮੈਨੂੰ ਚੁੱਪ ਕਰਕੇ ਬਹਿ। 50 ਵਾਰੀ ਦਾ ਕੰਮ ਕੀਤਾ ਵਾ, ਮੈਂ ਆਹ ਕਰੂੰ, ਮੈਂ ਉਹ ਕਰੂੰ। ਕਿੱਦਾਂ ਹਉਮੈ ਕਰਕੇ ਬੰਦਾ ਉਲਟੇ ਪੁਲਟੇ ਕੰਮ ਕਰਦਾ, ਗੱਪਾਂ ਮਾਰਦਾ ਪੂਰੀਆਂ, ਪਰ ਅੰਦਰੀ ਜਿਹੜੀ ਵਿਵੇਕ ਦੀ ਬੁੱਧੀ ਉਹਨੂੰ ਤੇ ਨੱਪ ਹੀ ਦਿੰਦੇ। ਪਰ ਬਾਣੀ ਪਤਾ ਕੀ ਕਹਿੰਦੀ ਆ ਵੇਖੋ, ਇੱਥੇ ਤੁਕ ਚੋ ਸਮਝਾਇਆ ਉਹਨਾਂ ਨੇ ਕਿ ਜਿਹਨੂੰ ਤੇ ਨੱਪਿਆ ਸੀ ਨਾ ਵਿਚਾਰੀ ਨੂੰ, ਜਿਹੜੀ ਕੰਮ ਦੀ ਚੀਜ਼ ਸੀ, ਇਹਨੂੰ ਕਾਮਨ ਸੈਂਸ ਕਹਿੰਦੇ ਆਪਾਂ, ਉਹਨੂੰ ਨੱਪਤਾ ਸੀ ਤੇ ਕਹਿੰਦੇ ਮਤ ਜਾਗ, ਕੋਈ ਜਾਗ ਜੂਗੀ ਵਿਚਾਰੀ। ਉਹ ਕਹੂਗੀ, ਉਹਨੇ ਅੱਖਾਂ ਮਲਣੀਆਂ ਆਪਣੀਆਂ ਨੇ। ਉਹ ਬਹੁਤ ਹੀ ਟਾਈਮ ਹੋ ਗਿਆ, ਚਰਨਜੀਤ ਨੇ ਕਿਤੇ ਮੇਰੀ ਗੱਲ ਸੁਣੀ ਨਹੀਂ, ਅੱਜ ਪਤਾ ਨੀ ਕਿੱਥੋਂ ਸੁਣ ਡਿਆ ਪਿਆ ਹੈ। ਇਹ ਤੇ ਮੇਰੀ ਗੱਲ ਸੁਣਦਾ ਹੀ ਨਹੀਂ। ਮੈਂ ਕਹਿੰਦੀ ਸੱਜੇ ਜਾਣਾ, ਇਹ ਕਹਿੰਦੀ ਖੱਬੇ ਜਾਣਾ। ਮੈਂ ਕਹਿੰਦੀ ਅੱਗੇ ਜਾਣਾ ਵਾ, ਇਹ ਕਹਿੰਦਾ ਮੈਂ ਪਿੱਛੇ ਜਾਣਾ। ਮੈਂ ਕਹਿੰਦੀ ਥੱਲੇ ਜਾਣਾ, ਇਹ ਕਹਿੰਦਾ ਉੱਚੇ ਜਾਣਾ। ਇਹ ਤੇ ਬਿਲਕੁਲ ਰੋਂਗ ਚੱਲ ਰਿਹਾ ਸੀ, ਪਰ ਹੁਣ ਮੇਰਾ ਕਹਿਣਾ ਮੰਨਣ ਡਿਆ ਪਿਆ। ਉਹ ਫਿਰ ਜਾਗਦੀ ਆ, ਫਿਰ ਬਚਾਉਂਦੀ ਆ। ਉਹ ਗਾਰਡੀਅਨ ਹੈਗੀ ਸਾਡੀ। ਬਿਲਕੁਲ ਆਪਣੀ ਵਿਵੇਕ ਦੀ ਹਮੇਸ਼ਾ ਹੀ ਗੱਲ ਸੁਣਿਆ ਕਰੋ। ਉਹ ਤੁਹਾਨੂੰ ਬਚਾਉਣਾ ਚਾਹੁੰਦਾ ਹੈ ਮਾੜੇ ਕਰਮਾਂ ਤੋਂ। 1 ਸੈਕਿੰਡ ਤੁਹਾਡੇ ਨਾਲ ਤੇ ਖਲੋਤਾ ਹੁੰਦਾ। ਤੁਸੀਂ ਬੁੱਝ ਹੱਥ ਕੱਢਿਆ ਨਾ, ਨਾਲ ਹੀ ਉਹ ਚਰਨਜੀਤ ਹੱਥ ਨਾ ਕੱਢੀ। ਚਰਨਜੀਤ ਬੋਲਣਾ, ਇਹ ਨਾ ਬੋਲ, ਇਹ ਚੀਜ਼ ਚੰਗਾ ਨਹੀਂ ਹੈਗਾ, ਨਾ ਬੋਲ। ਪਰ ਮੈਂ ਬੋਲ ਦੇਣਾ, ਪਰ ਅੰਦਰੋਂ ਆਵਾਜ਼ ਤੇ ਆਉਂਦੀ ਹੈ। ਬਿਲਕੁਲ ਆਉਂਦੀ ਹੈ ਜੀ। ਹਾਂ, ਉਹ ਜੇ ਨਹੀਂ ਆਊਗੀ ਤੇ ਫਿਰ ਪਰਮਾਤਮਾ ਵੀ ਝੂਠਾ ਪੈਂਦਾ। ਫਿਰ ਉਹ ਕਹੂਗਾ ਕਿ ਬਈ ਤੂੰ ਦੱਸੇ ਨੀ ਸਾਨੂੰ, ਮਾਇਆ ਹੀ ਪਾ ਛੱਡੀ। ਪਰ ਪਰਮਾਤਮਾ ਕਹਿੰਦਾ ਬਈ ਤੈਨੂੰ ਮੈਂ, ਤੇਰੇ ਕੋਲ ਆਪਸ਼ਨ ਦੋਨੋਂ ਆ, ਸੱਜਾ ਪੈਰ ਚੁੱਕ ਜਾਂ ਖੱਬਾ ਚੁੱਕ, ਤੂੰ ਮੈਨੂੰ ਬਲੇਮ ਨਹੀਂ ਕਰ ਸਕਦਾ। ਤੈਨੂੰ ਬਾਣੀ ਕਹਿੰਦੀ ਭਰੀਏ ਮੱਤ ਪਾਪਾਂ ਕੇ ਸੰਗ, ਉਹ ਤੋਪੇ ਨਾਵੇਂ ਕੇ ਰੰਗ। ਹਾਂ, ਮੱਤ ਤੇ ਪਾਪ, ਮੱਤ ਤੇ ਤੈਨੂੰ ਪਤਾ ਇਹ ਆ ਵੇਖੋ, ਇਹ ਉਸੇ ਮੱਤ ਦੀ ਗੱਲ ਕਰਦੇ ਆ। ਗਿਆਨ ਮੱਤ ਜਾਗੇ, ਸਹਿਜ ਉਪਜੇ ਸਹਿਜ, ਗਿਆਨ ਦੇ ਨਾਲ ਮੱਤ ਜਾਗੇ। ਉਹ ਜਿਹੜੀ ਘਟੀਆ ਮੱਤ ਆ, ਜਿਹੜਾ ਮੈਂ ਜਿੱਦਾਂ ਮੈਨੂੰ ਰੋਕਿਆ ਸੀ ਜਿੱਥੋਂ ਮੇਰੀ ਮੱਤ ਨੇ, ਪਰ ਮੈਂ ਉਹਦੀ ਸੁਣੀ ਨਹੀਂ। ਮੈਂ ਜ਼ਬਰਦਸਤੀ ਕਰਕੇ ਬਦਲਾ ਲੈ ਲਿਆ ਜਾਂ ਮਾੜਾ ਕੰਮ ਕਰ ਲਿਆ। ਉਹ ਜਿਹੜੀ ਮੱਤ ਮੇਰੀ ਹੈਗੀ, ਫਿਰ ਮਾੜੀ ਮੱਤ ਘੱਟ ਜੂਗੀ ਤੇ ਮੇਰੀ ਚੰਗੀ ਮੱਤ ਜਾਗ ਜਾਏਗੀ। ਹਾਂਜੀ ਨਿਜਾ ਸਾਹਿਬ, ਅਗਲੀ ਤੋਂ ਪੁੱਛੋ। ਹਾਂ, ਬਸ ਜੇ ਸੰਗਤ ਆਪਾਂ ਜਿਹੜੇ ਸਾਧ ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਧਿਆਨ ਸਿਮਰਨ ਸ਼ੁਰੂ ਕਰ ਦਿੱਤਾ, ਤੇ ਅਗਲੀ ਲਾਸਟ ਲਾਈਨ ਆ ਰਹੀ ਆ, ਉਹ ਵੀ ਰਹਾਓ ਦੀ ਪੰਕਤੀ ਹੈਗੀ ਆ। ਉਹਦੇ ਵਿੱਚ ਕਬੀਰ ਜੀ ਕਹਿ ਰਿਹਾ, ਕਹਿੰਦੇ ਇਤ ਸੰਗਤ ਨਾ ਹੀ ਮਰਨਾ, ਕਹਿੰਦੇ ਫਿਰ ਤੇਰੀ ਆਤਮਿਕ ਮੌਤ ਨਹੀਂ ਹੋਏਗੀ, ਤੇ ਗੇਮ ਜਿੱਤ ਕੇ ਜਾਏਗਾ, ਉਦੋਂ ਦੁਬਾਰਾ ਦੁਨੀਆ ਦੇ ਵਿੱਚ ਨਹੀਂ ਆਏਗਾ ਭਾਈ, ਸਰੀਰ ਦੇ ਵਿੱਚ। ਇਸ ਤਰ੍ਹਾਂ ਇਤ ਸੰਗਤ ਨਾ ਹੀ ਮਰਨਾ, ਹੁਕਮ ਪਛਾਣ ਤਾਂ ਖਸਮੇ ਮਿਲਣਾ।
ਆ ਹੁਕਮ ਹੈ ਭਾਈ, ਪਛਾਣ ਲਏਗਾ, ਤੇਰੀ ਆਤਮਾ ਦੀ ਆਵਾਜ਼ ਅੰਦਰ ਆ ਰਹੀ ਸੁਣ ਲਏਗਾ ਤੇ ਭਾਈ ਪਰਮਾਤਮਾ ਨੂੰ ਮਿਲ ਲਏਗਾ, ਖਸਮ ਨੂੰ ਮਿਲ ਲਏਗਾ। ਰਹਾਓ ਦੂਜਾ, ਪਹਿਲਾ ਰਹਾਓ ਸੀਗਾ ਉੱਪਰ, ਪਹਿਲਾ ਸਭ ਤੋਂ ਜਿਹੜਾ ਰਹਾਓ ਦਿੱਤਾ ਸੀ ਮਹਾਰਾਜ ਨੇ ਕਿ ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ ਰਹਾਓ। ਕਹਿੰਦੇ ਭਾਈ ਇਹਦਾ ਜਵਾਬ ਕੀ ਹੈਗਾ? ਕਹਿੰਦੇ ਭਾਈ ਸੰਗਤ ਕਰੋ, ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੇ ਮਿਲਣਾ। ਆਇਆ ਭਾਈ ਜਵਾਬ ਇਹਦਾ। ਤਾਂ ਜਿਹੜਾ ਹੈਗਾ ਨਹੀਂ ਭਰਮ ਦੇ ਵਿੱਚ ਪਰ ਨਿਕਲ ਜਾਏਗਾ, ਭਰਮ ਤੋਂ ਜਿਹੜੇ ਧੋਖਾ ਜਿਹੜੀ ਟਰੈਪ ਮਾਲਕ ਨੇ ਪਾਈ ਹੋਈ ਹੈ। ਰਹਾਓ ਦੂਜਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਜੀ ਸਾਹਿਬ ਇੱਕ ਤੁਕ ਬੋਲ ਦੋ, ਨਾਨਕ ਤੈ ਮੁਖ ਉਜਲੇ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹਾਂ ਠੀਕ ਹੈ ਜੀ। ਹਾਂਜੀ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਾਂ ਹੋਰ ਕੀਤੀ ਛੁੱਟੀ ਨਾਲ, ਦੋ ਜਗ੍ਹਾ ਤੇ ਆਉਂਦੀ। ਹਾਂਜੀ ਵੀਰ। ਉਹਨਾਂ ਇਹ ਨਹੀਂ ਕਿਹਾ ਕਿ ਬੜਾ ਆਸਾਨ ਹੈ। ਮਸਕਤ ਦਾ ਮਤਲਬ ਮਿਹਨਤ, ਬਿਲਕੁਲ ਜ਼ੋਰ ਵਾਲਾ ਕੰਮ। ਕਬੀਰ ਜੀ ਤਾਂ ਹੀ ਉੱਥੇ ਕਹਿੰਦੇ ਮੈਂ ਕੱਲਾ ਚੜ੍ਹਦਿਆਂ ਔਖੜ, ਇੱਕ ਔਖੜ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ, ਬੜੀ ਔਖੀ ਘਾਟੀ ਆ, ਕੱਲਾ ਚੜ੍ਹਦਿਆਂ ਮੈਂ। ਹੈਂ ਉਹ ਕਹਿੰਦਾ ਜਿੱਥੇ ਪਾਛੇ ਗਏ ਹੀਰ ਪੱਤਾ ਹੀ ਨਹੀਂ, ਭੀੜ ਕਿਤੇ ਕਿਤੇ ਤੁਰੀ ਫਿਰਦੀ ਸ਼ਦਾਈਆਂ ਦਾ ਟੱਬਰ। ਕਹਿੰਦਾ ਇਹ ਪਤਾ ਨਹੀਂ ਜਿੱਥੇ ਹੋਏ ਮੂਰਖਾਂ ਦਾ ਵਿਹੜਾ ਤੇ ਸਮਝਾਵੇ ਕਿਹੜਾ, ਹਨਾ। ਉਹ ਗੱਲ ਹੈਗੀ ਜੇ ਤੁਸੀਂ ਕਿਸੇ ਨੂੰ ਸਮਝਾਓ ਉੱਥੇ ਤੇ ਭੀੜਾਂ ਦੀਆਂ ਭੀੜਿਆ, ਉਹਨਾਂ ਨੇ ਤੁਹਾਡੇ ਤੇ ਰੰਗ ਚਾੜ ਦੇਣਾ, ਤੁਸੀਂ ਉਹਨਾਂ ਨੂੰ ਕੀ ਸਮਝਾਉਣਾ। ਇਹ ਅਵਸਥਾ ਨਹੀਂ ਬਣੀ। ਪਰ ਬਾਣੀ ਤੇ ਕਹਿੰਦੀ ਕਿ ਜਿੰਨਾ ਨਾਮ ਤੇ ਆਇਆ ਗਏ ਮਸਕਤ ਕਾਲ। ਪਹਿਲਾਂ ਕਿਹਾ ਜਿੰਨਾ ਨਾਮ ਤੇ ਆਇਆ, ਪ੍ਰਮਾਤਮਾ ਦੀ ਭਗਤੀ ਕੀਤੀ, ਨਾਮ ਤੇ ਆਇਆ। ਮਸਕਤ ਮਤਲਬ ਕਿ ਬਹੁਤ ਮਿਹਨਤ ਕੀਤੀ, ਬਹੁਤ ਮਿਹਨਤ ਕੀਤੀ। ਆਸਾਨ ਨਹੀਂ ਸੀ ਕੰਮ। ਚਰਨਜੀਤ ਦਾ ਹੱਥ ਦੇ ਬਾਹਰ ਕੱਢਣ ਨੂੰ ਜੀ ਕੀਤਾ ਸੀ, ਪਰ ਚਰਨਜੀਤ ਨੇ ਰੋਕ ਲਿਆ। ਇਹੋ ਹੀ ਕੰਮ ਕੀਤਾ ਚਰਨਜੀਤ ਨੇ। ਇਹਨੂੰ ਮਸਕਤ ਇਹਨੂੰ ਕਹਿੰਦੇ। ਮਿਹਨਤ ਕੀਤੀ, ਨਾਮ ਜਪਿਆ, ਪਲੱਸ ਆਪਣੀ ਇੰਦਰੀਆਂ ਤੇ ਵੀ ਸੰਜਮ ਰੱਖਿਆ। ਜਿੱਦਾਂ ਨਦੀ ਦੇ ਵਿੱਚ, ਨਦੀ ਕਿਨਾਰਿਆਂ ਦੇ ਵਿੱਚ ਚੱਲਦੀ ਹੈ ਨਾ, ਤੇ ਉਹ ਸੰਜਮ ਹੈ ਨਦੀ ਦਾ। ਪਰ ਜਦੋਂ ਨਦੀ ਕਿਨਾਰਾ ਤੋੜ ਦਿੰਦੀ ਹੈ ਨਾ, ਤਾਂ ਕੋਈ ਚੰਗੀ ਚੀਜ਼ ਨਹੀਂ ਆ। ਇਸੇ ਹੀ ਤਰ੍ਹਾਂ ਜਦੋਂ ਅਸੀਂ ਆਪਣਾ ਸੰਜਮ, ਆਪਣਾ ਧਰਮ ਤੋੜ ਦਿੰਦੇ ਹਾਂ, ਉਹ ਜਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਧਰਮ 'ਚ ਮਨਾਹੀ ਹੈ, ਉਹ ਜਦੋਂ ਅਸੀਂ ਕਰਦੇ ਹਾਂ ਤੇ ਫਿਰ ਉਹ ਨਦੀ ਜਦੋਂ ਪਾਣੀ ਤੋਂ ਬਾਹਰ ਆ ਜਾਂਦੀ ਕਿਨਾਰੇ ਤੋਂ, ਉਹ ਹਿਸਾਬ ਸਾਡਾ ਹੋ ਜਾਂਦਾ। ਜੋ ਬਹੁਤ ਘਟੀਆ ਜਿਹਾ ਕੰਮ ਹੋ ਗਿਆ। ਨਦੀ ਜਦੋਂ ਦੇਖੋ ਆਪ ਤੁਹਾਡੇ ਲਾਗੇ ਨਦੀ ਚੱਲਦੀ, ਉਹਦਾ ਕਿਨਾਰਾ ਟੁੱਟ ਜੂ ਤੇ ਕਿਸੇ ਕੰਮ ਦੀ ਥੋੜੀ ਹੈਗੀ, ਤੇ ਉਹਨੇ ਤੇ ਤਬਾਹੀਆਂ ਮਚਾ ਦੇਣੀਆਂ। ਇਹ ਦੇਖੋ ਇਹ ਕਾਮ ਤੋਂ ਲੋਕਾਂ ਨੂੰ ਰੋਕਿਆ ਗਿਆ। ਆਪ ਜਸਟ ਦੇਖੋ ਕਿ ਜਿਹੜੇ ਬੰਦੇ ਦੁਰਕਰਮ ਕਰਦੇ ਆ, ਚਲੋ ਜਿੱਦਾਂ ਜੀਵਨ ਬੀਤ ਗਿਆ ਤੇ ਮਿੱਟੀ ਪਾਓ, ਪਰ ਜਿਹੜੇ ਬੰਦੇ ਦੁਸ਼ਟ ਕਰਮ ਕਰਦੇ ਆ, ਜਿਹੜੇ ਬੰਦੇ ਵਿਆਹ ਤੋਂ ਬਾਅਦ ਵੀ ਇੱਧਰ ਉੱਧਰ ਭੱਜੇ ਫਿਰਦੇ ਆ, ਇਹ ਸਾਰਾ ਹੀ ਲੋਕ ਏਦਾਂ ਕਰਨਗੇ ਤੇ ਕਿੰਨੀ ਗੰਦੀ ਧਰਤੀ ਹੋ ਜਾਊਗੀ। ਆਪ ਜਸਟ ਸੋਚੋ, ਹੈ ਗੰਦ ਮੱਚ ਜਾਊਗਾ ਪੂਰਾ ਧਰਤੀ ਤੇ। ਹੈ ਇਸੇ ਲਈ ਆਪਾਂ ਨੂੰ ਵਿਆਹ ਕਰਨ ਦੇ ਲਈ ਇੱਕ ਉਹਨਾਂ ਨੇ ਇਹ ਵੀ ਕਿਹਾ ਕਿ ਗ੍ਰਸਤੀ ਜੀਵਨ ਨੂੰ ਵੀ ਬਤੀਤ ਕਰਨਾ ਹੈ। ਉਹ ਵੀ ਦੱਸਿਆ ਵਾ ਕਿ ਨਹੀਂ ਭੱਜਣਾ ਨਹੀਂ ਆ। ਤਾਂ ਆਪਣੇ ਗੁਰੂ ਜਿਹੜੇ ਸਾਰੇ ਸੀ ਉਹਨਾਂ ਵਿਆਹ ਕਰਾਏ ਸੀ ਇਸੇ ਕਰਕੇ ਕਿ ਗ੍ਰਸਤੀ 'ਚ ਰਹਿਣਾ। ਤੇ ਨਾ ਹੋਵੇ ਤੂੰ ਈਸਾਈਆਂ ਵੱਲ ਵੇਖ ਕੇ ਜਾਂ ਹੋਰ ਵੱਲ ਵੇਖ ਕੇ ਮੁੜ ਕੇ ਉਹ ਵੇਖੋ ਇਹਨਾਂ ਦੇ ਧਰਮ ਕਰਪਟ ਹੋ ਗਏ। ਮੁੜ ਕੇ ਸਾਨੂੰ ਤੇ ਇਹਨਾਂ ਨੇ ਇੰਨਾ ਜ਼ਿਆਦਾ ਆਪਸ਼ਨ ਦਿੱਤਾ ਨਾ, ਸਾਡੇ ਆਪਣੇ ਸਿੱਖ ਧਰਮ 'ਚ A to Z ਉਹਨਾਂ ਸਾਨੂੰ ਆਪਸ਼ਨ ਦਿੱਤੇ ਆ ਕਿ ਬਈ ਤੂੰ, ਪਰ ਆਖਰ ਤੇ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੇਰਾ ਡੈਸਟੀਨੇਸ਼ਨ ਕੀ ਹੈ, ਤੇਰੀ ਮੰਜ਼ਿਲ ਕੀ ਹੈ, ਤੂੰ ਪਹੁੰਚਣਾ ਕਿੱਥੇ ਆ। ਪਰ ਤੈਨੂੰ ਸਾਰਾ ਕੁਝ ਦਿੱਤਾ, ਤੈਨੂੰ ਬੰਦਿਸ਼ ਨਹੀਂ ਲੱਗੀ, ਤੈਨੂੰ ਪੂਰਾ ਭੈ ਦੇ ਵਿੱਚ ਰੱਖਿਆ ਕਿ ਤੇਰੇ ਉੱਤੇ ਕੋਈ ਇੰਚਾਰਜ ਨਹੀਂ ਆ, ਤੂੰ ਖੁਦ ਆਪਣਾ ਇੰਚਾਰਜ ਖੁਦ ਆ। ਤੇ ਜਦ ਤੱਕ ਇਨਸਾਨ ਆਪਣਾ ਇੰਚਾਰਜ ਖੁਦ ਨਹੀਂ ਬਣਦਾ ਨਿੱਜਰ ਸਾਹਿਬ, ਉਹਨਾਂ ਚਿਰ ਤੱਕ ਗੱਲ ਨਹੀਂ ਜੇ ਬਣਨੀ ਧਰਮ ਦੇ ਵਿੱਚ। ਠੀਕ ਹੈ। ਤੇ ਬੁਰਾਈ ਨੇ ਤੁਹਾਨੂੰ ਖਿੱਚਣਾ, ਜੇ ਬੁਰਾਈ ਨੇ ਤੁਹਾਨੂੰ ਏਦਾਂ ਖਿੱਚਣਾ, ਤੁਹਾਡੀਆਂ ਲੱਤਾਂ ਫੜ ਕੇ ਤੁਹਾਨੂੰ ਖੜਨਾ ਹੈ। ਪਰ ਇੱਕ ਗੱਲ ਯਾਦ ਰੱਖੋ, ਕਹਿੰਦੇ ਕਿ ਗ੍ਰੈਵਿਟੇਸ਼ਨ ਦੇ ਜਦੋਂ ਅਗੇਂਸਟ ਆਪਾਂ ਟਰੈਵਲ ਕਰਦੇ ਆ ਨਾ, ਆਪ ਥੱਲੇ ਉਤਰਨਾ ਹੋਵੇ ਨਾ, ਤੁਸੀਂ ਕਿੰਨੀ ਵੀ ਪੌੜੀ ਉਤਰ ਜਾਓਗੇ ਤੁਹਾਨੂੰ ਕੋਈ ਫਰਕ ਨਹੀਂ ਪੈਣਾ। ਤੁਸੀਂ 15-20 ਪੌੜੀਆਂ ਤਾਂ ਚੜੇ ਨਾ, ਤੁਹਾਡਾ ਸਾਹ ਫੁੱਲਣਾ ਵਾ। ਕਬੀਰ ਜੀ ਨੇ ਤਾਂ ਹੀ ਉਹ ਪਹਾੜੀ ਦਾ ਨਾਂ ਲਿਆ। ਉਹਨਾਂ ਨੂੰ ਪਤਾ ਹੈ ਕਿ ਉੱਪਰ ਚੜ੍ਹਨਾ ਬੜਾ ਔਖਾ, ਥੱਲੇ ਉਤਰਨਾ ਤੇ ਪਾਣੀ ਦੇਖੋ ਉੱਤੇ ਖੜਨਾ ਹੋਵੇ ਟੈਂਕੀ ਤੇ ਕਿੰਨਾ ਔਖਾ, ਤੇ ਥੱਲੇ ਟੂਟੀ ਖੋਲ ਕੇ ਕੱਢਣਾ ਤੇ ਕਮੈਂਟ ਦਾ ਕੰਮ ਹੈ, ਆਪੇ ਤੁਰਿਆ ਆਉਂਦਾ। ਇਸ ਕਰਕੇ ਮਾੜਾ ਕੰਮ ਕਰਨਾ ਬਹੁਤ ਆਸਾਨ ਹੈ, ਪਰ ਚੰਗਾ ਕੰਮ ਕਰਨ ਲਈ ਜ਼ੋਰ ਲੱਗਣਾ, ਖਰਚਾ ਲੱਗਣਾ ਤੁਹਾਡਾ। ਉਸ ਤੋਂ ਬਾਅਦ ਤੁਹਾਡੀਆਂ ਦੁੱਖੀਆਂ 4-5 ਘਟਣੀਆਂ ਵਾ, ਵਧਣੀਆਂ ਨਹੀਂ। ਇਹ ਗੱਲ ਤੇ ਪੱਕੀ। ਚੰਗਾ ਕੰਮ ਕਰਨ ਜਾਓਗੇ ਤੇ ਇਹ ਪਰ ਚੁੱਕਣਾ ਤੇ ਬਹੁਤ ਆਸਾਨ ਹੈ, ਪਰ ਉਹਦਾ ਫਾਇਦਾ ਕੋਈ ਨਹੀਂ ਹੈ। ਉਹ ਤੇ ਪੱਥਰ ਹੈਗੇ ਤੁਹਾਡੀ ਕਿਸ਼ਤੀ 'ਚ ਪੈ ਜਾਣੇ, ਹੌਲੀ ਹੌਲੀ ਕਰਕੇ ਕਸਮ ਆਊਗਾ ਕਿਸ਼ਤੀ ਤੁਹਾਡੀ ਡੁੱਬ ਜਾਣੀ। ਉਹ ਕਿਸ਼ਤੀ ਕਿੱਥੇ ਜਾਣੀ ਆ ਇਹ ਤੁਹਾਨੂੰ ਪਤਾ ਹੈ, ਬਿਲਕੁਲ ਤਲ ਤੱਕ ਚੱਲ ਜਾਂਦੀ ਹੈ ਥੱਲੇ। ਤੇ ਇੱਥੇ ਬਾਣੀ ਆਪਾਂ ਨੂੰ ਮਨਾ ਕਰ ਰਹੇ ਆ ਕਿ ਇਹ ਚੀਜ਼ਾਂ ਨਹੀਂ ਕਰਨੀਆਂ। ਕਹਿੰਦੇ ਇਹ ਸੰਗਤ ਨਾ ਹੀ ਮਰਨਾ। ਤੇ
ਕਹਿੰਦੇ ਫਿਰ ਜਿਹੜਾ ਬੰਦਾ ਰੱਬ ਦੀ ਭਗਤੀ ਕਰਦਾ ਹੈ, ਸੰਗਤ ਕਰ ਲੈਂਦਾ ਹੈ ਗੁਰਮੁਖਾਂ ਦੀ, ਤੇ ਫਿਰ ਉਹ ਬੰਦਾ ਆਤਮਿਕ ਮੌਤ ਨਹੀਂ ਮਰਦਾ। ਇਹ ਜਿਹੜੇ ਲੋਕ ਮਰ ਰਹੇ ਨੇ ਤੁਹਾਡੇ ਸਾਹਮਣੇ, ਇਹ ਨਾ ਹੋਵੇ ਕਿ ਉਹਨਾਂ ਨੂੰ ਅਸੀਂ ਵੀ ਇੱਕ ਦਿਨ ਆਪਣਾ ਜੀਵਨ ਖਰਾਬ ਕਰ ਲਈਏ। ਅਸੀਂ ਅਜੇ ਵੀ ਸੰਭਲ ਸਕਦੇ ਹਾਂ। ਤੇ ਕਹਿੰਦੇ ਹੁਕਮ ਪਛਾਣ ਤੈਂ ਖਸਮੇ ਮਿਲਣਾ, ਇਹ ਹੁਕਮ ਆ। ਹੁਕਮ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਨਾ, ਕਿ ਜਿਹੜਾ ਬੰਦਾ ਪ੍ਰਮਾਤਮਾ ਦੇ ਹੁਕਮ 'ਚ ਚੱਲਦਾ ਹੈ ਔਰ ਉਹਨੂੰ ਪਤਾ ਹੈ ਚੰਗਾ ਕੀ ਹੈ ਮਾੜਾ ਕੀ ਹੈ, ਸੰਗਤ ਕਰਕੇ ਜਦੋਂ ਉਹਨੂੰ ਭੇਦ ਦਾ ਪਤਾ ਲੱਗ ਜਾਂਦਾ ਹੈ, ਉਹ ਫਿਰ ਕੀ ਕਰਦਾ ਹੈ, ਉਹ ਮਾੜੇ ਦਾ ਤਿਆਗ ਕਰ ਦਿੰਦਾ। ਬਾਣੀ ਤੇ ਉਹ ਕਹਿੰਦੀ ਧਰਮ ਤੈਨੂੰ ਰੱਖਣਾ ਪੈਣਾ। ਧਰਮ ਦਾ ਮਤਲਬ ਹੁੰਦਾ ਮੁੱਢ, ਬੇਸਮੈਂਟ। ਕਿਸੇ ਬਿਲਡਿੰਗ ਨੂੰ ਬਣਾਉਣ ਤੋਂ ਪਹਿਲਾਂ ਨੀਹਾਂ ਤਿਆਰ ਕਰਨੀਆਂ ਪੈਂਦੀਆਂ ਨੇ, ਉਸ ਤੋਂ ਬਾਅਦ ਫਿਰ ਭਗਤੀ ਹੈ। ਜੇ ਬੰਦੇ ਦਾ ਧਰਮ ਹੀ ਸਹੀ ਨਹੀਂ ਹੈਗਾ ਤੇ ਉਹਨੇ ਭਗਤੀ ਕੀ ਕਰਨੀ ਵਿਚਾਰੇ। ਤੇ ਉਹ ਤੇ ਹਜੇ ਇੱਧਰ ਉੱਧਰ ਤੁਰਿਆ ਫਿਰਦਾ, ਹੱਥ ਪੱਲੇ ਮਾਰਦਾ ਫਿਰਦਾ ਵਿਸ਼ੇ ਭੋਗਾਂ ਦੇ ਵਿੱਚ। ਠੀਕ ਹੈ ਜੀ। ਤੇ ਅੱਜ ਦੀ ਵਿਚਾਰ ਇੱਥੇ ਨੇ ਜੈਸਾ। ਹਾਂਜੀ, ਤੇ ਹੋਰ ਕੁਝ ਕਹਿਣਾ? ਨਹੀਂ, ਬਸ ਮੈਂ ਥੋੜਾ ਜਿਹਾ ਜਿਹੜਾ ਕੱਲ ਦੇ ਬਾਰੇ ਜਿਹੜਾ ਨਾ ਮਾੜੀ ਜੀ ਬੁਲੇਟਿਨ ਛੱਡ ਦਿੰਦੇ ਆਪਾਂ। ਕੱਲ ਜਿਹੜਾ ਹੈਗਾ ਤ੍ਰਿਲੋਚਨ ਜੀ ਦਾ ਸ਼ਬਦ ਹੈਗਾ, ਔਰ ਇਹ ਜਿਹੜਾ ਮੋਹ ਜਿਹੜਾ ਕਹਿ ਰਹੇ ਆ, ਜਿਹੜਾ ਭਰਮ ਹੈਗਾ, ਜਿਹੜਾ ਟਰੈਪ ਪਾਈ ਹੋਈ ਆ ਮਹਾਰਾਜ ਨੇ, ਕਹਿੰਦੇ ਉਹਦੇ ਬਾਰੇ ਪੂਰਾ ਖੁਲਾਸਾ ਕਰਨਗੇ ਕੱਲ ਵਾਲੇ ਸ਼ਬਦ ਦੇ ਵਿੱਚ। ਤੇ ਹਾਂ, ਅੱਜ ਇੱਥੇ ਸੰਕੋਚਦੇ ਹਾਂ ਜੀ। ਹਾਂਜੀ ਵੀਰ, ਠੀਕ ਹੈ ਜੀ, ਠੀਕ ਹੈ ਜੀ।